ਸਮਾਂ ਉਹੀ ਜੀ ਕੱਲ੍ਹ ਵਾਲਾ, ਪ੍ਰੋਗਰਾਮ ਵੀ ਉਹੀ ਕੱਲ੍ਹ ਵਾਲਾ, ਚੈਨਲ ਵੀ ਉਹੀ ਕੱਲ੍ਹ ਵਾਲਾ, ਅਤੇ ਮੈਂ ਵੀ ਉਹੀ ਕੱਲ੍ਹ ਵਾਲਾ ਤੁਹਾਡੇ ਨਾਲ ਪ੍ਰਾਈਮ ਏਸ਼ੀਆ TV 'ਤੇ ਗੁਰਪ੍ਰੀਤ ਸੰਧਾਵਾਲੀਆ। ਅਤੇ ਖਬਰਾਂ ਜ਼ਰੂਰ ਥੋੜ੍ਹੀਆਂ ਬਦਲ ਜਾਂਦੀਆਂ, ਖਬਰਾਂ ਜਿਵੇਂ ਬਦਲਦੀਆਂ ਨੇ ਉਹਨਾਂ ਖਬਰਾਂ ਨੂੰ ਆਪਾਂ ਵੀ ਆਪਣੇ ਹਿਸਾਬ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਕਈ ਖਬਰਾਂ ਐਸੀਆਂ ਹੁੰਦੀਆਂ ਜਿਨ੍ਹਾਂ ਖਬਰਾਂ ਤੋਂ ਇਸ਼ਾਰਾ ਮਿਲ ਜਾਂਦਾ ਵੀ ਹੁਣ ਗਾਂਹ ਕੀ ਹੋ ਸਕਦਾ, ਅਤੇ ਕਈ ਖਬਰਾਂ ਐਸੀਆਂ ਹੁੰਦੀਆਂ ਜਿਨ੍ਹਾਂ ਤੋਂ ਕਈ ਵਾਰ ਇੱਦਾਂ ਜਾਪਦਾ ਹੁੰਦਾ ਕਿ ਆ ਵੀ ਹੋ ਸਕਦਾ ਅਤੇ ਆ ਵੀ ਹੋ ਸਕਦਾ। ਅੱਜ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਜਿਹੜੀ ਸਿਆਸਤ ਹੈ ਇਸ ਵੇਲੇ ਉਹ ਦੇਸ਼ 'ਚ ਅਤੇ ਪੰਜਾਬ 'ਚ ਕਿਵੇਂ ਦਾ ਮੋੜਾ ਕੱਟਦੀ ਆ, ਅਤੇ ਉਹਦੇ ਸਾਰੇ ਕੁਛ ਦੇ ਨਾਲ ਜਿਹੜਾ ਕਰੋਨੇ ਵਾਲਾ ਰੌਲਾ ਉਹ ਰੌਲਾ ਹੀ ਆ ਜਾਂ ਫਿਰ ਸਮੱਸਿਆ ਕੋਈ ਇਹੋ ਜਿਹੀ ਬਣ ਗਈ ਹੈ ਜਿਹਨੂੰ ਦਬਾਇਆ ਵੀ ਜਾ ਰਿਹਾ ਅਤੇ ਲੋਕ ਪਿਸ ਵੀ ਰਹੇ ਨੇ। ਸਾਰੀਆਂ ਗੱਲਾਂ ਬਾਤਾਂ ਕਰ ਲਈ। ਆਪਣੇ ਨਾਲ ਬੰਦਾ ਇੱਕ ਹੋਰ ਹੈਗਾ, ਉਹ ਕੱਲ੍ਹ ਵਾਲਾ ਨਹੀਂ, ਉਹ ਪਰਸੋਂ ਵਾਲਾ। ਕੀ ਹਾਲ ਬਾਠ ਸਾਹਿਬ? ਐਂ ਚੜ੍ਹਦੀ ਕਲਾ ਜੀ, ਠੀਕ ਠਾਕ ਆ। ਆਹ ਵਧੀਆ ਨਹੀਂ ਕੱਲ੍ਹ ਵਾਲਾ? ਹਾਂ ਨਹੀਂ, ਕੱਲ੍ਹ ਵਾਲਾ ਤਾਂ ਚੰਗੀ ਗੱਲ ਆ, ਕਿਉਂਕਿ ਤੁਸੀਂ ਤਾਂ ਰੋਜ਼ ਹੀ ਆਉਣਾ ਹੁੰਦਾ। ਉਹ ਕੀ ਕਰੀਏ ਯਾਰ, ਹੁਣ ਹੱਦ ਹੋ ਗਈ, ਇਹ 'ਤੇ ਵੀ ਇਤਰਾਜ਼ ਆ। ਅੱਜ ਬੜਾ ਵੈਸੇ ਰੰਗ ਰੁੰਗ ਲਾਇਆ ਕੱਲ੍ਹ ਵਾਲਾ। ਆਹ ਤਾਂ ਨਹੀਂ, ਰੰਗ ਤਾਂ ਨਹੀਂ ਕੱਲ੍ਹ ਵਾਲਾ। ਨਾ ਬੰਦਾ ਕੱਲ੍ਹ ਵਾਲਾ, ਪਰ ਨਾ ਥੋੜ੍ਹਾ ਜਿਹਾ ਮਾਡਲ ਉੱਚਾ ਕੀਤਾ ਨਾ। ਹਾਂ ਅੱਛਾ, ਮੇਰੀ ਗੱਲ ਸੁਣੋ। ਹਾਂਜੀ ਦੱਸੋ। ਆਹ ਜਿਹੜਾ ਕਰੋਨੇ ਵਾਲਾ ਕੰਮ ਆਪਾਂ ਇਹ ਸ਼ੁਰੂ ਕਰਨਾ, ਪਰ ਅੱਜ ਪਹਿਲਾਂ ਨਹੀਂ ਕਰਨਾ। ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰੀਏ, ਕਿਉਂਕਿ ਇੱਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਚਰਚਾ 'ਚ, ਚਾਹੇ ਉਹ ਦੀਪ ਸਿੱਧੂ ਦੀ ਜ਼ਮਾਨਤ ਦਾ ਕਰਕੇ ਕਹਿ ਲਈਏ, ਚਾਹੇ ਉਹ ਕਿਸਾਨਾਂ ਵੱਲੋਂ ਕੀਤੇ ਐਲਾਨਾਂ ਦੀ ਗੱਲ ਕਰਕੇ ਕਹਿ ਲਈਏ, ਚਾਹੇ ਉਹ ਹੁਣ ਜਿਹੜੇ ਪੰਜਾਬ ਤੋਂ ਵਹੀਰਾਂ ਘੱਟ ਕੇ ਲਾਕਡਾਊਨ ਦੇ ਬਾਵਜੂਦ, ਕਰਫਿਊ ਦੇ ਬਾਵਜੂਦ, ਕਰੋਨੇ ਦੇ ਬਾਵਜੂਦ ਲਗਾਤਾਰ ਗਿਣਤੀ ਵੱਧ ਰਹੀ ਹੈ ਖੇਤੀ ਅੰਦੋਲਨ ਦੇ ਵਿੱਚ ਕਿਸਾਨਾਂ ਦੀ, ਉਹਦਾ ਕਰਕੇ ਕਹਿ ਲਈਏ ਕੀ ਆਂਦੇ? ਦੇਖੋ, ਇਹ ਸਾਰੀ ਪ੍ਰਕਿਰਿਆ ਦੇ ਵਿੱਚ ਨਾ ਹੁਣ ਸੰਧਾਲੀਆ ਸਾਹਿਬ ਕੀ ਕਹੀਏ, ਕਿਉਂਕਿ ਅੱਜ ਜਿਹੜਾ ਸਮਾਂ ਉਹ ਕੱਲ੍ਹ ਵਾਲਾ ਨਹੀਂ ਹੈਗਾ। ਅੱਜ ਗਿਣਤੀ ਵੀ ਵਧੀ ਆ, ਅੱਜ ਹੋਰ ਬਹੁਤ ਕੁਛ ਵਧਿਆ ਆ, ਇੱਥੋਂ ਤੱਕ ਕਿ ਦੂਜੇ ਦੇਸ਼ਾਂ ਨੇ ਜਿਹੜੀ ਸਹਾਇਤਾ ਕਰਨੀ ਆ ਉਹ ਵੀ ਵਧੀਆ ਆ ਕਿ ਭਾਈ ਕਿੱਧਰ ਨੂੰ ਜਾਈਏ। ਸੋ ਗੁਰਪ੍ਰੀਤ ਸੰਧਾਲੀਆ ਤਾਂ ਕੱਲ੍ਹ ਵਾਲਾ ਹੋ ਸਕਦਾ, ਪਰ ਜਿਨ੍ਹਾਂ ਲੋਕਾਂ ਦੇ ਘਰ ਦੇ ਜੀਅ ਚਲੇ ਗਏ ਉਹਨਾਂ ਪਰਿਵਾਰਾਂ ਦੇ ਵਿੱਚ ਮਾਹੌਲ ਕੱਲ੍ਹ ਵਾਲਾ ਨਹੀਂ ਹੈਗਾ। ਜਿਹੜੇ ਪਰਿਵਾਰਾਂ ਨੂੰ ਕੱਲ੍ਹ ਅਜੇ ਮਾੜੀ ਆਸ ਸੀ, ਉਹਨਾਂ ਪਰਿਵਾਰਾਂ ਦੇ ਵਿੱਚ ਮਾਹੌਲ ਕੱਲ੍ਹ ਵਾਲਾ ਨਹੀਂ ਹੈਗਾ। ਹਾਂ, ਇੰਨੀ ਕੁ ਗੱਲ ਜ਼ਰੂਰ ਹੋਈ ਹੈ ਕਿ ਜਿਹੜੇ ਲੋਕ ਸਰਕਾਰਾਂ ਤੋਂ ਬੇਆਸ ਹੋ ਗਏ ਸੀ, ਉਹ ਹੁਣ ਜਦੋਂ ਇੱਕ ਦੂਸਰੇ ਦੇ ਹੱਥ ਫੜਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਿ ਭਾਈ ਕਿਤੇ ਆਕਸੀਜਨ ਦਾ ਮੁਫਤ ਲੰਗਰ ਲੱਗ ਗਿਆ, ਕਿਤੇ ਕੋਈ ਬੰਦਾ ਕਹਿੰਦਾ ਮੇਰੀ ਟੈਕਸੀ ਦਾ ਕੰਮ ਤਾਂ ਨਹੀਂ ਚੱਲਦਾ ਪਰ ਮੈਂ ਇਹਨੂੰ ਐਂਬੂਲੈਂਸ ਦਾ ਰੂਪ ਦੇ ਕੇ ਮਰੀਜ਼ ਹੀ ਢੋ ਲੈਣਾ ਅਤੇ ਰੁਪਈਆ ਵੀ ਕੋਈ ਨਾ ਲੈਣਾ, ਤੇਲ ਦਾ ਖਰਚਾ ਦੇ ਦਿਓ। ਉਹਦੇ ਕਰਕੇ ਲੋਕਾਂ ਨੂੰ ਮਾੜਾ ਲੱਗਾ ਕਿ ਦੇਰ ਸਵੇਰ ਸਰਕਾਰਾਂ, ਲੀਡਰ, ਪ੍ਰਸ਼ਾਸਨ ਜੋ ਕਰਦਾ ਕਰੀ ਜਾਵੇ, ਪਰ ਅਸੀਂ ਕੱਲ੍ਹ ਨੂੰ ਦੁਬਾਰਾ ਫਿਰ ਰਹਿਣ ਜੋਗੇ ਹੋ ਜਾਵਾਂਗੇ। ਮੇਰਾ ਖਿਆਲ ਤੁਸੀਂ ਮੇਰੀ ਗੱਲ ਸੁਣੀ ਨਹੀਂ ਧਿਆਨ ਨਾਲ, ਪਤਾ ਨਹੀਂ ਕਿੱਥੇ ਗਵਾਚੇ। ਮੈਂ ਨਾ ਖੇਤੀ ਅੰਦੋਲਨ ਦੀ ਪਹਿਲਾਂ ਗੱਲ ਕਰਨੀ ਹੈ। ਮੈਂ ਉੱਧਰ ਹੀ ਚੱਲਿਆ ਸੀ, ਤੁਸੀਂ ਮੇਰੀ ਗੱਲ ਪੂਰੀ ਹੋਣੀ। ਪਹਿਲਾਂ ਹੋਰ ਪਾਸੇ ਭਾਵੁਕ ਕੋਈ ਨਾ WhatsApp। ਮੈਂ ਭਾਵੁਕ ਤਾਂ ਹੋ ਜਾਣਾ ਕਿਉਂਕਿ ਕਿਤੇ ਅੱਜ ਵੀ ਕਿਤੇ ਕੱਲ੍ਹ ਵਾਲਾ ਸੌਦਾ ਤਾਂ ਨਹੀਂ ਖਾ ਲਿਆ? ਨਹੀਂ ਕੱਲ੍ਹ ਛੁੱਟੀ ਵਾਲੇ ਦਿਨ ਖਾਧਾ ਤਾਂ ਸੀਗਾ, ਮੰਨੋ ਨਾ ਮੰਨੋ। ਨਹੀਂ ਦੇਖੋ, ਖਾਧਾ ਤਾਂ ਕੀ ਸੀਗਾ, ਰੋਟੀ ਤਾਂ ਤੁਹਾਡੇ ਨਾਲ ਹੀ ਖਾਧੀ ਆ। ਨਹੀਂ ਮੈਂ ਤਾਂ ਕਹਿਣਾ ਰੋਟੀ ਮੇਰੇ ਨਾਲ ਖਾਧੀ ਆ ਬਸ। ਹੁਣ ਜੇ ਮੈਨੂੰ ਕੱਲ੍ਹ ਕੋਈ ਪੁੱਛ ਲੈਂਦਾ ਤੇ ਮੈਂ ਤਾਂ ਇਹੋ ਕਹਿਣਾ ਬਸ ਮੇਰੇ ਨਾਲ ਤਾਂ ਰੋਟੀ ਹੀ ਖਾਧੀ ਹੈ ਜੀ। ਨਹੀਂ ਚਲੋ ਠੀਕ ਹੈ। ਬਾਕੀ ਕਿਉਂਕਿ ਜਦੋਂ ਤੁਸੀਂ ਅਜੇ ਇੱਥੇ ਨਹੀਂ ਸੀ ਆਏ, ਉਦੋਂ 7 ਦਿਨ ਮੈਂ ਹੀ ਹੁੰਦਾ ਸੀ, ਉਦੋਂ ਪਤਾ ਨਹੀਂ ਤੁਸੀਂ ਛੁੱਟੀ ਵਾਲੇ ਦਿਨ ਕੀ ਖਾ ਲੈਂਦੇ ਸੀ। ਚਲੋ ਹੁਣ ਗੱਲ ਆਪਾਂ ਅੱਗੇ ਤੋਰਦੇ। ਅੱਜ ਦੇਖੋ, ਖੇਤੀ ਅੰਦੋਲਨ ਦਾ ਜਿਹੜਾ ਮਸਲਾ ਨਾ, ਇੱਕ ਤਾਂ ਸੰਧਾਲੀਆ ਸਾਹਿਬ ਕਿਸਾਨਾਂ ਨੇ ਕੁਝ ਐਲਾਨ ਕੀਤੇ ਆ। ਪਿਛਲੇ ਦਿਨੀ ਉਹਨਾਂ ਨੇ ਐਲਾਨ ਕੀਤਾ ਸੀ ਕਿ 40 ਪਿੰਡ ਅਸੀਂ ਗੋਦ ਲੈਂਦੇ ਹਾਂ, ਉੱਥੇ ਚਾਹੇ ਡਾਕਟਰ ਦੀ ਲੋੜ ਹੈ, ਚਾਹੇ ਕਿਸੇ ਚੀਜ਼ ਦੀ ਲੋੜ ਹੈ, ਇਕੱਲੇ ਘਰ ਦੇ ਵਿੱਚ ਵਲੰਟੀਅਰ ਭੇਜਾਂਗੇ, ਟੈਸਟ ਕਰਾਂਗੇ, ਬਹੁਤ ਕੁਝ ਕਰਾਂਗੇ। ਉਹਦੇ ਤੋਂ ਇਲਾਵਾ ਹੁਣ ਗਾਜ਼ੀਪੁਰ ਬਾਰਡਰ ਤੋਂ ਪਹਿਲਾਂ ਹੀ ਐਲਾਨ ਹੋ ਗਿਆ ਸੀ ਕਿ ਭਾਈ ਜਿਹੜੇ ਮਜ਼ਦੂਰ ਜਾ ਰਹੇ ਨੇ, ਭਾਵੇਂ ਉਹ ਬੱਸ ਸਟੈਂਡ ਦੇ ਨੇੜੇ ਬੈਠੇ, ਰੇਲਵੇ ਸਟੇਸ਼ਨ ਦੇ ਨੇੜੇ ਬੈਠੇ, ਜਾਂ ਪੇਸ਼ੈਂਟ ਹਸਪਤਾਲ ਦੇ ਅੰਦਰ ਦਾਖਲਾ ਤੋਂ ਉਹਦੇ ਪਰਿਵਾਰ ਦੇ ਮੈਂਬਰ ਹਸਪਤਾਲ ਤੋਂ ਬਾਹਰ ਬੈਠੇ ਆ, ਉਹਨਾਂ ਦੇ ਲਈ ਲੰਗਰ ਪਾਣੀ ਦਾ ਪ੍ਰਬੰਧ ਉਹਨਾਂ ਨੇ ਕੀਤਾ ਸੀ। ਹੁਣ ਸਿੰਘੂ ਬਾਰਡਰ ਵਾਲੇ ਕਹਿੰਦੇ ਕਿ ਭਾਈ ਅਸੀਂ ਵੀ ਪੈਕ ਕਰਕੇ ਭੇਜਾਂਗੇ। ਟਿੱਕਰੀ ਬਾਰਡਰ ਵਾਲਿਆਂ ਨੇ ਨਵਾਂ ਐਲਾਨ ਕਰਤਾ, ਉਹ ਕਹਿੰਦੇ ਸਾਡੇ ਨਾਲ ਸੰਪਰਕ ਕਰੋ, ਦਿੱਲੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਲੰਗਰ ਪ੍ਰਸ਼ਾਦੇ ਦੀ ਲੋੜ ਹੈ, ਕੋਈ ਘਰੋਂ ਬੇਘਰ ਹੋ ਕੇ ਬੈਠਾ, ਕਿਸੇ ਦਾ ਬੰਦਾ ਕੋਈ ਹਸਪਤਾਲ ਦੇ ਵਿੱਚ ਹੈ, ਜਾਂ ਹੋਰ 20 ਤਰ੍ਹਾਂ ਦੀਆਂ ਟੈਨਸ਼ਨਾਂ, ਅਸੀਂ ਤੁਹਾਨੂੰ ਲੰਗਰ ਪ੍ਰਸ਼ਾਦਾ ਆਪੜਦਾ ਕਰਾਂਗੇ, ਬਿਲਕੁਲ ਤਿਆਰ ਬਰ ਤਿਆਰ। ਹੁਣ ਜਦੋਂ ਫਿਰ ਖੇਤੀ ਅੰਦੋਲਨ ਵਾਲੇ ਪਾਸਿਓਂ ਕਿਸਾਨ ਆਗੂ ਇਹ ਕਹਿੰਦੇ ਆ ਕਿ ਭਾਈ ਕਾਨੂੰਨ ਰੱਦ ਕਰ ਦਿਓ, ਅਸੀਂ ਘਰੇ ਚਲੇ ਜਾਂਦੇ ਹਾਂ, ਜਾਂ ਕਿਸਾਨ ਆਗੂਆਂ ਦੇ ਮਨਾਂ ਦੇ ਵਿੱਚ ਇਹ ਤੌਖਲਾ ਕਿ ਭਾਈ ਕੋਈ ਸਾਜ਼ਿਸ਼ ਕਰਕੇ ਕਿਤੇ ਸਾਨੂੰ ਬਦਨਾਮ ਨਾ ਕਰਨ, ਤਾਂ ਉੱਪਰੋਂ ਜਦੋਂ ਜਿਹੜੇ ਕਿਸਾਨਾਂ ਦੇ ਕੋਲੇ ਆਪ 6 ਮਹੀਨਿਆਂ ਦਾ ਰਾਸ਼ਨ ਉਹ ਕਹਿੰਦੇ ਸੀ ਤੇ 4 ਮਹੀਨੇ ਬੈਠਿਆਂ ਨੂੰ ਹੋ ਗਿਆ, ਜਦੋਂ ਦਿੱਲੀ ਦੇ ਲੋਕਾਂ ਲਈ, ਆਸ-ਪਾਸ ਦੇ ਲੋਕਾਂ ਲਈ ਦਿਲ ਦੇ ਤੇ ਬੋਰੀਆਂ ਦੇ ਸਾਰੇ ਦਰਵਾਜ਼ੇ ਉਹਨਾਂ ਨੇ ਖੋਲ੍ਹ ਦਿੱਤੇ ਆ, ਤਾਂ ਫਿਰ ਹੁਣ ਮੈਨੂੰ ਤਾਂ ਨਹੀਂ ਲੱਗਦਾ ਸੰਧਾਲੀਆ ਸਾਹਿਬ ਕਿਸੇ ਵੀ ਤਰ੍ਹਾਂ ਦੇ ਹੋਰ ਸਬੂਤ ਨੂੰ ਉਹਨਾਂ ਦੇਣ ਦੀ ਲੋੜ ਹੈ ਕਿ ਭਾਈ ਅਸੀਂ ਵਤਨ ਪ੍ਰਸਤ ਹਾਂ। ਨਹੀਂ ਵਤਨ ਪ੍ਰਸਤ ਵੀ ਆ। ਵੱਡੀ ਗੱਲ ਇਹ ਕਿ ਜਿਹੜੀ ਲੋਕਾਂ ਨੂੰ ਨਾ ਵਹਿਮ ਹੋ ਗਿਆ ਸੀ, ਉਹ ਥੋੜ੍ਹਾ ਜਿਹਾ ਨੰਨੇ ਦਾ ਤੇ ਤੱਤੇ ਦਾ ਫਰਕ ਕਰਨ ਲੱਗ ਪਏ ਸੀਗੇ, ਅੱਤਵਾਦੀ ਕਹਿਣ ਲੱਗ ਪਏ ਸੀ, ਹੈ ਨਾ, ਅੰਨਦਾਤੇ ਨੂੰ। ਹੁਣ ਕਾਰਨ ਇਹ ਹੈ ਕਿ ਵੀ ਉਹਨਾਂ ਨੇ ਦੱਸਤਾ ਕਿ ਵੀ ਅਸੀਂ ਬੇਸਿਕਲੀ ਉਹ ਜਾੜਿਆਂ ਜਿਹੜੀ ਕਿਤੇ ਵੀ ਜਾ ਕੇ ਪੁੰਗਰ ਪੈਂਦੀ ਹੈ। ਹੁਣ ਜੇ ਆਪਾਂ ਗੱਲ ਕਰੀਏ ਨਵੰਬਰ ਦੀ, ਤਾਂ ਜਦੋਂ ਗਏ ਸੀ ਆਪਾਂ ਨੂੰ ਯਾਦ ਆ ਭਲੀ ਭਾਂਤ ਵੀ ਟਰਾਲੀਆਂ ਦੇ ਵਿੱਚ ਆਪਣੀ ਟੀਮ ਨੇ ਵੀ ਕਵਰ ਕੀਤਾ, ਉੱਥੇ ਜੇ ਪਹੁੰਚੇ ਕਿਸੇ ਨੂੰ ਜਗ੍ਹਾ ਮਿਲ ਗਈ ਟਰਾਲੀ ਦੀ, ਕਿਸੇ ਨੂੰ ਨਹੀਂ ਮਿਲੀ। ਫਿਰ ਹੌਲੀ ਹੌਲੀ ਉਹ ਖਬਰਾਂ ਆਉਣ ਲੱਗੀਆਂ ਵੀ ਆਸ-ਪਾਸ ਤੋਂ ਕਲੋਨੀਆਂ ਵਾਲੇ ਲੋਕ ਸਾਹਮਣੇ ਆਏ,
ਕੁਝ ਗੁਰਦੁਆਰਾ ਕਮੇਟੀਆਂ ਵਾਲੇ ਲੋਕ ਸਾਹਮਣੇ ਆਏ, ਕੁਝ ਸਮਾਜ ਸੇਵੀ ਜਥੇਬੰਦੀਆਂ ਵਾਲੇ ਸਾਹਮਣੇ ਆਏ, ਤੇ ਉਹਨਾਂ ਨੇ ਕਿਸਾਨਾਂ ਦੇ ਲਈ ਉਦੋਂ ਲੰਗਰ ਲਾਇਆ ਵੀ ਕਿਸੇ ਨੂੰ ਪਾਣੀ ਦੀ ਲੋੜ ਆ, ਕਿਸੇ ਨੂੰ ਇਸ ਚੀਜ਼ ਦੀ ਲੋੜ ਆ। ਤੇ ਉਦੋਂ ਆਪਾਂ ਉਹ ਐਂਗਲ ਤੋਂ ਗੱਲ ਕਰਦੇ ਸੀ ਵੀ ਯਾਰ ਪੰਜਾਬ ਤੋਂ ਹਰਿਆਣੇ ਤੋਂ ਦਿੱਲੀ ਬਹੁਤ ਦੂਰ ਹੈ, ਤੇ ਜਿਹੜੇ ਬੰਦੇ ਇੰਨੀ ਦੂਰ ਚੱਲ ਕੇ ਗਏ ਨੇ ਆਪਣੀਆਂ ਹੱਕੀ ਮੰਗਾਂ ਦੇ ਲਈ, ਜੇ ਉਹਨਾਂ ਨੂੰ ਇਸ ਤਰ੍ਹਾਂ ਕਿਸੇ ਨੇ ਅੱਜ ਆਸਰਾ ਦਿੱਤਾ ਤੇ ਵਧੀਆ ਗੱਲ। ਹੁਣ ਤੁਸੀਂ ਇਹ ਦੇਖੋ ਵੀ ਮਹੀਨੇ 6 ਨਹੀਂ ਲੰਘੇ ਉੱਥੇ ਬੈਠਿਆਂ ਨੂੰ, ਤੇ ਅੱਜ ਉਹੀ ਜਿਹੜੇ ਖੁਦ ਘਰ-ਬਾਰ ਛੱਡ ਕੇ ਬਾਹਰ ਬੈਠੇ ਆ, ਉਹ ਕਹਿੰਦੇ ਵੀ ਜੇ ਕਿਸੇ ਨੂੰ ਤਕਲੀਫ ਹੈ ਤਾਂ ਤੁਸੀਂ ਸਾਨੂੰ ਦੱਸੋ। ਇਹ ਤੋਂ ਵੱਡੀ ਉਦਾਹਰਨ ਕਿਹੜੀ ਹੋ ਸਕਦੀ ਹੈ ਵੀ ਜਿਸ ਸ਼ਖਸ ਨੂੰ ਤੁਸੀਂ ਅੱਤਵਾਦੀ, ਵੱਖਵਾਦੀ ਕਿ ਪਤਾ ਨਹੀਂ ਕੀ ਕੁਛ ਕਹਿੰਦੇ ਹੋ, ਅਸਲ 'ਚ ਉਹ ਅੰਨਦਾਤਾ ਵੀ ਉਹ ਜਿੱਥੇ ਕਿਤੇ ਵੀ ਹੋਵੇ ਉੱਥੇ ਵੀ ਉਹ ਦਾਨ ਦੇਣ ਨੂੰ ਤਿਆਰ ਰਹਿੰਦਾ। ਸੰਧਾਲੀਆ ਸਾਹਿਬ, ਜਦੋਂ ਉਹਨਾਂ ਨੇ ਪਿੰਡਾਂ ਦੇ ਨਾਂ ਰੱਖ ਲਿਆ ਸੀ ਨਾ ਕਿ ਆਹ ਪਿੰਡ 0 ਕਿਲੋਮੀਟਰ, ਯਾਨੀ ਦਿੱਲੀ ਦੇ ਨੇੜੇ ਜਾ ਕੇ ਬੁਰਜੀਆਂ ਲਾਤੀਆਂ ਸੀ ਕਿ ਭਾਈ ਆ ਸਾਡੇ ਪਿੰਡ ਦੀਆਂ ਟਰਾਲੀਆਂ, ਆ ਸਾਡੇ ਪਿੰਡ ਦੀਆਂ ਟਰਾਲੀਆਂ, ਤੇ ਜਿਨ੍ਹਾਂ ਦੇ ਬਾਰੇ ਇਹ ਲੱਗਦਾ ਸੀ ਕਿ ਭਾਈ ਗਰਮੀ ਆ ਜਾਊਗੀ, ਵਾਢੀ ਆ ਜਾਊਗੀ, ਇੱਥੇ ਤੱਕ ਕੋਈ ਵੀ ਨਹੀਂ ਰਹਿਣਾ, ਸਾਰਿਆਂ ਨੇ ਪਿੰਡ ਨੂੰ ਮੁੜ ਜਾਣਾ। ਹੁਣ ਤੁਸੀਂ ਦੇਖੋ ਕਣਕ ਪੰਜਾਬ ਦੀਆਂ ਮੰਡੀਆਂ 'ਚ ਹੈ, ਉਹ ਗਿੱਲੀ ਵੀ ਹੋਈ ਜਾਂਦੀ ਹੈ, ਕਿਤੇ ਬੋਰੀਆਂ ਹੈਗੀਆਂ, ਬਾਰਦਾਨਾ ਹੈਗਾ, ਕਿਤੇ ਹੈ ਨਹੀਂ। ਸਿਆਸੀ ਲੀਡਰ ਆਪਸ ਦੇ ਵਿੱਚ ਭਿੜੀ ਜਾਂਦੇ ਆ, ਇੱਕ ਕਹਿੰਦਾ ਜਿਨ੍ਹਾਂ ਨੇ ਕਣਕ ਚੱਕ ਲਈ, ਦੂਜਾ ਕਹਿੰਦਾ ਜਿਹਨਾਂ ਨੇ ਨਹੀਂ ਚੱਕੀ, ਇੱਕ ਦੂਜੇ ਨੂੰ ਬਦਨਾਮ ਕਰੀ ਜਾਂਦੇ ਆ। ਦੂਸਰੇ ਪਾਸੇ ਹਾਲਾਤ ਦੇਖ ਲਓ ਤੁਸੀਂ ਕਿੱਦਾਂ ਦੇ ਆ ਕਿ ਆਪਦੇ ਕੋਲੇ ਰਾਸ਼ਨ ਹੋਵੇ ਨਾ ਹੋਵੇ ਪਹਿਲਾਂ ਦੂਜਿਆਂ ਦਾ ਸੋਚਦੇ ਆ। ਇਹਦਾ ਮਤਲਬ ਹੈ ਕਿ ਜੇ ਇਹਨਾਂ ਦੇ ਕੋਲੇ ਡਾਕਟਰ ਵੀ ਹੈਗੇ ਆ, ਇਹਨਾਂ ਦੇ ਕੋਲੇ ਨਾਲ ਸਹਾਇਕ ਕਮਲਾ ਫੈਲਾ ਵੀ ਹੈਗਾ, ਇਹਨਾਂ ਦੇ ਕੋਲੇ 4-4 ਮਹੀਨੇ ਹੋ ਗਏ ਦਵਾਈਆਂ ਨਹੀਂ ਮੁੱਕੀਆਂ, ਇਹਨਾਂ ਦੇ ਕੋਲੇ ਸਿਆਲਾਂ ਨੂੰ ਰਜਾਈਆਂ ਵੀ ਹੈਗੀਆਂ ਤੇ ਗਰਮੀਆਂ ਨੂੰ ਲਾਉਣ ਦੇ ਲਈ ਪੱਖੇ ਤੇ ਕੂਲਰ ਵੀ ਹੈਗੇ ਆ, ਫਿਰ ਤਾਂ ਸੱਚੀਓ ਪਿੰਡ ਹੀ ਆ ਨਾ ਜਿਹਦੇ ਵਿੱਚ ਕੋਈ ਘਾਟ ਹੀ ਨਹੀਂ ਹੁੰਦੀ, ਨਾ ਖਾਣ ਦੀ, ਨਾ ਪੀਣ ਦੀ, ਨਾ ਉੱਥੇ ਦਵਾਈ ਦੀ, ਨਾ ਡਾਕਟਰ ਦੀ, ਨਾ ਤੰਬੂ ਦੀ, ਨਾ ਬਾਕੀ ਸਾਰੀਆਂ ਚੀਜ਼ਾਂ ਦੀ। ਤੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜੇ ਕਿਸੇ ਨੂੰ ਆਲੇ ਦੁਆਲੇ ਵੀ ਲੋੜ ਹੋਵੇ ਨਾ, ਪਿੰਡ ਇਕੱਠਾ ਹੋ ਕੇ ਉਧਰਲੇ ਪਾਸੇ ਨੂੰ ਜਾਂਦਾ ਕਿ ਤੂੰ ਘਬਰਾਉਣਾ ਨਹੀਂ। ਤੇ ਇਹ ਕਿਸਾਨਾਂ ਦਾ ਪਿੰਡ ਜਿਹੜਾ ਦਿੱਲੀ ਦੇ ਮੁੱਢ ਨਵੰਬਰ ਦੀ 25-26 ਤਰੀਕ ਨੂੰ ਵੱਜਿਆ ਸੀ, ਉਹ ਇਸ ਵੇਲੇ ਹੁਣ ਦੇਖੋ ਅਪ੍ਰੈਲ ਦੇ ਵਿੱਚ ਉਸ ਪਿੰਡ ਨੇ ਆਪਣੇ ਦਰਵਾਜ਼ੇ ਜਿਹੜੇ ਆ ਆਸ-ਪਾਸ ਦੇ ਲੋਕਾਂ ਲਈ ਖੋਲ੍ਹੇ ਆ। ਬੌਂਡਿੰਗ ਕਿੱਦਾਂ ਨਹੀਂ ਬਣੂ, ਦੋ ਇੰਟਰਨੈਟ ਜੁੜ ਕੇ ਫਿਰ ਸਿਗਨਲ ਪੂਰਾ ਕਿੱਦਾਂ ਨਹੀਂ ਹੋਊ। ਹਾਏ ਹਾਏ, ਅੰਗਰੇਜ਼ੀ ਵਾਲੀਆਂ ਉਦਾਹਰਨਾਂ ਦਿੰਦੇ ਆ, ਤਰੀਕ ਤੋਂ ਹੀ 26-27 ਦੀ ਗੱਲ ਕੀਤੀ ਤੇ 26-27 ਹੋਣੇ ਆ। ਤੇ ਹੁਣ ਦੇਖੋ ਇਹ ਸਾਰਾ ਕੁਝ ਜੇ ਪਹੁੰਚ ਗਿਆ, ਅਪੜ ਗਿਆ, ਤੇ ਹੁਣ ਤੇ ਮੇਰੇ ਖਿਆਲ ਨਾਲ ਸਰਕਾਰ ਵਾਲੇ ਪਾਸਿਓਂ ਜਿਹੜੇ ਵੀ ਕੋਈ ਸਲਾਹਕਾਰ ਹੋਣ ਜਿਨ੍ਹਾਂ ਦਾ ਕੰਮ ਹੁੰਦਾ ਵੀ ਪਹਿਲਾਂ ਖੁਦ ਸਾਰਾ ਕੁਝ ਨੋਟ ਬਣਾ ਕੇ ਦੋ ਵਾਰ ਚੈੱਕ ਕਰਕੇ ਤੇ ਫਿਰ ਕਹਿਣਾ ਵੀ ਸਰ ਹੁਣ ਹਰੇ ਪੈਨ ਨਾਲ ਘੁੱਗੀ ਮਾਰ ਦਿਓ, ਉਹ ਕਿਤੇ ਕਹਿ ਦੇਣਾ ਜਾ ਕੇ ਵੀ ਮਹਾਰਾਜ ਹੁਣ ਤਾਂ ਤੁਸੀਂ ਹਰ ਤਰ੍ਹਾਂ ਦੀ ਪ੍ਰੀਖਿਆ ਲੈ ਲਈ ਇਹਨਾਂ ਬੰਦਿਆਂ ਦੀ, ਵੀ ਧੁੱਪ ਛਾਂ ਵੀ ਝੱਲਦੇ ਆ, ਕੋਈ ਗਰਮੀ ਠੰਡ ਵੀ ਝੱਲਦੇ ਆ, ਇੱਧਰ ਉੱਧਰ ਜੇ ਤੁਸੀਂ ਤੰਗ ਵੀ ਕਰਦੇ ਹੋ ਤਾਂ ਵੀ ਝੱਲਦੇ ਆ, ਕਹਿੰਦੇ ਫੇਰ ਵੀ ਕੁਝ ਨਹੀਂ। ਤੇ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਤੇ ਭਾਵੇਂ ਆਪ ਤਕਲੀਫ 'ਚ ਨੇ ਤਾਂ ਵੀ ਅੱਗੇ ਹੋ ਕੇ ਭਜਦੇ ਆ। ਤੇ ਜੇ ਆਪਾਂ ਅੱਜ ਇਹਨਾਂ ਲੋਕਾਂ ਨੂੰ ਇੱਦਾਂ ਹੀ ਗਵਾ ਲਈਏ ਸਿਰਫ ਇਸੇ ਕਰਕੇ ਵੀ ਨਹੀਂ ਬਈ ਸਾਡੀ ਮੁੱਛ ਦਾ ਸਵਾਲ ਆ, ਨਹੀਂ ਬਈ ਸਾਡੀ ਸਿਆਸਤ ਦਾ ਸਵਾਲ ਆ, ਜਾਂ ਫਿਰ ਜਿਹੜੀ ਗੱਲ ਕਿਸਾਨ ਲੀਡਰ ਦੋਸ਼ ਲਾਉਂਦੇ ਸੀ ਵੀ ਪਤਾ ਨਹੀਂ ਯਾਰ ਅੰਦਰ ਖਾਤੇ ਕੀ ਗਿੱਟ-ਮਿੱਟ ਹੋਈ ਹੈ ਜਿਹਦਾ ਕਰਕੇ ਅਸੀਂ ਸਾਰਾ ਕੁਝ ਕਹਿ ਕੇ ਹਟ ਗਏ, ਪਰ ਫਿਰ ਵੀ ਉਹ ਕਹਿੰਦੇ ਨਾ ਜੋ ਉੱਧਰੋਂ ਇਸ਼ਾਰਾ ਆਇਆ ਤਿਜੋਰੀ ਵਾਲੇ ਬਾਬੂਆਂ ਵੱਲੋਂ ਆਪਾਂ ਉਹੀ ਕਰਨਾ। ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਦੂਸਰੇ ਐਂਗਲ ਤੋਂ ਸੋਚਣ ਦੀ ਲੋੜ ਹੈਗੀ, ਕਿਉਂਕਿ ਜੇ ਇਸ ਵੇਲੇ ਸਰਕਾਰ ਸੋਚ ਲਵੇ ਨਾ, ਆਪਾਂ ਪਹਿਲਾਂ ਵੀ ਕਈ ਵਾਰ ਕਿਹਾ ਭਾਵੇਂ ਕਰੋਨੇ ਦਾ ਬਹਾਨਾ ਹੀ ਸਹੀ, ਪਰ ਜਿਹੜਾ ਪ੍ਰਭਾਵ ਪੈ ਜਾਣਾ ਉਹ ਬਹੁਤ ਦੂਰ ਤੱਕ ਜਾਊਗਾ। ਨਹੀਂ, ਦੂਰ ਤੱਕ ਜਾਊਗਾ। ਸੰਧਾਲੀਆ ਸਾਹਿਬ ਦੇਖੋ, ਪ੍ਰਧਾਨ ਮੰਤਰੀ ਸਾਹਿਬ ਨੇ ਹੁਣੇ ਐਲਾਨ ਕੀਤਾ ਕਿ 80 ਕਰੋੜ ਲੋਕਾਂ ਨੂੰ 5-5 ਕਿਲੋ ਰਾਸ਼ਨ ਦੇਣਾ। ਕਹਿ ਸਕਦੇ ਆ ਕਿ ਭਾਈ ਤੁਹਾਡਾ ਲੋਕਾਂ ਦਾ ਤੁਹਾਡਾ ਹੀ ਰਾਸ਼ਨ ਹੈ ਜਿਹੜਾ ਅਸੀਂ ਦੇਣ ਲੱਗੇ ਹਾਂ, FCI ਦੇ ਰਾਹੀਂ ਦੇਣ ਲੱਗੇ ਹਾਂ, ਇਸ ਕਰਕੇ ਸਾਨੂੰ ਇਹ ਪਤਾ ਲੱਗ ਗਿਆ ਕਿ ਭਾਈ ਠੀਕ ਹੈ, ਚਾਹੇ ਅਸੀਂ ਕੁਝ ਸੋਚਦੇ ਹਾਂ, ਤੁਸੀਂ ਵੱਖਰਾ ਸੋਚਦੇ ਹਾਂ, ਪਰ ਬਾਅਦ 'ਚ ਦੇਖ ਲੈ ਕੀ ਸੋਚਣਾ। ਹੁਣ ਤੁਸੀਂ ਘਰ ਨੂੰ ਜਾਓ, ਸਾਨੂੰ ਕਰੋਨਾ ਨਾ ਸਿੱਝਣ ਦਿਓ, 2-4 ਸਾਲਾਂ ਬਾਅਦ 'ਚ ਜਾ ਕੇ ਦੇਖਾਂ ਕੀ ਹੁੰਦਾ। ਤੁਸੀਂ ਜਾ ਕੇ ਢੋਲੇ ਦੀਆਂ ਲਾਓ ਤੇ ਜਾ ਕੇ ਖੇਤੀ ਕਰੋ ਤੇ ਅਨਾਜ ਮੰਡੀਆਂ 'ਚ ਆਵੇ, ਮੰਡੀਆਂ ਤੋਂ FCI ਦੇ ਗਡਾਊਨਾਂ 'ਚ ਆਵੇ, ਗਡਾਊਨਾਂ ਤੋਂ 80 ਕਰੋੜ ਲੋਕਾਂ ਦੇ ਮੂੰਹ 'ਚ ਆ ਕੇ ਪਵੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ। ਹੋਰ ਦੇਖੋ, ਇੱਥੇ ਇਹ ਵੀ ਹੋ ਸਕਦਾ ਕਿ ਹੁਣ ਇਸ ਗੱਲ ਦੀ ਸਮਝ ਵੀ ਸਾਰੇ ਲੋਕਾਂ ਨੂੰ ਆਵੇ ਕਿ ਅੱਗੇ ਹੁੰਦਾ ਸੀ ਕਿ ਪ੍ਰਚਾਰ ਕਰ ਦਿਓ ਜੀ ਪੰਜਾਬ ਵਾਲੇ ਇੱਦਾਂ ਕਰਦੇ ਆ, ਹਰਿਆਣੇ ਵਾਲੇ ਇੱਦਾਂ ਕਰਦੇ ਆ, ਜਾਂ ਕਿਸਾਨ ਇੱਦਾਂ ਕਰਦੇ ਜਿਹਨਾਂ ਦੇ ਕੋਲੇ ਬਹੁਤ ਕੁਛ ਹੈ, ਜਾਂ ਉਹ ਫਲਾਣੇ ਤਰ੍ਹਾਂ ਦੀਆਂ ਆਦਤਾਂ ਵਾਲੇ ਹੁੰਦੇ ਆ। ਹੁਣ ਫਿਰ ਜਿਹੜੇ ਦਿੱਲੀ ਦੇ ਆਸ-ਪਾਸ ਦੇ ਲੋਕਾਂ ਦੇ ਨਿਆਣੇ ਆ ਨਾ, ਜੇ ਉਹਨਾਂ ਦੇ ਕੰਨਾਂ ਦੇ ਵਿੱਚ ਕੋਈ ਗੱਲ ਪਊ ਕਿ ਇੱਦਾਂ ਦੇ ਹੁੰਦੇ ਆ ਉਹ ਬੰਦੇ, ਉਹ ਕਹਿਣ ਨਹੀਂ वो अंकल तो बहुत अच्छे थे, वो तो आए थे, वो डॉक्टर के साथ लेके आए थे ना, उन्होंने खाना भी दिया था तब जब हम घर से बाहर आ गए थे, किराया नहीं था देने को, जब फैक्ट्री पापा की बंद हो गई थी तब वो उन्होंने हमें खाना दिया था, वो तो बहुत अच्छे पानी भी देते हैं पीने को, वो हमें छोड़ के भी आए थे आगे, वो उन्होंने दवाई भी दी थी जब मेरे पेट में दर्द था। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬੱਚਿਆਂ ਦੇ ਮਨ ਦੇ ਵਿੱਚ, ਤੁਸੀਂ ਦੇਖੋ ਦਿੱਲੀ ਦੇ ਵਿੱਚ ਜਿਹੜੇ ਮਜ਼ਦੂਰ ਫੈਕਟਰੀਆਂ 'ਚ ਕੰਮ ਕਰਦੇ, ਬਿਹਾਰ ਦੇ, ਯੂਪੀ ਦੇ, ਜੇ ਤਾਂ ਉਹ ਪੰਜਾਬ ਦੇ ਖੇਤਾਂ 'ਚ ਕੰਮ ਕਰਦੇ ਹੁੰਦੇ ਉਹਨਾਂ ਨੂੰ ਪਤਾ ਹੋਣਾ ਹੀ ਪੰਜਾਬ ਵਾਲੇ ਕਿੱਦਾਂ ਦੇ ਆ, ਪਰ ਉਹ ਦਿੱਲੀ 'ਚੋਂ ਮੁੜ ਜਾਂਦੇ ਸੀ, ਉਹਨਾਂ ਦੇ ਮਨ 'ਚ ਕੁਛ ਆ ਸਕਦਾ। ਪਰ ਹੁਣ ਜਦੋਂ ਲੰਗਰ ਪ੍ਰਸ਼ਾਦਾ ਉਹਨਾਂ ਦੇ ਲਈ ਵੀ ਅਪੜਨਾ, ਫਿਰ ਦੇਖੋ ਕਿੱਦਾਂ ਦੀਆਂ ਚੀਜ਼ਾਂ ਆਉਣਗੀਆਂ। ਇਹ ਤਾਂ ਹੈ। ਇੱਕ ਦਿਨ ਮੈਂ ਇੱਕ ਫੋਟੋ ਦੇਖੀ ਸੀ, ਉਹ ਪਤਾ ਨਹੀਂ ਝੂਠੀ ਸੱਚੀ ਚੰਗੀ ਮਾੜੀ ਕੀ ਉਹਦਾ ਪਿੱਛੇ ਬੈਕਗਰਾਊਂਡ ਸੀਗੀ, ਉਹ ਇਹ ਸੀ ਵੀ ਉੱਥੋਂ ਦੇ ਬੱਚੇ ਜਿਹੜੇ ਪੜ੍ਹਾ ਰਹੇ ਨੇ ਜਿਹਨਾਂ ਨੂੰ, ਕਿਉਂਕਿ ਉਹ ਬਹੁਤ ਸਾਰੇ ਵਲੰਟੀਅਰ ਪੜ੍ਹਾਉਣ ਦੀ ਗੱਲ ਵੀ ਕਰ ਰਹੇ, ਪਤਾ ਨਹੀਂ ਉਹ ਉੱਥੋਂ ਦੀ ਫੋਟੋ ਸੀ ਜਾਂ ਪਾਸੇ-ਆਸੇ ਦੀ ਸੀ, ਉਹਨਾਂ ਜਵਾਕਾਂ ਨੂੰ ਪੰਜਾਬੀ ਪੜ੍ਹਾਈ ਜਾ ਰਹੀ ਸੀ, ਕਾਇਦਾ ਊੜੇ ਆੜੇ ਦਾ ਸੀ ਜੀ। ਤੇ ਮੈਨੂੰ ਐਂ ਲੱਗਦਾ ਵੀ ਜੇ ਸਾਲ ਖੰਡ ਉੱਥੇ ਰਹਿ ਗਏ ਤੇ ਇਹ ਨਾ ਹੋਵੇ ਬਾਅਦ ਦੇ ਵਿੱਚ ਉਹ ਨਿਆਣੇ ਡੀਕਣ ਵੀ ਯਾਰ
ਪੰਜਾਬੀ ਤਾਂ ਸਾਨੂੰ ਆਉਂਦੀ, ਸਾਨੂੰ ਉਹ ਪੜ੍ਹਾ ਗਏ ਸੀ। ਨਹੀਂ ਹੋ ਸਕਦਾ ਕਿ ਊਂਟ ਦੀ ਜਗ੍ਹਾ ਊੜਾ ਊਠ ਹੋ ਗਿਆ ਹੋਵੇ, ਊਠ ਹੋ ਗਿਆ ਹੋਵੇ, ਕੁਝ ਵੀ ਹੋ ਸਕਦਾ, ਚੇਂਜ ਆ ਸਕਦੀ। ਅੱਛਾ, ਦੂਜੀ ਗੱਲ ਜਿਹਦਾ ਕਰਕੇ ਚਰਚਾ ਜਾ ਖੇਤੀ ਅੰਦੋਲਨ, ਉਹ ਦੀਪ ਸਿੱਧੂ ਦੀ ਜ਼ਮਾਨਤ ਜੀ। ਹੁਣ ਦੀਪ ਸਿੱਧੂ ਹੁਣ ਪਹਿਲਾਂ ਵੀ ਜ਼ਮਾਨਤ ਮਿਲੀ, ਫਿਰ ਉਸ ਤੋਂ ਬਾਅਦ ਉਹ ਆਰਕੋਲੋਜੀਕਲ ਡਿਪਾਰਟਮੈਂਟ ਦੀ FIR ਦਾ ਕਰਕੇ ਇੱਕ ਹੋਰ ਕੇਸ ਕਰਤਾ। ਬੰਦੇ ਨੂੰ ਉਦੋਂ ਤਾਂ ਨਹੀਂ ਨਿਕਲਣ ਦਿੱਤਾ, ਪਰ ਹੁਣ ਦੁਬਾਰਾ ਜ਼ਮਾਨਤ ਹੋ ਗਈ ਹੈ। ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਕੁਝ ਲੋਕ ਬਹੁਤ ਜ਼ਿਆਦਾ ਖੁਸ਼ੀ ਮਨਾ ਰਿਹਾ, ਕੁਝ ਲੋਕ ਇਸ ਚੀਜ਼ ਨੂੰ ਠੀਕ ਕਹਿ ਰਿਹਾ ਵੀ ਠੀਕ ਹੈ ਯਾਰ, ਬੰਦੇ ਨਾਲ ਧੱਕਾ ਹੋ ਗਿਆ, ਚਲੋ ਬਾਹਰ ਆ ਗਿਆ, ਵਧੀਆ ਗੱਲ ਆ। ਕੁਝ ਲੋਕ ਹੁਣ ਇਹਦੇ ਲਈ ਇੱਕ ਡਰ ਸ਼ੋਅ ਕਰ ਰਿਹਾ ਵੀ ਯਾਰ ਇਹ ਹੁਣ ਦੁਬਾਰਾ ਫਿਰ ਉਹੀ ਵੰਡੀਆਂ ਵਾਲਾ ਕੰਮ ਨਾ ਹੋ ਜਾਵੇ, ਕਾਹ ਧੜਾ ਜੀ, ਜੋ ਕੁਝ ਵੀ ਹੈਗਾ ਸਾਰੇ ਕੁਝ ਤਾਂ ਕਰਕੇ ਖੇਤੀ ਅੰਦੋਲਨ ਚਰਚਾ 'ਚ। ਦੇਖੋ ਸੰਧਾਲੀਆ ਸਾਹਿਬ, ਜਿਹੜਾ ਵੀ ਬੰਦਾ ਅੰਦਰ ਗਿਆ ਉਹਨੇ ਬਾਹਰ ਤਾਂ ਆਉਣਾ, ਜ਼ਮਾਨਤ ਤਾਂ ਉਹਦੀ ਹੋਣੀ ਚਾਹੀਦੀ ਹੈ ਜੇ, ਕਿਉਂਕਿ ਲੋੜੋਂ ਵੱਧ ਸਮਾਂ ਕੋਈ ਵੀ ਬੰਦਾ ਅੰਦਰ ਨਾ ਰਹਿਆ। ਜਦੋਂ ਦੂਜਾ ਕੇਸ ਪਿਆ ਸੀ ਉਦੋਂ ਬਹੁਤ ਸਾਰੇ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ ਸੀ ਕਿ ਇਹ ਕੀ ਗੱਲ ਹੋਈ ਬਾਈ, ਹੁਣੇ ਹੀ ਦਰਜ ਕਰਨਾ ਸੀ ਕੇਸ, ਹੁਣੇ ਹੀ ਉਹਦੇ ਵਿੱਚ ਅੰਦਰ ਕਰਨਾ ਸੀ ਬੰਦਾ। ਦੀਪ ਸਿੱਧੂ ਦੀ ਜ਼ਮਾਨਤ ਹੋਈ ਹੈ ਤੇ ਹਨੇਰੇ ਹੋਏ ਉਹਨਾਂ ਨੂੰ ਛੱਡਿਆ ਗਿਆ ਜੇਲ੍ਹ ਦੇ ਵਿੱਚੋਂ, ਕਿਉਂਕਿ ਕਾਗਜ਼ੀ ਕਾਰਵਾਈ ਪੂਰੀ ਕਰਨੀ ਹੁੰਦੀ ਹੈ। ਨੌਜਵਾਨਾਂ ਦਾ ਇਕੱਠ ਸੀਗਾ, ਕੋਵਿਡ ਦੇ ਨਿਯਮ ਨੇ ਇਸ ਕਰਕੇ ਬਹੁਤਾ ਇਕੱਠ ਤਾਂ ਹੋ ਨਹੀਂ ਸਕਦਾ, ਨਹੀਂ ਤਾਂ ਵੱਧ ਹੁੰਦਾ। ਉਹਨਾਂ ਨੇ ਉੱਥੇ ਨਾਅਰੇ ਵੀ ਲਾਏ, ਜਕਾਰੇ ਵੀ ਲੱਗੇ। ਉਹਦੇ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਹੋਰੀ ਨਾਲ ਸੀ, ਗੁਰੂ ਘਰ ਮੱਥਾ ਟੇਕਣ ਵੀ ਗਏ। ਫਿਰ ਉੱਥੇ ਸਵਾਲ ਜਵਾਬ ਹੋਏ, ਬਹੁਤੇ ਤਾਂ ਨਹੀਂ ਹੋਏ। ਉਹ ਕਹਿੰਦੇ ਸੀ ਫਿਰ ਕਿਸੇ ਦਿਨ ਪ੍ਰੈਸ ਕਾਨਫਰੰਸ ਕਰਾਂਗੇ, ਪਰ 2-3 ਚੀਜ਼ਾਂ ਬਿਲਕੁਲ ਕਲੀਅਰ ਹੋ ਗਈਆਂ, ਕਿਉਂਕਿ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛ ਲਿਆ ਉੱਥੇ ਕਿ ਹੁਣ ਕਿੱਦਾਂ ਜੀ। ਉਹ ਕਹਿੰਦੇ ਦੇਖੋ ਕਿਸਾਨਾਂ ਦੇ ਲਈ ਤਾਂ ਅੰਦਰ ਗਏ ਆ, ਕਿਸਾਨਾਂ ਦੇ ਲਈ ਲੜਾਂਗੇ। ਤੇ ਦੂਸਰਾ ਜਦੋਂ ਉਹਨਾਂ ਨੂੰ ਕਿਹਾ ਜੀ ਉੱਥੇ ਜਾਓਗੇ, ਤੇ ਉਹ ਕਹਿੰਦੇ ਕਿਉਂ ਨਹੀਂ, ਜਿੱਥੇ ਵੀ ਕਿਤੇ ਕੋਈ ਸੱਦੂਗਾ ਮੈਂ ਜਾਊਂਗਾ। ਮੋਰਚਿਆਂ ਦੇ ਵਿੱਚ ਪੁੱਛਿਆ ਸੀ। ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਤਾਂ ਅਦਾਲਤ ਦੇ ਵਿੱਚ ਕਹਿਤਾ ਸੀ ਮੈਂ ਕਿਸਾਨ ਲੀਡਰ ਨਹੀਂ ਹੈਗਾ। ਉਹ ਕਹਿੰਦੇ ਮੈਂ ਇਹੀ ਕਿਹਾ ਸੀ ਮੈਂ ਕਿਸਾਨ ਲੀਡਰ ਨਹੀਂ ਹੈਗਾ, ਮੈਂ ਕਿਸਾਨਾਂ ਦਾ ਸਿਪਾਹੀ ਦਾ ਹੈਗਾ, ਮੈਂ ਕਿਸਾਨਾਂ ਦਾ ਇੱਕ ਵਰਕਰ ਤਾਂ ਹੈਗਾ, ਮੈਂ ਕਿਸਾਨਾਂ ਦਾ ਹਮਾਇਤੀ ਤਾਂ ਹੈਗਾ। ਜ਼ਰੂਰੀ ਥੋੜ੍ਹੀ ਹੈ ਕਿ ਉੱਥੇ ਕਿਸਾਨ ਲੀਡਰ ਹੀ ਜਾ ਸਕਦਾ। ਇਹਦੇ ਨਾਲ ਜਿਹੜੀ ਉਹਨਾਂ ਨੇ ਇੱਕ ਖਾਸ ਗੱਲ ਕੀਤੀ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਵੀ ਅਦਾਲਤ ਦੇ ਵਿੱਚ ਤਾਂ ਫਿਰ ਇੱਦਾਂ ਹੋਏ, ਉਹ ਕਹਿੰਦੇ ਦੇਖੋ ਜੀ ਬਹੁਤ ਅੱਛਾ ਫੈਸਲਾ ਜਿਹੜਾ ਦਿੱਤਾ ਗਿਆ ਮੈਨੂੰ ਜ਼ਮਾਨਤ ਦੇਣ ਦਾ, ਕੱਲਾ ਪੁਆਇੰਟ ਜੱਜ ਸਾਹਿਬ ਨੇ ਕਲੀਅਰ ਕੀਤਾ ਤੇ ਮੈਨੂੰ ਬਿਲਕੁਲ ਯਕੀਨ ਹੈ ਕਿ ਉਹਨਾਂ ਨੇ ਮੈਨੂੰ ਇਨਸਾਫ ਦਿੱਤਾ ਹੈ। ਜਾਣੀ ਕਿ ਕਈ ਵਾਰੀ ਇਹ ਹੁੰਦਾ ਨਾ ਕਿ ਆਪਾਂ ਅਦਾਲਤਾਂ ਦੇ ਉੱਤੇ, ਕਿਉਂਕਿ ਬਹੁਤ ਸਾਰੇ ਕੇਸ 84 ਦਾ ਕੇਸ ਇਸੇ ਦਿੱਲੀ ਦੀ ਧਰਤੀ ਤੇ ਲਟਕਦਾ, ਹੋਰ 20 ਕੇਸ ਲਟਕਦੇ ਆ, ਪਰ ਦੀਪ ਸਿੱਧੂ ਹੋਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਹੀਂ ਜੀ ਮੈਨੂੰ ਨਿਆਂਪਾਲਿਕਾ ਦੇ ਉੱਤੇ ਜਿਹੜੀ ਆਸ ਹੈ ਤੇ ਉਹਨਾਂ ਨੇ ਮੇਰਾ ਕੱਲਾ ਪੁਆਇੰਟ ਕਿ ਇਸ ਬੰਦੇ ਨੇ ਕੋਈ ਹਿੰਸਾ ਨਹੀਂ ਕੀਤੀ, ਇਸ ਬੰਦੇ ਨੇ ਕਿਸੇ ਨੂੰ ਉਕਸਾਇਆ ਨਹੀਂ। ਉਹ ਕਹਿੰਦੇ ਬਹੁਤ ਵਧੀਆ, ਮੈਂ ਤਾਂ ਸਿਸਟਮ ਤੋਂ ਜਾਣੀ ਇਸ ਪੱਖੋਂ ਖੁਸ਼ ਹਾਂ ਕਿ ਉਹਨਾਂ ਨੇ ਕੋਈ ਕਸਰ ਨਹੀਂ ਬਾਕੀ ਰਹਿਣ ਦਿੱਤੀ। ਹਾਲਾਂਕਿ ਸਵਾਲ ਪੁੱਛਣ ਵਾਲਾ ਕਿਸੇ ਹੋਰ ਤਰੀਕੇ ਦੀ ਜਵਾਬ ਦੀ ਉਡੀਕ ਕਰ ਰਿਹਾ ਸੀ, ਅਗਲੇ ਕਹਿਣ ਜੀ ਇੱਥੇ ਇਨਸਾਫ ਨਹੀਂ ਮਿਲ ਸਕਦਾ, ਫਲਾਣਾ ਨਹੀਂ ਮਿਲ ਸਕਦਾ। ਜਾਣੀ ਦੀਪ ਸਿੱਧੂ ਹੋਰਾਂ ਦਾ ਜਵਾਬ ਇਹ ਸੀ। ਦੂਸਰੀ ਗੱਲ ਉਹਨਾਂ ਨੇ ਵੀ ਕਿਹਾ, ਕਹਿੰਦੇ ਅੰਦਰ ਵੀ ਜਿਹੜੇ ਬੰਦੇ ਸੀ ਉਹਨਾਂ ਨੇ ਵਿਹਾਰ ਵਧੀਆ ਕੀਤਾ, ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਉਹਨਾਂ ਨੇ ਦਿੱਕਤ ਦਿੱਤੀ ਜਾਂ ਕੁਝ ਹੋਰ ਕੀਤਾ। ਉਹ ਤਾਂ ਪਤਾ ਨਹੀਂ ਕਹਿੰਦੇ ਕਿਹੜੀਆਂ ਗੱਲਾਂ ਹੁੰਦੀਆਂ ਕਿ ਅੰਦਰ ਦਿੱਕਤ ਕਰਦੇ ਬੰਦੇ ਸਾਰੇ ਜਿਹੜੇ ਆ ਪ੍ਰਸ਼ਾਸਨਿਕ ਅਮਲੇ ਫੈਲੇ ਨੇ ਜਿਹੜਾ ਉਹ ਠੀਕ ਕੀਤਾ। ਜਾਣੀ ਕੁੱਲ ਮਿਲਾ ਕੇ ਕਈ ਵਾਰੀ ਬੰਦਿਆਂ ਨੂੰ ਆਪਣੇ ਭਾਈਚਾਰੇ ਦੇ ਕਈ ਬੰਦਿਆਂ ਨੂੰ ਵੀ ਪਟਾਕੇ ਦੀ ਉਮੀਦ ਹੁੰਦੀ ਨਾ ਕਿ ਬਾਹਰ ਆ ਕੇ ਉਹ ਬੰਦਾ ਕਹੂਗਾ ਕੋਈ ਵੀ ਕਿ ਮੈਨੂੰ ਤਾਂ ਤੰਗ ਬਹੁਤ ਕੀਤਾ ਜੀ, ਮੇਰੇ ਨਾਲ ਤਾਂ ਬਹੁਤ ਕੀਤਾ। ਉਹ ਕਹਿੰਦੇ ਇਦਾਂ ਦੀ ਗੱਲ ਕੋਈ ਨਹੀਂ। ਹਾਂ, ਉਹ ਕਹਿੰਦੇ ਅੰਦੋਲਨ ਜਾਰੀ ਰਹੂਗਾ, ਅਸੀਂ ਚਾਹੁੰਦੇ ਹਾਂ ਕਿ ਭਾਈ ਇਹ ਸਾਰਾ ਕੁਝ ਤਣ ਪੱਤਣ ਲੱਗੇ ਤੇ ਦੁਬਾਰਾ ਸਰਗਰਮ ਹੋਊਗਾ। ਇੱਕ ਹੋਰ ਚੀਜ਼ ਮੈਂ ਇੱਕ ਪੋਸਟ ਦੇਖ ਰਿਹਾ ਸੀ, ਹੁਣ ਪਤਾ ਨਹੀਂ ਵੀ ਉਹ ਕਿਹੜੇ ਪੁਆਇੰਟ ਆਫ ਵਿਊ ਤੋਂ ਭਾਈ ਸਾਹਿਬ ਨੇ ਉਹ ਕਮੈਂਟ ਕੀਤਾ ਹੋਊਗਾ। ਉਹਦੇ 'ਚ ਲੌਜਿਕ ਇਹ ਦਿੱਤਾ ਗਿਆ ਵੀ ਦੀਪ ਸਿੱਧੂ ਨੂੰ ਹੀਰੋ ਬਣਾਇਆ ਜਾ ਰਿਹਾ। ਦੀਪ ਸਿੱਧੂ ਨੂੰ ਹੀਰੋ ਇੱਦਾਂ ਬਣਾਇਆ ਜਾ ਰਿਹਾ ਵੀ ਦੇਖੋ ਬਾਕੀ ਲੋਕ ਜਿਹੜੇ ਕਿ ਉੱਥੇ ਗਏ ਸੀ ਉਹਨਾਂ ਨੂੰ ਜ਼ਮਾਨਤਾਂ ਕਦੋਂ ਦੀਆਂ ਮਿਲ ਗਈਆਂ, ਈਵਨ ਕੁਝ ਲੋਕਾਂ ਨੇ ਉੱਥੇ ਤਲਵਾਰਾਂ ਵੀ ਲਹਿਰਾਈਆਂ, ਕੁਝ ਲੋਕਾਂ ਨੇ ਝਗੜਾ ਵੀ ਕੀਤਾ, ਉਹ ਲੋਕ ਵੀ ਬਾਹਰ ਆ ਗਏ। ਪਰ ਦੀਪ ਸਿੱਧੂ ਜਿਹੜਾ ਕਿ ਸਿਰਫ ਉੱਥੇ ਹਾਜ਼ਰ ਸੀ, ਇਸ ਤੋਂ ਇਲਾਵਾ ਉਹਨੇ ਨਾ ਕਿਸੇ ਨੂੰ ਮਾਰਿਆ, ਨਾ ਕੁੱਟਿਆ, ਨਾ ਕੁਛ ਕਿਹਾ। ਉਹਨੂੰ ਇੰਨਾ ਸਮਾਂ ਇਸ ਕਰਕੇ ਲਟਕਾਇਆ ਗਿਆ ਤਾਂ ਜੋ ਉਹਨੂੰ ਹੀਰੋ ਬਣਾਇਆ ਜਾ ਸਕੇ, ਤੇ ਹੀਰੋ ਬਣਾਉਣ ਦਾ ਕਰਕੇ ਸਾਰਾ ਕੁਝ ਕੀਤਾ ਗਿਆ। ਹੁਣ ਉਹਨਾਂ ਦੀ ਮਤਲਬ ਮੈਂ ਉਹ ਪੋਸਟ ਤੋਂ ਅੰਦਾਜ਼ਾ ਲਾਉਂਦਾ ਸੀ ਵੀ ਮੇਬੀ ਇਸ ਕਰਕੇ ਕਿਹਾ ਗਿਆ ਹੋਊਗਾ ਵੀ ਸ਼ਾਇਦ ਇਹ BJP ਦਾ ਬੰਦਾ। ਹੁਣ ਮੈਂ ਸੋਚਦਾ ਵੀ ਜੇ ਮੰਨ ਲਓ ਉਹ BJP ਦਾ ਹੀ ਬੰਦਾ, ਭਾਈ ਸਾਹਿਬ ਦੀ ਗੱਲ ਮੰਨ ਲੈਂਦੇ ਹਾਂ, ਗੱਲ ਇਹ ਆ ਵੀ ਉਹ ਬੰਦਾ ਕਿਸੇ ਦਾ ਹੋਵੇ ਕਿਸੇ ਦਾ ਨਾ ਹੋਵੇ, ਇਹਦੇ ਨਾਲ ਖੇਤੀ ਅੰਦੋਲਨ ਨੂੰ ਕੋਈ ਫਰਕ ਪੈਂਦਾ? ਜੇ ਮੰਨ ਲਓ ਕੱਲ੍ਹ ਨੂੰ ਕੋਈ ਫੈਸਲਾ ਲੈਣਾ ਤਾਂ ਵੀ ਤੇ BJP ਦੀ ਸਰਕਾਰ ਨਹੀਂ ਕਰਨਾ, ਦੀਪ ਸਿੱਧੂ ਕਰਾ ਦੇਵੇ। ਜੇ ਲੋਕਾਂ ਦੀ ਜਾਨ ਸੌਖੀ ਹੁੰਦੀ ਆ, ਬਾਪੂ ਟਰਾਲੀ ਵਾਲੇ ਉੱਥੋਂ ਮੁੜਦੇ ਆ, ਲੋਕਾਂ ਨੂੰ ਆਪਣੀ ਫਸਲ ਦਾ ਚੰਗਾ ਮੁੱਲ ਮਿਲਣ ਲੱਗ ਜਾਂਦਾ, ਤੇ ਫਿਰ ਜਿਹੜਾ ਮਰਜ਼ੀ ਕਰਾ ਦੇ ਕੀ ਫਰਕ ਪੈਂਦਾ? ਸੰਧਾਲੀਆ ਸਾਹਿਬ ਇਸ ਵੇਲੇ ਤਾਂ ਦੇਖੋ ਇੱਕ ਗੱਲ ਤਾਂ ਬੜੀ ਪੱਕੀ ਹੈ, ਸਭ ਤੋਂ ਮੁੱਢਲੀ ਜਿਹੜੀ ਲੜਾਈ ਹੈ ਇਸ ਵੇਲੇ ਉਹ ਖੇਤੀ ਅੰਦੋਲਨ ਦੀ ਹੈ। ਕੋਈ ਵੀ ਬੰਦਾ 3 ਕਾਨੂੰਨ ਰੱਦ ਕਰਾਵੇ, MSP ਦੀ ਗਰੰਟੀ ਦਵਾ ਦੇਵੇ ਲਿਖਤੀ ਕਾਨੂੰਨਨ, ਤਾਂ ਸਾਰਿਆਂ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਹੋਊਗਾ ਕਿ ਭਾਈ ਆ ਬਹੁਤ ਵਧੀਆ, ਅਸੀਂ ਤਾਂ ਚਾਹੁੰਦੇ ਇਹ ਸਾਰੇ ਬੰਦੇ। ਤੇ ਨਾਲ ਦੀ ਨਾਲ ਕੋਈ ਵੀ ਬੰਦਾ ਇਤਰਾਜ਼ ਨਾ ਕਰੇ, ਕਿਉਂਕਿ ਇੱਦਾਂ ਨਹੀਂ ਹੈ। ਤੁਸੀਂ ਇਹ ਦੇਖੋ ਨਾ ਕਿ ਘਰ ਦੇ ਵਿੱਚ ਤੁਸੀਂ ਘਰ ਦੀ ਸਫਾਈ ਕਰਨੀ ਹੋਵੇ, ਇਹ ਮੇਨ ਗੇਟ ਆ, ਮੁੱਖ ਦੁਆਰ। ਹੁਣ ਉਹ ਜਿਹੜਾ ਮੇਨ ਗੇਟ ਆ ਨਾ, ਉੱਥੋਂ ਸਫਾਈ ਕਰਨ ਤੋਂ ਬਾਅਦ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਸਾਰਾ ਘਰ ਸਾਫ਼ ਹੋ ਗਿਆ। ਬਾਕੀ ਬੰਦੇ, ਦੀਪ ਸਿੱਧੂ ਹੋਰੀ ਵੀ, ਬਾਕੀ ਕਿਸਾਨ ਆਗੂ ਵੀ, ਜਿਹੜੇ ਵੀ ਵੱਖ-ਵੱਖ ਜਥੇਬੰਦੀਆਂ ਵਾਲੇ ਆ ਜਾਂ ਕਈ ਮੇਰੇ ਵਰਗੇ ਬੰਦੇ ਸਿਰਫ ਆਲੋਚਨਾ ਕਰਨ ਵਾਲੇ ਆ,
ਭਾਈ ਇਸ ਵੇਲੇ ਤਾਂ ਪੰਜਾਬ 'ਚ ਆਕਸੀਜਨ ਦੀ ਵੀ ਕਮੀ ਆ। ਇਸ ਵੇਲੇ ਤਾਂ ਪੰਜਾਬ ਦੇ ਵਿੱਚ ਕਿੰਨੀਆਂ ਆਉਂਦੀਆਂ ਕਿ ਭਾਈ ਆ ਜਿਹੜੀ ਬਾਬੇ ਨਾਨਕ ਦੇ ਨਾਲ ਸੰਬੰਧਿਤ ਪਵਿੱਤਰ ਬਈਆਂ ਉਹਦੇ ਵਿੱਚ ਕਿਸੇ ਨੇ ਫੇਰ ਉਹੀ ਪਾਣੀ ਛੱਡ ਦਿੱਤਾ, ਜਿਹਦੇ ਕਰਕੇ ਹਜ਼ਾਰਾਂ ਜਿਹੜੇ ਆ ਜਲ ਜੀਵ ਉਹ ਮਾਰੇ ਗਏ ਆ। ਅਸੀਂ ਤਾਂ ਜੇ ਪਾਣੀ ਵੀ ਸਾਫ਼ ਕਰਨਾ, ਅਸੀਂ ਤਾਂ ਜੇ ਆਪਣੀ ਖੇਤੀ ਜਿਹੜੀ ਆ ਆਰਗੈਨਿਕ ਢੰਗਾਂ ਨੂੰ ਵੀ ਵਧਾਉਣੀ ਹੈ, ਅਸੀਂ ਤਾਂ ਜੇ ਬਹੁਤ ਕੁਝ ਕਰਨਾ। ਇਹ ਤਾਂ ਮੂਰਲੀਆਂ ਸਫਾਂ ਦੇ ਵਿੱਚ ਵਿਚਰਦਾ ਇੱਕ ਅੰਦੋਲਨ ਆ। ਇਹਦੇ ਤੋਂ ਅੱਗੇ 100 ਟੀਚੇ ਸਾਡੇ ਹੋਰ ਨੇ। ਤਾਂ ਜੇ ਕੋਈ ਬੰਦਾ ਇਹ ਸੋਚਦਾ ਕਿ ਭਾਈ 1-3 ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਨਾਲ ਤੇ MSP ਦੀ ਕਾਨੂੰਨੀ ਗਰੰਟੀ ਮਿਲਣ ਦੇ ਨਾਲ ਪੰਜਾਬ ਨੇ ਕਿਤੇ ਸੋਨੇ ਦੀ ਚਿੜੀਆ ਬਣ ਜਾਣਾ, ਨਾ। ਸਾਡੇ ਸਾਹਮਣੇ ਅਜੇ ਦਹਾਕਿਆਂ ਦਾ ਹੋਰ ਸੰਘਰਸ਼ ਹੈ ਪੰਜਾਬ ਨੂੰ ਪੈਰਾਂ ਤੇ ਲਿਆਉਣ ਦਾ। ਇਹ ਮੁੱਦਾ ਨਿਬੇੜੋ, ਇਹ ਗੱਲ ਮੁਕਾਓ, ਉਹਦੇ ਤੋਂ ਬਾਅਦ ਅਗਲਾ ਟੀਚਾ ਤੁਹਾਡੇ ਸਾਹਮਣੇ ਖਲੋਤਾ ਹੈ, ਉਹ ਪੂਰਾ ਕਰਨਾ ਆਪਾਂ ਸਾਰਿਆਂ ਨੇ। ਬਿਲਕੁਲ ਜੀ। ਅੱਛਾ, ਆਪਾਂ WhatsApp ਹੁਣ ਜੇ ਖੇਤੀ ਅੰਦੋਲਨ ਨੂੰ ਲੈ ਕੇ ਪੰਜਾਬ ਆਪਣੀ ਗਏ ਤੇ ਪੰਜਾਬ ਦੀ ਸਿਆਸਤ ਤੇ ਚੱਲੀ। ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਆ ਜਿਹੜੀ ਦੂਜੀ ਤੁਸੀਂ ਕਿਹਾ ਸੀ ਕਿ ਦੂਜਾ ਕੇਸ ਪਤਾ ਨਹੀਂ ਤੁਸੀਂ ਅੰਗਰੇਜ਼ੀ 'ਚ ਡਿਪਾਰਟਮੈਂਟ ਕਿਹੜਾ ਦੱਸਿਆ ਹੈ, ਮੈਨੂੰ ਸਮਝਾਇਓ ਮਾੜਾ ਜਿਹਾ ਦੁਬਾਰਾ। ਪੁਰਾਤੱਤਵ ਵਿਭਾਗ। ਨਹੀਂ ਅੰਗਰੇਜ਼ੀ ਹੀ ਦੱਸੋ। ਆਰਕੋਲੋਜੀਕਲ ਡਿਪਾਰਟਮੈਂਟ। ਆਹ ਦੁਬਾਰਾ ਹੌਲੀ ਹੌਲੀ ਕਹੋ। ਉਹ ਯਾਰ ਐਵੇਂ ਤੰਗ ਕੁਛ ਨਾ ਲੱਭੇ ਬੰਦੇ ਨੂੰ ਵੀ ਇਹਨੂੰ ਇਹ ਹੁੰਦਾ ਵੀ ਇਹਦੀ ਟਾਈ ਤੇ ਮੈਂ ਖਿੱਚ ਨਹੀਂ ਸਕਦਾ, ਲੱਤ ਹੀ ਖਿੱਚ ਲਓ ਹੋਰ ਨਹੀਂ ਕੁਝ। ਇਹ ਮੇਰੀ ਗੱਲ ਸੁਣੋ, ਆਪਾਂ ਪੰਜਾਬ ਵਾਲੇ ਪਾਸੇ ਆਈਏ। ਪੰਜਾਬ ਦੇਖੋ ਜੀ, ਸਿਰ ਜੁੜ ਕੇ ਵੱਡੀਆਂ ਸਰਕਾਰਾਂ ਬੈਠੀਆਂ ਨੇ। ਜਦੋਂ ਵੱਡੀਆਂ ਸਰਕਾਰਾਂ ਬੈਠੀਆਂ ਤੇ ਵੱਡੀਆਂ ਸਰਕਾਰਾਂ ਦੇ ਮੰਤਰੀ ਵੀ ਵੱਡੇ ਬੈਠੇ, ਤੇ ਨਾਲ ਜਦੋਂ ਸਾਰੀਆਂ ਧਿਰਾਂ ਬੈਠੀਆਂ ਜੁੜੀਆਂ, ਕਰੋਨੇ ਦੇ ਬਾਰੇ ਉਹਨਾਂ ਨੇ ਕੀ ਕਿਹਾ ਆਪਾਂ ਉੱਤੇ ਬਾਅਦ 'ਚ ਆਉਂਦੇ, ਪਰ ਪਹਿਲਾਂ ਜਿਹੜਾ ਪਿਛਲੇ ਦਿਨੀ ਹਾਈ ਕੋਰਟ ਦਾ ਫੈਸਲਾ ਆਇਆ ਕੋਟਕਪੂਰਾ ਗੋਲੀਕਾਂਡ ਦੇ ਵਿੱਚ, ਉਹਨੂੰ ਲੈ ਕੇ ਹੁਣ SIT ਕਹਿੰਦੇ ਨਵੀਂ ਬਣਾਉਣ ਦਾ ਫੈਸਲਾ ਹੋ ਗਿਆ। ਹੁਣ SIT ਨਵੀਂ ਬਣਾਉਣ ਦਾ ਫੈਸਲਾ ਹੋਣਾ, ਤੇ ਉਸ ਫੈਸਲੇ ਦੇ ਦੌਰਾਨ ਹੀ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਮੰਤਰੀ ਪਦ ਦੇ ਅਹੁਦੇ ਤੋਂ, ਤੇ ਦੂਸਰੇ ਪਾਸੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਸੁਨੀਲ ਜਾਖੜ ਹੋਣ ਦਾ ਅਸਤੀਫਾ ਦੇਣਾ ਤੇ ਕੈਪਟਨ ਸਾਹਿਬ ਵੱਲੋਂ ਨਾਮਨਜ਼ੂਰ ਕਰਨਾ, ਉਹ ਵੀ ਘਟਨਾਕ੍ਰਮ ਵਿਚਾਰਨ ਵਾਲਾ। ਦੇਖੋ ਸੰਧਾਲੀਆ ਸਾਹਿਬ, ਕਿਸੇ ਵੀ ਬੰਦੇ ਨੂੰ ਲੱਗਦਾ ਹੋਊਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਮੁੱਦਾ ਜਿਹੜਾ ਹੁਣ ਠੰਡਾ ਪੈ ਗਿਆ, ਲੋਕ ਉਹਦੇ ਵੱਲ ਆਕਰਸ਼ਿਤ ਨਹੀਂ ਹੁੰਦੇ ਜਾਂ ਲੋਕਾਂ ਦਾ ਧਿਆਨ ਹੋਰ ਪਾਸੇ ਚਲੇ ਗਿਆ, ਇੱਦਾਂ ਨਹੀਂ। ਤੁਸੀਂ ਇਹ ਦੇਖੋ ਕਿ ਇਹ ਇੱਕੋ ਇੱਕ ਮੁੱਦਾ ਜਿਹਨੇ ਹਰ ਸਿਆਸੀ ਪਾਰਟੀ ਦੇ ਵਿੱਚ ਬਹੁਤ ਵੱਡੀਆਂ ਦਿੱਕਤਾਂ ਖੜੀਆਂ ਕੀਤੀਆਂ, ਕਿਉਂਕਿ ਸਿਆਸਤਦਾਨ ਸਿਆਸਤ ਕਰਨਾ ਚਾਹੁੰਦੇ ਸੀ, ਲੋਕਾਂ ਦੀ ਡਿਮਾਂਡ ਕੁਝ ਹੋਰ ਸੀ, ਉਹ ਮੰਗਦੇ ਸੀ ਇਨਸਾਫ। ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸਿਓਂ 2015 ਤੋਂ ਲੈ ਕੇ ਹੁਣ ਤੱਕ ਇਸ ਮੁੱਦੇ ਦੇ ਕਿਤੇ ਘੱਟ ਪਵਾੜੇ ਪਏ ਆ। ਪਾਰਟੀ ਦੇ ਅੰਦਰੋਂ ਹੀ ਕੀ ਕੁਝ ਨਹੀਂ ਹੋਇਆ, ਕਿੰਨੇ ਲੀਡਰ ਸੱਜੇ ਖੱਬੇ ਨਹੀਂ ਹੋਏ, ਕਿੰਨੇ ਲੀਡਰਾਂ ਨੇ ਪਾਰਟੀ ਤੋਂ ਬਾਹਰ ਜਾ ਕੇ ਫਿਰ ਰੌਲਾ ਨਹੀਂ ਪਾਇਆ। ਤੇ ਜੇ ਅੱਗੇ ਅਕਾਲੀ ਦਲ ਮੁਸ਼ਕਲ ਦੇ ਵਿੱਚ ਸੀ, ਤੇ ਇਸ ਵੇਲੇ ਕਾਂਗਰਸ ਪਾਰਟੀ ਬਿਲਕੁਲ ਉਸੇ ਕੰਢੇ ਦੇ ਉੱਤੇ ਖੜੀ ਹੈ। ਹੁਣ ਜਦੋਂ ਕੋਟਕਪੂਰਾ ਕਾਂਡ ਵਾਲੀ ਜਾਂਚ ਰਿਪੋਰਟ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਬਣਾਈਓ ਅਦਾਲਤ ਨੇ, ਹਾਈ ਕੋਰਟ ਨੇ ਰੱਦ ਕਰਤੀ ਤੇ ਸਖਤੀ ਨਾਲ ਕਿਹਾ ਕਿ ਭਾਈ ਇਹਦੇ ਵਿੱਚੋਂ ਪੱਖਪਾਤ ਦੀ ਬੂ ਆਉਂਦੀ ਹੈ, ਉਹਦੇ ਤੋਂ ਬਾਅਦ ਤਾਂ ਕਾਂਗਰਸ ਪਾਰਟੀ 'ਚ ਪੁਆੜਾ ਪਿਆ, ਠੋਕ ਕੇ ਪਿਆ। ਤੁਸੀਂ ਇਹ ਦੇਖੋ ਕਿ ਜਦੋਂ ਸਰਕਾਰ ਦੀ ਲੀਗਲ ਟੀਮ ਦੇ ਉੱਤੇ ਬਗਾਨਿਆਂ ਨੇ ਤਾਂ ਕਰਨਾ ਹੀ ਸੀ, ਆਪਣੇ ਬੰਦਿਆਂ ਨੇ ਵੀ ਉਂਗਲਾਂ ਚੁੱਕੀਆਂ। ਉਹਦੇ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਕਦੇ ਇਹ ਕਹਿੰਦਾ ਕਿ ਭਾਈ ਫਿਰ ਗ੍ਰਹਿ ਮੰਤਰਾਲਾ ਕੀ ਕਰਦਾ ਹੈ, ਕਦੇ ਇਹ ਕਹਿੰਦਾ ਕਿ ਸਬੂਤਾਂ ਦੇ ਬਾਵਜੂਦ ਵੀ FIR ਦੇ ਵਿੱਚ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਨਾਂ ਕਾਹਤੋਂ ਨਹੀਂ, ਤੇ ਕਦੇ ਇਹ ਕਹਿੰਦਾ ਕਿ ਰਲ ਮਿਲ ਕੇ ਚੱਲੀ ਜਾਂਦੇ ਆ ਪਰ ਪੰਜਾਬ ਦੇ ਲੋਕਾਂ ਨੇ ਬਖਸ਼ਣਾ ਨਹੀਂ। ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਉਹਨੇ ਕਾਂਗਰਸ ਪਾਰਟੀ ਦੇ ਅੰਦਰ ਪਾਤਾ ਸੀ ਪੁਆੜਾ। ਉਹਦੇ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਜਦੋਂ ਕਿਹਾ ਸੀ ਕਿ ਭਾਈ ਕਰਾਂਗੇ ਕੀ, ਛੇਤੀ ਤੋਂ ਛੇਤੀ SIT ਨਵੀਂ ਬਣਾ ਕੇ 1 ਮਹੀਨੇ ਦਾ ਟਾਈਮ ਦਿਓ, ਜਾਂਚ ਪੜਤਾਲ ਕਰਕੇ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨੂੰ ਇਨਸਾਫ ਦੇ ਦਿਓ, ਲੋਕਾਂ ਨੇ ਪਿੰਡਾਂ ਹੀ ਨਹੀਂ ਵੜਨ ਦੇਣਾ। ਤੇ ਸ਼ਮਸ਼ੇਰ ਸਿੰਘ ਦੂਲੋ ਸਾਹਿਬ ਨੇ ਜੋ ਕਿਹਾ ਸੀ ਉਹ ਕਿਸੇ ਤੋਂ ਭੁੱਲਿਆ ਤਾਂ ਨਹੀਂ, ਤੇ ਰਵਨੀਤ ਬਿੱਟੂ ਹੋਰੀ ਵੀ ਇਹੀ ਕਹਿੰਦੇ ਸੀ। ਉਹ ਸਾਰੇ ਦਾ ਸਾਰਾ ਪ੍ਰੈਸ਼ਰ ਭਾਵੇਂ ਨਵਜੋਤ ਸਿੱਧੂ ਦਾ ਸੀ, ਭਾਵੇਂ ਬਾਜਵਾ ਸਾਹਿਬ ਦਾ ਸੀ, ਭਾਵੇਂ ਦੂਲੋ ਸਾਹਿਬ ਦਾ ਸੀ, ਤੇ ਭਾਵੇਂ ਰਵਨੀਤ ਬਿੱਟੂ ਦਾ ਸੀ। ਜਾਂਦਾ ਕਿੱਧਰ ਨੂੰ ਸੀ? ਜਾਂਦਾ ਸੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲ। ਤੇ ਸੰਧਾਲੀਆ ਸਾਹਿਬ, ਤੁਹਾਨੂੰ ਚੇਤਾ ਹੋਣਾ ਜਦੋਂ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ 'ਚ ਆਈ ਹੈ, ਜਿਹੜੇ 2-3 ਬੰਦੇ ਬਹੁਤ ਠੋਕ ਕੇ ਬੋਲੇ ਸੀ ਕਾਂਗਰਸ ਪਾਰਟੀ ਵੱਲੋਂ ਕਿ ਅਸੀਂ ਦਿਆਂਗੇ ਇਨਸਾਫ, ਆ ਗਈ ਜੇ ਰਿਪੋਰਟ, ਸਾਰਾ ਕੁਝ ਸਾਹਮਣੇ ਆ ਗਿਆ, ਬੰਦੇ ਚੱਕ ਕੇ ਅੰਦਰ ਮਾਰਨੇ ਆਪਾਂ। ਇੱਕ ਉਹਦੇ ਵਿੱਚੋਂ ਹਰਮਿੰਦਰ ਸਿੰਘ ਗਿੱਲ ਸਾਹਿਬ ਸੀ, ਫਿਰ ਨਵਜੋਤ ਸਿੰਘ ਸਿੱਧੂ ਸੀ, ਤੀਸਰੇ ਨੰਬਰ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਸਨ। ਜਾਖੜ ਸਾਹਿਬ ਤਾਂ ਚਲੋ ਵਿਧਾਨ ਸਭਾ ਦੇ ਵਿੱਚ ਬੋਲ ਨਹੀਂ ਸਕਦੇ ਕਿਉਂਕਿ ਉਦੋਂ ਇਲੈਕਸ਼ਨ ਨਹੀਂ ਸੀ ਜਿੱਤ ਸਕੇ। ਹੁਣ ਇਹ 3 ਬੰਦੇ ਜਿਹੜੇ ਜਿਸ ਤਰੀਕੇ ਦੇ ਨਾਲ ਬੋਲੇ ਸੀ, ਉਹਦੇ ਤੋਂ ਬਾਅਦ ਜਿੰਨਾ ਤਿੱਖਾ ਬੋਲੇ ਸੀ ਉਨੇ ਹੀ ਤਿੱਖੇ ਸਵਾਲ ਇਹਨਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਸਾਹਮਣਾ ਕਰਨਾ ਪੈਣਾ ਸੀ ਕਿ ਭਾਈ ਤੁਸੀਂ ਕਿਹਾ ਸੀ, ਵੀਡੀਓਜ਼ ਨੇ ਕਿਉਂਕਿ ਲਾਈਵ ਕਾਰਵਾਈ ਦਿਖਾਈ ਸੀ ਕਿ ਦੱਸੋ ਇਨਸਾਫ ਕਿੱਥੇ ਆ। ਹੁਣ ਉੱਪਰੋਂ ਤਾਂ ਸਾਰੇ ਕਹੀ ਜਾਂਦੇ ਸੀ ਨਹੀਂ ਜੀ ਅਸੀਂ ਕਰ ਰਹੇ ਹਾਂ, ਅਸੀਂ ਉਡੀਕ ਰਹੇ ਹਾਂ, ਜੱਜਮੈਂਟ ਉਡੀਕ ਰਹੇ ਹਾਂ, ਦੇਖਦੇ ਹਾਂ ਕੀ ਹੋਣਾ। ਪਰ ਅੰਦਰੋਂ ਸਾਰਿਆਂ ਨੂੰ ਪਤਾ ਸੀ ਕਿ ਭਾਈ ਮੁੜ ਕੇ ਹਲਕਾ ਤਾਂ ਆਪੋ ਆਪਣਾ ਹੀ ਆ, ਜਾਣਾ ਤਾਂ ਉੱਥੇ ਇਕੱਲਿਆਂ ਨਹੀਂ ਹੈ। ਜੇ ਕਿਸੇ ਨੇ ਸਵਾਲ ਕੀਤਾ, ਜਵਾਬ ਸਰਕਾਰ ਦੇ ਵਿੱਚ ਸਮੂਹਿਕ ਜ਼ਿੰਮੇਵਾਰੀ ਆ ਕੈਬਨਿਟ ਦੀ, ਪਰ ਆਪਣੇ ਹਲਕੇ ਦੇ ਵਿੱਚ ਇਕੱਲੇ ਦੀ ਜ਼ਿੰਮੇਵਾਰੀ ਹੁੰਦੀ ਹੈ MLA ਦੀ। ਇਸ ਕਰਕੇ ਉਹ ਪਟਾਕਾ ਕਿਤੇ ਨਾ ਕਿਤੇ ਪੈਣਾ ਸੀ। ਅਸਲ 'ਚ 2 ਧਿਰਾਂ ਨੇ, ਇੱਕ ਧਿਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਧਰਲੇ ਪਾਸੇ ਨੂੰ ਜਾਂਦੀ ਸੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਕਿ ਕੁੰਵਰ ਵਿਜੇ ਪ੍ਰਤਾਪ ਨੇ ਕੰਮ ਖਰਾਬ ਕੀਤਾ,
ਤੇ ਦੂਸਰੀ ਧਿਰ ਕਹਿੰਦੀ ਸੀ ਕਿ ਨਾ ਭਾਈ ਲੋਕਾਂ ਦੀ ਹਮਦਰਦੀ ਬੰਦੇ ਨਾਲ ਲੱਗਦੀ ਆ, ਮਸਲਾ ਕੁੰਵਰ ਵਿਜੇ ਪ੍ਰਤਾਪ ਦਾ ਨਹੀਂ, ਮਸਲਾ ਤੁਹਾਡੀ ਕਾਨੂੰਨੀ ਟੀਮ ਦਾ ਲੱਗਦਾ। ਤੇ ਸੱਚੀ ਪੁਆੜਾ ਉਦੋਂ ਪੈ ਗਿਆ ਕਿ ਅੱਗੋਂ ਕੀ ਕਰਨਾ। ਹੁਣ ਜੱਜਮੈਂਟ ਆ ਗਈ ਹੈ, ਸੁਪਰੀਮ ਕੋਰਟ ਜਾਣਾ, SIT ਬਣਾਉਣੀ ਹੈ। ਜੇ SIT ਵੀ ਬਣਾਉਣੀ ਹੈ ਕਿ ਮਹੀਨੇ ਦਾ ਟਾਈਮ ਦੇਣਾ ਕਿ 10 ਮਹੀਨੇ ਦਾ ਟਾਈਮ ਦੇਣਾ ਇਲੈਕਸ਼ਨ ਤੋਂ ਬਾਅਦ ਦਾ। ਉਸ ਮੁੱਦੇ ਦੇ ਉੱਤੇ ਜਦੋਂ ਫਿਰ ਵਾਹਵਾ ਤੂੰ ਮੈਂ ਹੋ ਗਈ, ਅਸਤੀਫੇ ਜਾਖੜ ਸਾਹਿਬ ਨੇ ਪ੍ਰਧਾਨਗੀ ਤੋਂ, ਇਧਰਲੇ ਪਾਸਿਓਂ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਕਹਿੰਦੇ ਆ ਕੈਬਨਿਟ ਮਿਨਿਸਟਰ ਦੇ ਅਹੁਦੇ ਤੋਂ ਦਿੱਤਾ, ਤੇ ਕੈਪਟਨ ਸਾਹਿਬ ਨੇ ਨਾਲ ਹੀ ਨਾਮਨਜ਼ੂਰ ਕਰਤੇ ਕਿ ਨਾ ਇਦਾਂ ਨਹੀਂ ਹੋਣੀ। ਪਰ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਿਆ। ਇਹ ਦੇਖੋ ਪ੍ਰੈਸ਼ਰ ਤਾਂ ਵਧਣਾ, ਪਰ ਜਿਹੜਾ ਤੁਸੀਂ ਹੁਣੇ ਗੱਲ ਕੀਤੀ ਕਿ ਵੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਕਰਕੇ ਰੌਲਾ, ਹੁਣ ਜੋ ਉੱਥੋਂ ਕਨਸੂਆਂ ਸਾਹਮਣੇ ਆਉਂਦੀਆਂ ਉਹ ਤੇ ਇਹ ਕਹਿੰਦੇ ਆ ਵੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਨਾਂ ਪਾਉਣ ਦੇ ਲਈ ਜਾਂ ਅੱਗੇ ਲਿਆਉਣ ਦੇ ਲਈ ਉਹਦੇ 'ਚ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਨਾਂ ਸੀ, ਕੁਝ ਲੀਡਰ ਹੋਰ ਵੀ ਸੀਗੇ। ਹੁਣ ਉਹ ਕਹਿੰਦੇ ਵੀ ਇਹ ਤਾਂ ਤੁਸੀਂ ਪਵਾਇਆ ਸੀ ਨਾ ਭਾਈ ਸਾਹਿਬ ਬੰਦੇ ਦਾ, ਜਿਹਦਾ ਕਰਕੇ ਰਿਪੋਰਟ ਖਰਾਬ ਹੋ ਗਈ। ਜਿਹੜੀਆਂ ਦੋ ਧਿਰਾਂ ਸੀ ਆਪਸ 'ਚ ਬਹਿਸ ਦੀਆਂ। ਹੁਣ ਇਸੇ ਚੀਜ਼ ਤੋਂ ਖਿੱਚ ਕੇ ਰੰਧਾਵਾ ਸਾਹਿਬ ਨੇ ਕਿਹਾ ਵੀ ਠੀਕ ਹੈ ਯਾਰ, ਜੇ ਤੁਹਾਨੂੰ ਲੱਗਦਾ ਵੀ ਮੇਰੇ ਵਾਲੇ ਬੰਦੇ ਨੇ ਕੰਮ ਖਰਾਬ ਕਰਤਾ ਤੇ ਮੈਂ ਜ਼ਿੰਮੇਵਾਰੀ ਚੱਕ ਲਈ, ਨਾਲੋਂ ਮੈਂ ਛੱਡਿਆ ਮੰਤਰੀ ਪਦ ਦਾ ਉਹਦਾ। ਨਾਲ ਕਹਿੰਦੇ ਸਵਾਲ ਦਾਗ ਤੇ ਵੀ ਬੰਦੇ ਤਾਂ 5 ਸੀ, ਬਾਕੀਆਂ ਨੇ ਕੀ ਕੀਤਾ, ਬਾਕੀ 4 ਕੀ ਉਹ ਕਿਹਦੇ ਸੀ, ਉਹ ਕਿੰਨੇ ਪਵਾਇਆ ਤੇ ਉਹਨਾਂ ਨੇ ਕੀ ਕੀਤਾ। ਜੇ ਇੱਕ ਬੰਦਾ ਗਲਤ ਕਰਦਾ ਸੀ ਤੇ ਤੁਸੀਂ ਇੰਨਾ ਚਿਰ ਦਾ ਕੀ ਕਰਦੇ ਸੀ? ਜੇ ਤੁਹਾਨੂੰ ਲੱਗਦਾ ਸੀ ਵੀ ਉਹ ਬੰਦਾ ਗਲਤੀ ਕਰ ਰਿਹਾ ਤਾਂ ਤੁਸੀਂ ਕਿਉਂ ਨਾ ਠੀਕ ਕੀਤਾ, ਤੇ ਜੇ ਤੁਹਾਨੂੰ ਇਹ ਲੱਗਦਾ ਸੀ ਵੀ ਬਾਕੀ 4 ਨੇ ਸਾਥ ਨਹੀਂ ਦਿੱਤਾ ਤੇ ਤੁਸੀਂ ਉਹਨਾਂ ਚਿਰ ਕੀ ਕੀਤਾ। ਹੁਣ ਹੋ ਸਕਦਾ ਵੀ ਫਿਲਹਾਲ ਦੇ ਲਈ ਤਾਂ ਇਸਤੀਫਾ ਨਾਮਨਜ਼ੂਰ ਹੋ ਗਿਆ, ਪਰ ਜੇ ਹੁਣ ਜਾਖੜ ਸਾਹਿਬ ਤੱਕ ਵੀ ਗੱਲ ਗਈ ਆ, ਉਹ ਕਹਿੰਦੇ ਵੀ ਮੈਂ ਕਾਂਗਰਸ ਪ੍ਰਧਾਨਗੀ ਛੱਡੀ, ਅਗਲੇ ਬੰਦੇ ਕਹਿੰਦੇ ਮੈਂ ਮੰਤਰੀ ਦਾ ਅਹੁਦਾ ਛੱਡਿਆ, ਹਾਲਾਂਕਿ ਉਹ ਅਸਤੀਫਾ ਨਾਮਨਜ਼ੂਰ ਕਰਤਾ, ਗੱਲ ਖਤਮ ਹੋ ਗਈ। ਪਰ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਇੱਥੋਂ ਤੱਕ ਨੌਬਤ ਆਮਣੇ ਸਾਹਮਣੇ ਬਹਿ ਕੇ ਆਉਂਦੀ ਹੈ ਤੂੰ ਮੈਂ ਤੱਕ, ਇੱਕ ਦੂਜੇ ਨੂੰ ਮਿਹਣੀ ਹੋਣ ਤੱਕ, ਤੇ ਜਿੰਨੀ ਛੇਤੀ ਇਹ ਨਿਬੇੜਨ ਦੀ ਕੋਸ਼ਿਸ਼ ਕਰ ਰਹੇ, ਮੈਨੂੰ ਲੱਗਦਾ ਨਹੀਂ ਵੀ ਇੰਨੀ ਛੇਤੀ ਗੱਲ ਕਿਸੇ ਤਣ ਪੱਤਨ ਲੱਗੇ। ਸੰਧਾਲੀਆ ਸਾਹਿਬ ਛੇਤੀ ਨਹੀਂ ਲੱਗਣੀ, ਪਰ ਇੰਨੀ ਗੱਲ ਕਲੀਅਰ ਹੋ ਗਈ, ਕਈ ਬੰਦੇ ਜਿਹੜੇ ਆ ਕੈਬਨਿਟ ਦੇ ਵਿੱਚ ਬੈਠੇ ਵੀ ਸਿਰਫ ਹਾਂ ਛਾਂ ਮਿਲਾਉਂਦੇ ਆ ਕਿ ਭਾਈ ਕੋਈ ਗੱਲ ਨਹੀਂ, ਬਾਕੀ ਕੱਲ੍ਹ ਨੂੰ ਜੋ ਹੁੰਦੀ ਦੇਖੀ ਜਾਓ, ਨਹੀਂ ਗੱਲ ਆ ਠੀਕ ਹੈ। ਤੇ ਕਈ ਬੰਦਿਆਂ ਨੂੰ ਐਂ ਲੱਗਦਾ ਕਿ ਭਾਈ ਲੋਕਾਂ ਨੂੰ ਜਾ ਕੇ ਜੇ ਜਵਾਬ ਦੇਣਾ ਤਾਂ ਜਵਾਬ ਦੇਵਾਂਗੇ ਕੀ। ਹੁਣ ਤੁਸੀਂ ਇਹ ਦੇਖੋ ਕਿ ਕੋਈ ਵੀ ਬੰਦਾ ਇਹ ਨਾ ਸੋਚੇ ਕਿ ਇਹ ਨਵਜੋਤ ਸਿੰਘ ਸਿੱਧੂ ਦੇ ਪ੍ਰੈਸ਼ਰ ਕਰਕੇ ਹੋਇਆ, ਅਕਾਲੀ ਦਲ ਦੇ ਪ੍ਰੈਸ਼ਰ ਕਰਕੇ ਹੋਇਆ, ਜਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਸਾਰੇ ਰਲੇ ਹੋ ਤਾਂ ਕਰਕੇ ਹੋਇਆ। ਨਾ, ਇਹ ਲੋਕਾਂ ਦੇ ਪ੍ਰੈਸ਼ਰ ਕਰਕੇ ਹੋਇਆ। ਕਿਉਂਕਿ ਜਿਸ ਦਿਨ ਦੀ ਰਿਪੋਰਟ ਡਿੱਗੀ ਆ ਮੁੱਧੜੇ ਮੂੰਹ, ਪੰਜਾਬ ਦੇ ਲੋਕਾਂ ਨੇ ਕਿਹੜਾ ਲੀਡਰ ਹੈ ਜਿਹਨੂੰ ਸਵਾਲ ਨਹੀਂ ਪੁੱਛੇ, ਚਾਹੇ ਉਹ ਸੋਸ਼ਲ ਮੀਡੀਆ ਤੇ ਹੋਣ, ਜਦੋਂ ਪੱਤਰਕਾਰ ਲੋਕਾਂ ਦੇ ਕੋਲੇ ਜਾਂਦੇ ਆ ਤੇ ਰਿਪੋਰਟਾਂ ਗਰਾਊਂਡ ਦੀਆਂ ਬਣਾਉਂਦੇ ਆ ਕਿ ਭਾਈ ਤੁਹਾਨੂੰ ਕਿਹਦੇ ਤੇ ਯਕੀਨ ਆ, ਕੀ ਹੋਇਆ, ਗਲਤੀ ਕਿਹਦੀ ਲੱਗਦੀ ਹੈ। ਮਾਮਲਾ ਕੈਪਟਨ ਸਾਹਿਬ ਤੱਕ ਵੀ ਪਹੁੰਚਦਾ ਹੋਣਾ, ਉਹਨਾਂ ਦੇ ਮੰਤਰੀਆਂ ਤੱਕ ਵੀ ਪਹੁੰਚਦਾ ਹੋਣਾ। ਇਹ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਪ੍ਰੈਸ਼ਰ ਹੈ। ਜੇ ਰਾਜਨੀਤਿਕ ਲੀਡਰਾਂ ਦੀ ਮੰਨੀਏ ਤਾਂ 6 ਸਾਲਾਂ ਦੇ ਵਿੱਚ ਉਹ ਤਾਂ ਮੁੱਦੜੇ ਮੂੰਹ ਪਾ ਚੁੱਕੇ ਸੀ ਮੁੱਦੇ ਨੂੰ। ਉਹਨਾਂ ਦੇ ਹਿਸਾਬ ਦੇ ਨਾਲ ਦੇ ਮੁੱਦਾ ਹੀ ਨਹੀਂ ਸੀ ਰਿਹਾ। ਉਹਨਾਂ ਦੇ ਹਿਸਾਬ ਦੇ ਨਾਲ ਮੁੱਦਾ ਜਾਂ ਕਰੋਨਾ ਹੈ ਤੇ ਜਾਂ ਖੇਤੀਬਾੜੀ ਅੰਦੋਲਨ ਹੈ। ਬੇਅਦਬੀ ਵਾਲਾ ਮੁੱਦਾ ਤਾਂ ਉਹ ਐ ਲਪੇਟ ਚੁੱਕੇ ਸੀ ਕਿ ਭਾਈ ਹੁਣ ਨਹੀਂ ਆਉਣਾ। ਪਰ ਜਿਸ ਤਰੀਕੇ ਲੋਕਾਂ ਦੀ ਪ੍ਰਤੀਕਿਰਿਆ ਇਹਦੇ ਤੇ ਆਈ ਹੈ, ਉਸ ਪ੍ਰਤੀਕਿਰਿਆ ਤੋਂ ਬਾਅਦ ਲੀਡਰ ਇੰਡੀਵਿਜੂਅਲੀ ਵੀ ਹਿੱਲੇ ਆ, ਵਿਅਕਤੀਗਤ ਤੌਰ ਤੇ ਵੀ ਹਿੱਲੇ ਆ ਕਿ ਭਾਈ 8-10 ਮਹੀਨੇ ਇਲੈਕਸ਼ਨ 'ਚ ਰਹਿ ਗਏ, ਲੋਕਾਂ ਨੂੰ ਜਵਾਬ ਕੀ ਦੇਣਾ। ਤੇ ਦੂਸਰਾ, ਪਾਰਟੀ ਪੱਧਰ ਦੇ ਉੱਤੇ ਵੀ ਚਰਚਾ ਚੱਲਣ ਲੱਗ ਪਈ ਆ ਕਿ ਭਾਈ ਕੱਲ੍ਹ ਨੂੰ ਔਖੇ ਹੋ ਜਾਣਗੇ, ਹੁਣ ਹੀ ਕੁਝ ਕਰ ਸਕਦੇ ਆ ਤਾਂ ਕਰ ਲਓ। ਪਰ ਇਹਦੇ 'ਚ WhatsApp ਇੱਕ ਗੱਲ ਆਪਾਂ ਅਕਾਲੀ ਦਲ ਦੀ ਵੀ ਕਰ ਲਈਏ। ਹੁਣ ਉੱਧਰੋਂ ਵੀ ਮਜੀਠੀਆ ਸਾਹਿਬ ਨਾਲ ਚੀਮਾ ਸਾਹਿਬ ਬੈਠੇ ਆ, ਉਹਨਾਂ ਨੇ ਵੀ ਜਿਸ ਹਿਸਾਬ ਨਾਲ ਇਲਜ਼ਾਮ ਲਾਏ, ਇਹ ਵੀ ਦੇਖੋ ਜੀ ਇਹਦੇ ਤੇ ਅਸਤੀਫਾ ਚਾਹੀਦਾ, ਕਿਉਂਕਿ ਗ੍ਰਹਿ ਮੰਤਰਾਲਾ ਕੈਪਟਨ ਸਾਹਿਬ ਕੋਲੇ ਆ, ਮੁਖੀ ਉਹ ਨੇ, ਤੇ ਜੋ ਕੁਝ ਉਹਨਾਂ ਨੇ ਪਿਛਲੇ ਸਮੇਂ 'ਚ ਕੀਤਾ, ਇੱਕ ਫਰੇਮ ਕਰਕੇ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਅਸਤੀਫਾ ਦੇਣਾ ਬਣਦਾ। ਨਾਲ ਸਿੱਧੂ ਸਾਹਿਬ ਦਾ ਨਾਂ ਲੈਤਾ, ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਨਾਂ ਲੈਤਾ, ਸੁਖਜਿੰਦਰ ਰੰਧਾਵਾ ਹੋਰਾਂ ਦਾ ਨਾਂ ਲੈਤਾ, ਪ੍ਰਤਾਪ ਬਾਜਵਾ ਦੀ ਗੱਲ ਤ੍ਰਿਪਤਰਜਿੰਦਰ ਬਾਜਵਾ ਹੋਰਾਂ ਦਾ ਨਾਂ ਲੈਤਾ। ਹੁਣ ਇਹਨਾਂ ਬੰਦਿਆਂ ਨੂੰ ਉਹ ਕਹਿੰਦੇ ਵੀ ਭਾਈ ਸਾਹਿਬ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਅਦਾਲਤ ਨੇ ਕਰਤਾ ਵੀ ਹੋਇਆ ਤਾਂ ਉਦੋਂ ਕੁਝ ਵੀ ਨਹੀਂ, ਤੇ ਜੋ ਕੁਝ ਹੋਇਆ ਉਹ ਹੇਠਲੇ ਲੈਵਲ ਤੇ ਹੋਇਆ ਸੀ। ਆਪਣੇ ਤੌਰ ਤੇ ਜਾਂਚ ਵੀ ਕਰਾਈ, ਪਰ ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਬਾਦਲ ਪਰਿਵਾਰ ਤੱਕ ਇਹ ਚੀਜ਼ ਲੈ ਕੇ ਜਾਣੀ ਹੈ, ਤੇ ਜਿੱਥੋਂ ਤੱਕ ਇਹ ਲੈ ਕੇ ਜਾਣ ਦੇ ਲਈ ਸਾਰਾ ਕੁਝ ਇਹਨਾਂ ਨੇ ਘੜਿਆ ਘੜਾਇਆ। ਅਖੀਰ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ। ਇੱਕ ਮੇਰਾ ਖਿਆਲ ਅਕਾਲੀ ਦਲ ਨੇ ਆਪਣੇ ਵਕੀਲ ਸਾਹਿਬ ਵੱਲੋਂ ਇੱਕ ਵੀਡੀਓ ਵੀ ਪੇਸ਼ ਕੀਤੀ ਆ, ਜਿਹਦੇ 'ਚ ਇਹ ਜ਼ਿਕਰ ਕਰਦੇ ਆ ਵੀ ਦੇਖੋ ਜੀ CM ਸਾਹਿਬ ਦਾ ਜਾਂ ਡਿਪਟੀ CM ਸਾਹਿਬ ਦਾ ਤਾਂ ਕਿਤੇ ਕੋਈ ਨਾਂ ਹੀ ਨਹੀਂ ਸੀ, ਤੇ ਨਾ ਕੋਈ ਉੱਥੇ ਗੱਲ ਹੀ ਬਣਦੀ। ਐਂਡ ਇਸੇ ਚੀਜ਼ ਨੂੰ ਜੱਜ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਧੱਕੇ ਨਾਲ ਕੱਲ੍ਹ ਹੀ ਫਰੇਮ ਕਰਦੇ ਹੋ। ਹਾਂ, ਇਹ ਜ਼ਰੂਰ ਹੈ ਵੀ ਅਦਾਲਤ ਨੇ ਕਿਹਾ ਵੀ ਫੈਸਲਾ ਜਿਹੜਾ ਉਹ ਇਹੋ ਜਿਹਾ ਆਉਣਾ ਚਾਹੀਦਾ ਵੀ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਇਨਸਾਫ ਮਿਲ ਜੇ, ਤੇ ਜਿਹੜੇ ਪੁਲਿਸ ਵਾਲਿਆਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਇਨਸਾਫ ਮਿਲ ਜੇ। ਹੁਣ ਸਮਝ ਨਹੀਂ ਆਈ ਵੀ ਇਹ ਇਨਸਾਫ ਸਾਰੇ ਬੰਦੇ ਚਾਹੁੰਦੇ ਨੇ, ਤੇ ਫਿਰ ਗਲਤੀ ਕਿਹਦੀ ਹੈ? ਆਪੋ ਆਪਣੇ ਹਿਸਾਬ ਨਾਲ ਚਾਹੁੰਦੇ, ਲੋਕਾਂ ਦੇ ਹਿਸਾਬ ਨਾਲ ਨਹੀਂ ਚਾਹੁੰਦੇ। ਤੁਸੀਂ ਸੰਧਾਲੀਆ ਸਾਹਿਬ ਦੇਖੋ, ਇਹ ਕਿੱਡੀ ਹੈਰਾਨੀ ਦੀ ਤੇ ਨਿਰਾਸ਼ ਕਰਨ ਵਾਲੀ ਗੱਲ ਹੈ। ਜਿਹੜਾ ਬੰਦਾ ਪੀੜਤ ਆ, ਜਿਹਦੇ ਪਰਿਵਾਰ ਦੇ ਜੀ ਚਲੇ ਗਏ, ਜਾਂ ਜਿਹੜਾ ਬੰਦਾ ਜ਼ਖਮੀ ਹੋਇਆ, ਜਾਂ ਪੁਲਿਸ ਵਾਲਾ ਵੀ ਜ਼ਖਮੀ ਹੋਇਆ, ਉਸ ਬੰਦੇ ਤੋਂ 5-5 ਵਾਰੀ ਗਵਾਹੀਆਂ ਲਈਆਂ ਜਾ ਚੁੱਕੀਆਂ, ਸਬੂਤ ਲਏ ਜਾ ਚੁੱਕੇ ਆ, ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹਾਂਜੀ, ਕੀ ਹੋਇਆ ਫਿਰ ਉਦਣ? ਉਹ ਬੰਦਾ ਦੱਸਦਾ ਜੀ ਪਾਪਾ ਜੀ ਉੱਥੇ ਗਏ ਸੀ, ਫਿਰ ਉਹਨਾਂ ਦੇ ਗੋਲੀ ਲੱਗ ਗਈ ਜਾਂ ਕੁਝ ਵੀ ਹੋ ਗਿਆ, ਉੱਥੋਂ ਪੱਤਰੇ ਪਾੜੇ ਗਏ ਸੀ, ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਰੇ। 5-5, 6-6 ਵਾਰੀ ਦੱਸ ਚੁੱਕੇ ਆ।
ਤੇ ਅਜੇ ਤੱਕ ਵੀ ਤੁਸੀਂ ਦੇਖ ਲਓ ਕਿ ਉਹ ਲੀਡਰਾਂ ਦੇ ਉੱਤੇ ਕੀ ਭਰੋਸਾ ਕਰਨ। ਤੁਸੀਂ ਸਿਨੈਰੀਓ ਦੇਖੋ ਕਿ ਪੰਜਾਬ ਦੀ ਲੀਡਰਸ਼ਿਪ ਨੇ ਲੋਕ ਦੁਬਿਧਾ ਦੁਚਿੱਤੀ 'ਚ ਕਿੱਦਾਂ ਪਾਏ ਆ। ਨਵਜੋਤ ਸਿੰਘ ਸਿੱਧੂ ਦੀ ਜੇ ਮੰਨੀਏ, ਮੰਨ ਲਓ ਕਿ ਨਵਜੋਤ ਸਿੰਘ ਸਿੱਧੂ ਸੱਚ ਬੋਲਦਾ ਹੈ, ਉਹ ਬੰਦਾ ਕਹਿੰਦਾ ਦੋਨਾਂ ਵੱਡੇ ਬਾਦਲਾਂ ਦੇ ਨਾਂ ਕਾਹਤੋਂ ਨਹੀਂ ਵਿੱਚ। ਅਕਾਲੀ ਦਲ ਦੇ ਵਕੀਲ ਸਾਹਿਬ ਅਕਾਲੀ ਦਲ ਵੱਲੋਂ ਵੀਡੀਓ ਜਾਰੀ ਕਰਦੇ ਕਿ ਉਹਨਾਂ ਦਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ। ਤੀਸਰੇ ਪਾਸੇ ਅਦਾਲਤ ਕਹਿੰਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪੱਖਪਾਤ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਕਿ ਬੰਦਾ ਬੜਾ ਵਧੀਆ ਤੇ ਉਹਦੀ ਰਿਪੋਰਟ ਵੀ ਠੀਕ ਹੈ ਤੇ ਬੰਦਾ ਵੀ ਠੀਕ ਹੈ। ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਨਾ 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 ਨਾ, ਇਹ ਸਾਰੇ ਹੀ ਬੰਦੇ ਗਲਤ ਨੇ, ਇਹ ਰਲਿਓ ਆ, ਰਲ ਮਿਲ ਕੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ। ਹੁਣ ਆਮ ਬੰਦਾ ਜਿਹੜਾ ਵੱਟ ਤੇ ਬੈਠਾ ਘਾਹ ਖੋਤਦਾ, ਜਾਂ ਜਿਹੜਾ ਬੇਰੁਜ਼ਗਾਰ ਟੈਂਕੀ ਦੇ ਉੱਤੇ ਚੜਿਆ ਹੈ, ਜਾਂ ਜਿਹੜਾ ਬੰਦਾ ਫੈਕਟਰੀ ਦੇ ਵਿੱਚ ਕੰਮ ਕਰਦਾ, ਜਾਂ ਜਿਹੜੇ ਬੰਦੇ ਦੇ ਪਰਿਵਾਰ ਦਾ ਜੀ ਕੋਵਿਡ ਦੇ ਕਰਕੇ ਹਸਪਤਾਲ ਦੇ ਅੰਦਰ ਦਾਖਲ ਹੈ ਤੇ ਉਹ ਬਾਹਰਲੇ ਪਾਸੇ ਹਸਪਤਾਲ ਦੇ ਵਿੱਚ ਐਂ ਬੈਠਾ ਕਿ ਮਹਾਰਾਜ ਸੁੱਖ ਰੱਖੀ, ਉਹ ਬੰਦਾ ਜਦੋਂ ਇੱਕੋ ਵਾਰੀ 7 ਬਿਆਨ ਸੁਣਦਾ, ਕਿਉਂਕਿ ਸੋਸ਼ਲ ਮੀਡੀਆ ਤੇ ਠਾ 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 ਕਰਕੇ ਡਿੱਗਦੇ ਨਾ, ਮੈਨੂੰ ਲੱਗਦਾ ਕਿ ਕਰੋਨਾ ਵਾਲਾ ਭਾਵੇਂ ਵੱਜਿਆ ਉਹਦਾ ਦਿਮਾਗ ਖਰਾਬ ਹੋ ਜਾਣਾ ਬਾਹਰ ਬੈਠੇ ਦਾ। ਨਹੀਂ, ਹੋਇਆ ਵਾਲੀ ਗੱਲ ਹੀ ਹੈ। ਵੈਸੇ ਵੀ ਹੁਣ ਭਗਵੰਤ ਸਿੰਘ ਮਾਨ ਪ੍ਰਧਾਨ ਨੇ ਅਗਲੇ ਆਮ ਆਦਮੀ ਪਾਰਟੀ ਦੇ, ਉਹ ਹੁਣ ਇਸੇ ਚੀਜ਼ ਦੇ ਉੱਪਰ ਹੀ ਆ ਕੇ ਕੇਂਦਰਿਤ ਹੋ ਗਏ। ਫੇਰ ਬਿਆਨ ਉਹਨਾਂ ਦਾ, ਉਹ ਕਹਿੰਦੇ ਆਹ ਦੇਖੋ, ਮੈਂ ਤਾਂ ਤੁਹਾਨੂੰ ਕਦੋਂ ਦਾ ਕਹਿੰਦਾ ਸੀ ਵੀ ਕੈਪਟਨ ਨੇ ਬਾਦਲ ਬਚਾ ਲੈਣੇ ਆ, ਕਿਉਂਕਿ ਬਾਦਲਾਂ ਨੇ ਕੈਪਟਨ ਬਚਾਇਆ ਸੀ। ਹੁਣ ਜਿਹੜਾ ਉਹਨਾਂ ਦੀ ਸ਼ੈਲੀ ਆ, ਜਿਹੜਾ ਉਹਨਾਂ ਦਾ ਤਰੀਕਾ ਮਾਨ ਸਾਹਿਬ ਦਾ ਗੱਲ ਕਰਨ ਦਾ, ਮੈਨੂੰ ਇਹ ਲੱਗਦਾ ਵੀ ਜੇ ਇਸੇ ਤਰ੍ਹਾਂ ਘੜੀਸਦਾ ਧੂੰਦਾ ਮੁੱਦਾ 2022 ਦੀਆਂ ਇਲੈਕਸ਼ਨਾਂ ਤੱਕ ਚਲੇ ਗਿਆ, ਤੇ ਜੇ ਹਿਸਾਬ ਨਾਲ ਬੰਦਾ ਉਹ ਖੁਰਲੀਆਂ ਤੇ ਚੜ੍ਹ ਕੇ, ਰੇਹੜਿਆਂ ਤੇ ਚੜ੍ਹ ਕੇ, ਟਰੈਕਟਰਾਂ ਤੇ ਚੜ੍ਹ ਕੇ ਭੰਡਦਾ ਹੁੰਦਾ, ਆਉਣ ਵਾਲੇ ਦਿਨਾਂ ਦੇ ਵਿੱਚ ਪੈਰ ਜੇ ਉਹਨੇ ਪਿਛਲੀ ਰਾਂ ਅਕਾਲੀ ਦਲ ਦੇ ਨਹੀਂ ਲੱਗਣ ਦਿੱਤੇ ਤੇ ਕਾਂਗਰਸ ਨੂੰ ਵੀ ਨਾ ਰਗੜੂਗਾ। ਨਹੀਂ, ਪੂਰੀ ਤੁਸੀਂ ਦੇਖੋ ਕਿ ਉਹਦੇ ਕੋਲ ਭਗਵੰਤ ਮਾਨ ਕੋਲ ਕਿੱਡਾ ਵੱਡਾ ਮੁੱਦਾ ਆਇਆ ਜਾਂ ਆਮ ਆਦਮੀ ਪਾਰਟੀ ਦੇ ਕੋਲੇ, ਕਿ ਉਹ ਬੰਦਾ ਜਿੱਦਾਂ ਬੀਬੀ ਭੱਠਲ ਹੋਰਾਂ ਦੇ ਘਰ ਦੇ ਮੂਹਰੇ ਇੱਕ ਨੀਂਹ ਪੱਥਰ ਰੱਖਿਆ ਸੀ ਜਦੋਂ ਪਿਛਲੀਆਂ ਪੀਪੀਪੀ ਵਾਲੀਆਂ ਚੋਣਾਂ ਦੇ ਵਿੱਚ ਉਹ ਲਹਿਰੇ ਗਾਗਿਓਂ ਖੜੇ ਸੀ, ਉਦੋਂ ਬੀਬੀ ਭੱਠਲ ਦੇ ਘਰ ਦੇ ਬਾਹਰ ਨੀਂਹ ਪੱਥਰ ਦੇ ਉੱਪਰ ਖੜ ਕੇ ਬੰਦਾ ਭਾਸ਼ਣ ਦਿੰਦਾ ਸੀ। ਹੁਣ ਐਤਕੀ ਵੀ ਮੰਨ ਲਓ ਕਿ ਉਹ ਗੱਡੇ ਤੇ ਖੜਾ ਹੈ ਜਾਂ ਟਰਾਲੀ ਤੇ ਖੜਾ ਹੈ ਜਾਂ ਕਿਸੇ ਘਰ ਦੀ ਕੰਧ ਦੇ ਉੱਤੇ ਖੜਾ ਹੈ, ਤੇ ਉੱਥੇ ਖੜੇ ਕੋ ਕਹਿੰਦਾ ਜੀ ਦੇਖੋ ਮੇਰੀ ਨਾ ਮੰਨੋ, ਤੁਸੀਂ ਦੱਸੋ ਕਿ 2015 ਤੋਂ 17 ਤੱਕ ਅਕਾਲੀਆਂ ਦੇ ਰਾਜ 'ਚ ਇਨਸਾਫ ਮਿਲਿਆ? ਉਹਨਾਂ ਕਹਿਣਾ ਨਹੀਂ। ਹੁਣ 17 ਤੋਂ 22 ਤੱਕ ਇਨਸਾਫ ਮਿਲਿਆ ਨਹੀਂ, ਫਿਰ ਵੋਟਾਂ ਕਿਹਦੀਆਂ ਬਣਦੀਆਂ? ਉਹ ਤਾਂ ਇਹਦੀ ਪੁੱਛਦਾ ਹੁੰਦਾ ਕਿ ਸਾਨੂੰ ਨਾ ਪਾਓ, ਦੱਸੋ ਵੋਟਾਂ ਕਿਹਦੀਆਂ ਬਣਦੀਆਂ। ਹੁਣ ਜਦੋਂ ਉਸ ਪੇਂਡੂ ਲਹਿਜ਼ੇ ਦੇ ਵਿੱਚ ਗੱਲ ਕਰੂਗਾ, ਆਮ ਆਦਮੀ ਪਾਰਟੀ ਦੇ ਪੈਰ ਹੇਠ ਬਟੇਰਾ ਆ ਗਿਆ, ਪਰ ਜੋ ਕੁਝ ਲੋਕਾਂ ਦੇ ਪੈਰ ਹੇਠ ਮਾੜੀ ਮੋਟੀ ਜ਼ਮੀਨ ਸੀ ਨਾ, ਉਹ ਸਾਡੇ ਬਾਕੀ ਸਿਆਸਤਦਾਨਾਂ ਦੇ ਬੈਨਾਂ ਨੇ ਕੱਢ ਦਿੱਤੀ ਹੈ। ਹੁਣ ਆਮ ਬੰਦਾ ਦੇਖੋ ਕੀ ਸੋਚੂਗਾ। ਜੇ ਤਾਂ ਨਾ 5-7 ਬੋਰੀਆਂ ਕਣਕ ਦੀਆਂ ਇੱਧਰ ਉੱਧਰ ਕੀਤੀਆਂ ਹੁੰਦੀਆਂ, ਜੇ 5-7 ਟਰਾਲੀਆਂ ਰੇਤਾ ਦੀਆਂ ਵੱਧ ਕੱਢ ਲਈਆਂ ਹੁੰਦੀਆਂ, ਜਾਂ ਕਿਸੇ ਨੂੰ ਨੌਕਰੀ ਤੇ ਲਾਉਣ ਲਈ 4 ਪੈਸੇ ਕਿਸੇ ਨੇ ਵੱਟ ਲਏ ਹੁੰਦੇ, ਜਾਂ ਸ਼ਰਾਬ ਦੇ ਠੇਕਿਆਂ ਦੇ ਵਿੱਚ ਹਿੱਸੇਦਾਰੀ ਲੀਡਰਾਂ ਨੇ ਹੋਰ ਵਧਾ ਲਈ ਹੁੰਦੀ, ਜਾਂ 5-7 ਹੋਟਲ ਜਾਂ ਟਰਾਂਸਪੋਰਟ ਦਾ ਕੰਮ ਵੱਧ ਗਿਆ ਹੁੰਦਾ, ਕੋਈ ਸਮੱਸਿਆ ਨਹੀਂ ਸੀ। ਪੰਜਾਬ ਦੇ ਲੋਕ ਦੰਦਾਂ ਥੱਲੇ ਜੀਭ ਲੈਣੀ ਗਿੱਝ ਗਏ ਆ ਕਿ ਭਾਈ ਕੋਈ ਗੱਲ ਨਹੀਂ, ਚਲੋ ਯਾਰ ਇਹਨਾਂ ਨੇ ਮਾੜਾ ਮੋਟਾ ਕਰਨਾ ਹੀ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਵੇ, ਉਸ ਬੇਅਦਬੀ ਨੂੰ ਵੀ ਇਦਾਂ ਹੀ ਲੈਣ ਜਿੱਦਾਂ ਕਲਰਕਾਂ ਦੀ ਭਰਤੀ ਦਾ ਰੌਲਾ ਹੁੰਦਾ। ਇਹ ਕੋਈ ਚੌਟਾਲਿਆਂ ਨੇ ਜੇਬੀਟੀ ਵਾਲੇ ਅਧਿਆਪਕ ਭਰਤੀ ਕਰਕੇ ਘਟਾਲਾ ਨਹੀਂ ਕੀਤਾ ਆ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ। ਤੇ ਰੋਲੀ ਕਿੱਦਾਂ ਜਾਂਦੇ ਆ ਮੁੱਦੇ ਨੂੰ, ਕਮਾਲ ਹੋ ਗਈ ਆ। ਨਹੀਂ ਚਲੋ, ਉਹ ਹੁਣ ਤਾਂ ਬਾਬੇ ਦੁਬਾਰਾ ਸਰਗਰਮ ਹੋ ਗਿਆ। ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਕਿਹਾ ਵੀ ਆਪਾਂ ਹੁਣ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਸੋਨੇ ਦੇ ਤਮਗੇ ਨਾਲ ਸਨਮਾਨ ਕਰਨਾ ਦਰਬਾਰ ਸਾਹਿਬ ਦੇ ਬਾਹਰ ਉਸ ਗਲਿਆਰੇ ਦੇ ਵਿੱਚ। ਹੁਣ ਮੈਨੂੰ ਸਮਝ ਨਹੀਂ ਆਈ ਵੀ ਜਦੋਂ ਜਾਂਚ ਜੀ ਚੱਲਦੀ ਰਹਿੰਦੀ ਹੈ, ਅਚਾਨਕ ਤੋਂ ਬਾਬੇ ਇਕਾਂਤਵਾਸ ਚਲੇ ਜਾਂਦੇ ਆ। ਉਸ ਤੋਂ ਬਾਅਦ ਜਦੋਂ ਕੋਈ ਨਾ ਕੋਈ ਮੁੱਦਾ ਆਉਂਦਾ, ਫਿਰ ਹੁਣ ਦਾਦੂਵਾਲ ਸਾਹਿਬ ਆਏ, ਹੋ ਸਕਦਾ ਦਾਦੂਵਾਲ ਸਾਹਿਬ ਵੱਲ ਵੇਖ ਕੇ ਉਹ ਮੰਡ ਸਾਹਿਬ ਆ ਜਾਣ, ਕੋਈ ਉਹਨਾਂ 'ਚੋਂ ਹੋਰ ਆ ਜਾਵੇ, ਫਿਰ ਕੋਈ ਨਾ ਕੋਈ ਹੋਰ ਜਥੇਬੰਦੀ ਆ ਜਾਵੇ। ਹੁਣ ਜਦੋਂ ਇਹ ਮੁੱਦਾ ਜਿਹਾ ਗਰਮ ਹੁੰਦਾ, ਧੱਕਾ ਕਰਦੇ ਹੋ। ਅਜਨਾਲਾ ਸਾਹਿਬ ਦਾ ਨਾਂ ਨਹੀਂ ਲਿਆ। ਅਜਨਾਲਾ ਸਾਹਿਬ ਵੱਖਰੇ ਉਹਨਾਂ ਤੋਂ? ਨਹੀਂ, ਤੁਸੀਂ ਨਾਂ ਨਹੀਂ ਨਾ ਲਿਆ, ਕਿਉਂਕਿ 3 ਸੀਗੇ ਉਦੋਂ ਜਿਹੜੇ ਮੇਨ ਬੰਦੇ। ਨਹੀਂ, ਅਜਨਾਲਾ ਸਾਹਿਬ ਵੱਖਰੇ ਨਹੀਂ ਹੋ ਗਏ ਸੀ? ਨਹੀਂ, ਹੋ ਤਾਂ ਗਏ ਸੀ, ਪਰ ਹੈਗੇ ਤਾਂ ਹੈ ਨਾ। ਅੱਛਾ, ਉਹਨਾਂ ਦਾ ਨਾਮ ਵੱਖਰਾ। ਚਲੋ ਅਜਨਾਲਾ ਸਾਹਿਬ ਹੋ ਗਏ, ਫਿਰ ਐਂ ਤਾਂ ਫਿਰ ਮੰਡ ਸਾਹਿਬ ਦੇ ਨਾਂ, ਮੰਡ ਸਾਹਿਬ ਦਾ ਕਾਰਜਕਾਰੀ ਨੇ, ਫਿਰ ਜਹੇਦਾਰ ਹਵਾਰਾ ਹੋਰਾਂ ਦਾ ਨਾਂ ਲੈਣਾ ਚਾਹੀਦਾ। ਚਲੋ ਠੀਕ ਹੈ ਜੀ, ਜਹੇਦਾਰ ਤਾਂ ਫਿਰ ਉਹ ਨੇ ਠੀਕ ਹੈ ਜੀ। ਇਸ ਕਰਕੇ ਚਲੋ ਮੈਂ ਉਹ ਨਹੀਂ ਕਹਿੰਦਾ ਵੀ ਕੌਣ ਆ ਕੌਣ ਨਹੀਂ। ਸਵਾਲ ਇਹ ਹੈ ਵਾਟ ਸਾਹਿਬ ਕਿ ਵੀ ਜਿੰਨਾ ਚਿਰ ਮੁੱਦਾ ਖਬਰਾਂ 'ਚ ਆ, ਉਨਾ ਚਿਰ ਆਪਾਂ ਵੀ ਖਬਰਾਂ 'ਚ ਆ। ਜਦੋਂ ਮੁੱਦਾ ਇੱਕ ਵਾਰ ਠੰਡਾ ਹੋ ਜਾਂਦਾ, ਫਿਰ ਉਸ ਤੋਂ ਬਾਅਦ ਆਪਾਂ ਵੀ ਚੇਤਾ ਭੁਲਾ। ਮੈਂ ਕਿਸੇ 'ਤੇ ਇਲਜ਼ਾਮ ਨਹੀਂ ਲਾਉਂਦਾ, ਪਰ ਹਰੇਕ ਨੂੰ ਆਪਣੇ ਅੰਦਰ ਝਾਤੀ ਦੇ ਮਾਰਨੀ ਚਾਹੀਦੀ ਹੈ ਨਾ, ਵੀ ਜੇ ਮੰਨ ਲਓ ਮੈਂ ਕਿਸੇ ਮੁੱਦੇ ਨੂੰ ਚੱਕ ਰਿਹਾ ਤੇ ਕੀ ਉਹ ਮੁੱਦਾ ਖਤਮ ਹੋ ਗਿਆ ਵੀ ਉਸ ਤੋਂ ਬਾਅਦ ਉਹਦੀ ਗੱਲ ਨਾ ਕੀਤੀ ਜਾਵੇ, ਤੇ ਜੇ ਮੁੱਦਾ ਹੁਣ ਦੁਬਾਰਾ ਚਰਚਾ ਦਾ ਫਿਰ ਮੇਰਾ ਹੱਕ ਬਣਦਾ ਮੈਂ ਉੱਤੇ ਗੱਲ ਕਰਾਂ। ਜ਼ਰੂਰੀ ਹੈ ਜੀ, ਜ਼ਰੂਰੀ ਹੈ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਬੜੀ ਕਲੀਅਰ ਆ ਕਿ ਪਿਛਲੇ ਤਕਰੀਬਨ 1 ਸਾਲ ਦੇ ਵਿੱਚ ਕੋਈ ਖਾਸ ਸਰਗਰਮੀ ਨਹੀਂ ਆਪਾਂ ਨੂੰ ਇਹਨਾਂ ਪੰਥਕ ਆਗੂਆਂ ਦੀ ਦਿਸੀ। ਹਾਂ, ਮੀਟਿੰਗਾਂ ਕਰਦੇ ਹੋਣਗੇ, ਪ੍ਰੈਸ ਕਾਨਫਰੰਸਾਂ ਕਰਦੇ ਹੋਣਗੇ, ਪਰ ਜ਼ਰੂਰੀ ਥੋੜ੍ਹੀ ਹੈ ਕਿ ਜੇ ਬਰਗਾੜੀ ਦੇ ਵਿੱਚ ਮੋਰਚੇ 'ਚ 25,000 ਸੰਗਤ ਰੋਜ਼ ਆਉਂਦੀ ਹੈ ਤਾਂ ਆਪਾਂ ਤਾਂ ਹੀ ਬਹਿਣਾ। ਹੋ ਸਕਦਾ ਕਿਸੇ ਦਿਨ ਕੋਈ ਵੀ ਨਾ ਆਵੇ, ਪਰ ਸੰਘਰਸ਼ ਤਾਂ ਜਾਰੀ ਰਹਿਣਾ ਚਾਹੀਦਾ। ਜਾਂ ਕਹੋ ਇਨਸਾਫ ਮਿਲ ਗਿਆ, ਹੁਣ ਠੀਕ ਹੈ, 골ਡ ਮੈਡਲ ਦੇਣਾ ਚਾਹੀਦਾ, ਕੋਈ ਗੱਲ ਨਹੀਂ, ਜਿੱਦਾਂ ਮਰਜ਼ੀ ਕਰ ਲਓ, ਤਾਂ ਤੁਹਾਡੀ ਆਪੋ ਆਪਣੀ ਹਰ ਬੰਦੇ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਹੁਣ ਤਾਂ ਸੁਖਨਾ ਪਿਰਮਲ ਸਿੰਘ ਖਾਲਸਾ ਹੋਰੀ, ਸੁਖਪਾਲ ਸਿੰਘ ਖਹਿਰਾ ਹੋਰੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਹੋਰੀ, ਉਹ ਸਾਰਿਆਂ ਨੇ ਵੀ ਇਕੱਠੇ ਹੋ ਕੇ ਮੀਟਿੰਗ ਕੀਤੀ ਹੈ। ਭਾਈ ਕੇਵਲ ਸਿੰਘ ਜੀ ਸਾਬਕਾ ਜਥੇਦਾਰ, ਉਹਨਾਂ ਨੇ ਵੀ ਕਿਹਾ ਕਿ ਅਗਲੀ ਮੀਟਿੰਗ ਦੇ ਵਿੱਚ ਆਪਾਂ ਫੈਸਲਾ ਲਵਾਂਗੇ ਕਿ ਕਰਨਾ ਕੀ ਹੈ। ਪਰ ਕੁੱਲ ਮਿਲਾ ਕੇ
ਆ ਜੋ ਕੁਝ ਘੱਟ ਵਾਪਰ ਰਿਹਾ ਨਿਰੀਪੁਰੀ ਸਿਆਸਤ ਹੈ। ਹਰ ਇੱਕ ਪਾਸੇ ਤੋਂ ਕਿਸੇ ਨੂੰ ਲੱਗਦਾ ਕਿ ਮੈਨੂੰ ਸੁੱਖ ਦਾ ਸਾਹ ਆ ਗਿਆ, ਕਿਸੇ ਨੂੰ ਲੱਗਦਾ ਕਿ ਪਾਰਟੀ ਦੇ ਵਿੱਚ ਬਗਾਵਤ ਹੋਣ ਲੱਗ ਪਈ, ਸਾਡੀ ਘਿੰਡੀ ਮਰੋੜੀ ਜਾਣ ਲੱਗ ਪਈ ਹੈ, ਪਰ ਇਨਸਾਫ ਅਜੇ ਲੋਕਾਂ ਦੀ ਪਹੁੰਚ ਤੋਂ ਸੰਧਾਲੀਆ ਸਭ ਦੂਰ ਲੱਗਦਾ। ਚਲੋ ਇਹ ਤਾਂ ਹੁਣ ਸਰਕਾਰਾਂ ਜਾਣਨ, ਸਰਕਾਰਾਂ ਦੇ ਅਹੁਦੇਦਾਰ ਜਾਣਨ ਜਾਂ ਫਿਰ ਜਾਣਨ ਵਕੀਲ ਸਾਹਿਬ, ਕਿਉਂਕਿ ਅਤੁਲ ਨੰਦਾ ਸਾਹਿਬ ਨੇ ਕਹਿੰਦੇ ਆ ਉਸ ਮੀਟਿੰਗ ਦੇ ਵਿੱਚ ਵੀ ਜ਼ਿਕਰ ਕੀਤਾ ਵੀ ਨਹੀਂ ਜੀ ਅਸੀਂ ਹੁਣ ਕੇਸ ਨੂੰ ਦੁਬਾਰਾ ਅੱਗੇ ਲੈ ਕੇ ਜਾਵਾਂਗੇ, ਠੀਕ ਤਰ੍ਹਾਂ ਦੇਖਾਂਗੇ। ਹਾਂ, ਸੁਪਰੀਮ ਕੋਰਟ ਜਿਹੜਾ ਉਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹ ਵਾਲੇ ਮੁੱਦਿਆਂ ਨੂੰ ਆਧਾਰ ਬਣਾਇਆ ਜਾਵੇਗਾ ਜਿਹੜੇ ਅਦਾਲਤ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਫੈਸਲਾ ਲਿਆ। ਸੰਧਾਲੀਆ ਸਾਹਿਬ ਇੱਕ ਗੱਲ ਕਰਨੀ ਹੈ, ਨਹੀਂ ਇੱਕ ਪਹਿਲਾਂ ਮੈਨੂੰ ਆਜੋ ਇਹ ਅਤੁਲ ਨੰਦਾ ਸਾਹਿਬ ਨੂੰ ਹੁਣ ਕਿਉਂ ਲੱਗਾ ਵੀ ਅਦਾਲਤ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਫੈਸਲਾ ਲਿਆ? IPL ਚੱਲਦੀ ਨਾ ਕ੍ਰਿਕਟ, ਤੁਸੀਂ ਚੰਗੀ ਤਰ੍ਹਾਂ ਦੇਖਿਓ ਕ੍ਰਿਕਟ ਦਾ ਕੋਈ ਵੀ ਮੈਚ, ਚਾਹੇ ਖੇਡਿਆ, ਮੈਂ ਤਾਂ ਕਦੇ ਨਹੀਂ ਖੇਡਿਆ ਪਰ ਦੇਖਣਾ ਤਾਂ ਹੁੰਦਾ ਨਾ, ਬੰਦਾ ਹਰ ਤਰ੍ਹਾਂ ਨਿਗਾਹ ਰੱਖਦਾ। ਉਹਦੇ ਉੱਤੇ ਜਿਹੜਾ ਬੈਟਸਮੈਨ ਹੁੰਦਾ ਨਾ, ਬੱਲੇਬਾਜ਼, ਤੁਸੀਂ ਦੇਖਿਓ ਕਿ ਜਿਹੜਾ ਬੱਲੇਬਾਜ਼ ਦੀਆਂ ਪਿੱਛੇ ਸਾਰੀਆਂ ਵਿਕਟਾਂ ਉੱਡ ਜਾਂਦੀਆਂ, ਅਗਲਾ ਮਾਰਦਾ ਯਾਰਕਰ ਜਾਂ ਪਟਕ ਦੇਣੀ, ਉਹ ਫਿਰ ਐਂ ਕਰਦਾ ਹੁੰਦਾ ਬੰਦਾ ਯਾਰ ਅਗਲੀ ਇੱਕ ਵਾਰੀ ਮੌਕਾ ਉਹ ਵੇਖਦਾ ਹੁੰਦਾ ਵੀ ਗੁੱਟ ਮੇਰਾ ਮੁੜਿਆ ਕਿਉਂ ਹਾਂ ਯਾਰ ਇਦਾਂ ਜਣੀ ਉਹਨੇ ਕਿਉਂ ਨਹੀਂ ਗੁੱਟ ਐਂ ਕਰ ਦੇਣਾ, ਨਾਲੇ ਦੋ ਵਾਰੀ ਐਂ ਕਰਨ, ਨਾਲੇ ਹੈਲਮਟ ਫੜ ਕੇ ਫਿਰ ਹੱਥ ਪਾ ਲੈਣਾ। ਆਪ ਇਸ ਗੱਲ ਦਾ ਅਤੁਲ ਨੰਦਾ ਸਾਹਿਬ ਜੀ ਉਹਨਾਂ ਦੀ ਟੀਮ ਨਾਲ ਕੋਈ ਸਬੰਧ ਨਹੀਂ ਹੈ, ਮੈਂ ਚੇਤਾ ਕਰਾਇਆ। ਨਹੀਂ ਮੈਂ ਸਮਝ ਗਿਆ ਵੀ ਸਬੰਧ ਕੋਈ ਨਹੀਂ ਇਹ ਵੈਸੇ ਤੁਸੀਂ ਚਲੋ ਫਿਰ ਵੀ ਤੁਸੀਂ ਚੰਗੀ ਗੱਲ ਕੀਤੀ ਵੀ ਤੁਸੀਂ ਕਿੱਡਾ ਵਧੀਆ ਉਹ ਪ੍ਰੋਪਰ ਉਹ ਪਿਛਲੇ ਦਿਨਾਂ 'ਚ IPL ਵਾਲੀ ਟਿਊਨ ਉਹ ਬਾਬਿਆਂ ਵੀ ਵਜਾਈ ਸੀ ਉਹ ਬਾਬਾ ਜੀ, ਉਹ ਵਧੀਆ ਸੀ ਵੈਸੇ, ਪਰ ਚਲੋ ਤੇ ਉਹ ਕਿਸੇ ਤਰ੍ਹਾਂ ਲੋਕਾਂ ਨੇ ਉਹਨੂੰ ਦੂਸਰੇ ਪਾਸੇ ਲੈ ਲਿਆ ਵੀ ਸਤਸੰਗ ਦੇ ਵਿੱਚ ਵੀ IPL ਵਾਲੀ ਟਿਊਨ ਕਿਉਂ ਵਜਾਤੀ, ਪਰ ਚਲੋ ਢੱਡਰੀ ਵਾਲੇ ਬਾਬਿਆਂ ਦੀ ਮੈਂ ਗੱਲ ਜੀ। ਪਰ ਗੱਲ ਇਹ ਆ ਵੀ ਇਹ ਜਿਹੜੀਆਂ ਵਿਕਟਾਂ ਆ ਇਹ ਭਾਵੇਂ ਰੂੜੀਆਂ ਦੇ ਵਿੱਚ ਗੱਡੇ 3 ਡੰਡੇ ਉੱਡ ਜਾਣ ਤਾਂ ਵੀ ਬੰਦਾ ਇਦਾਂ ਹੀ ਕਰਦਾ, ਤੇ ਭਾਵੇਂ ਉਹ IPL ਦੇ ਮੈਦਾਨ ਦੇ ਵਿੱਚ ਜਿੱਥੇ ਚਕਾ ਚਾਉਂਦ ਹੋਵੇ ਉੱਥੇ ਉੱਡ ਜਾਣ ਤਾਂ ਵੀ ਬੰਦਾ ਇਦਾਂ ਕਰਦਾ। ਪਰ ਗੱਲ ਇਹ ਆ ਬਾਠ ਸਾਹਿਬ ਵੀ ਉਹਦੇ ਕੋਲੇ ਆਪਸ਼ਨ ਹੁੰਦੀ ਆ ਵੀ ਉਹ ਹੁਣ ਆਊਟ ਹੋ ਗਿਆ ਤੇ ਅਗਲੀ ਵਾਰ ਫਿਰ ਵਾਰੀ ਆ ਜਾਊਗੀ। ਪਰ ਜਿਹੜਾ ਇਹ ਮੁੱਦਾ ਚੱਲਦਾ ਪਿਆ, ਜੇ ਇਸੇ ਤਰ੍ਹਾਂ ਹੀ ਆਊਟ ਕਰਕੇ ਦੁਬਾਰਾ ਵਾਰੀ ਆਊਟ ਕਰਕੇ ਦੁਬਾਰਾ ਵਾਰੀ ਕਰਦੇ ਰਹੇ ਨਾ, ਤੇ ਉਹ ਜਿਹੜੇ ਬੰਦੇ ਉੱਥੇ IPL ਵੇਖਣ ਗਏ ਹੁੰਦੇ ਉਹਦੇ ਟਿਕਟ ਖਰਚ ਕੇ ਗਏ ਹੁੰਦੇ ਐਂਟਰਟੇਨਮੈਂਟ ਲਈ, ਇੱਥੇ ਜਿਹੜੇ ਬੰਦੇ ਬਾਹਰ ਬੈਠੇ ਵੇਖਣ ਦੇ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਆਸਥਾਵਾਂ ਜੁੜੀਆਂ। ਨਹੀਂ, ਇਹਨਾਂ ਨੂੰ ਕਾਨੂੰਨੀ ਟੀਮ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਟੈਸਟ ਮੈਚ ਨਹੀਂ ਹੈਗਾ ਜਿੱਥੇ ਦੂਸਰੀ ਇਨਿੰਗ ਆਉਣੀ ਆ, ਫਿਰ ਜਿੱਥੇ ਜੇ ਇੱਕ ਟੀਮ ਨੇ 2-2 ਵਾਰੀ ਖੇਡਣਾ ਹੁੰਦਾ। ਇਹ ਤਾਂ T20 ਆ, ਇੱਥੇ ਤਾਂ ਇੱਕ ਹੀ ਗੇਂਦ ਰਹਿੰਦੀ ਆ, ਮਾਰਨਾ ਵੀ ਛੱਕਾ ਹੀ ਆ, ਤੇ ਫਿਰ ਹੈਗੇ ਵੀ ਤੁਸੀਂ ਆ, ਤੁਹਾਡੇ ਤੋਂ ਅੱਗੇ ਹੈ ਵੀ ਕੋਈ ਨਹੀਂ। ਇੱਥੇ ਤਾਂ ਹਾਲਾਤ ਇਹ ਆ ਹੁਣ ਤਾਂ ਬਸ ਉਹ ਐਂ ਪਿੱਛੇ ਨੂੰ ਇੱਕ ਵਾਰੀ ਦੇਖਦੇ ਆ ਕਿ ਗੁੱਲੀਆਂ ਤਾਂ ਹੈ ਹੀ ਨਹੀਂ ਭਾਈ, ਹਾਂ ਹਨਾ, ਤੇ ਗੁੱਲੀਆਂ ਅਸਲ 'ਚ ਉਹਨਾਂ ਦੀਆਂ ਨਹੀਂ ਉੜੀਆਂ, ਗੁੱਲੀਆਂ ਤਾਂ ਲੋਕਾਂ ਦੀਆਂ ਉਡਾਈਆਂ। ਆਹੋ ਨਹੀਂ ਇਹ ਤਾਂ ਹੈ, ਖੈਰ ਗੁੱਲੀਆਂ ਛੱਡ ਕੇ ਹੁਣ ਤਾਂ ਲੋਕਾਂ ਦਾ ਮੈਨੂੰ ਲੱਗਦਾ ਵੀ ਸਾਹ ਪ੍ਰਾਣ ਵੀ ਉੱਡਣ ਨੂੰ ਫਿਰਦਾ। ਜਿਸ ਹਿਸਾਬ ਨਾਲ ਹੁਣ ਆਪਾਂ ਕਰੋਨੇ ਵਾਲੇ ਪਾਸੇ ਗੱਲ ਕਰ ਲਈਏ, ਹੁਣ ਪੰਜਾਬ ਸਰਕਾਰ ਨੇ ਫੈਸਲਾ ਇਹ ਵੀ ਲੈ ਲਿਆ, ਕਹਿੰਦੇ ਵੀ ਸ਼ਾਮੀ 6 ਵਜੇ ਬੰਦ ਹੋ ਜਾਣਾ ਸਾਰਾ ਕੁਝ, ਸਵੇਰੇ 5 ਵਜੇ ਤੱਕ ਕੁਝ ਨਹੀਂ ਖੋਲ੍ਹਣਾ। ਪੰਜਾਬ ਦੀ ਗੱਲ ਕਰਦਾ ਵੀ ਕਰਫਿਊ ਦਾ ਸਮਾਂ ਵਧਾਤਾ, ਪਹਿਲਾਂ 9 ਕੀਤਾ ਸੀ, 9 ਤੋਂ 8 ਤੇ ਲਿਆਇਆ, 8 ਤੋਂ ਹੁਣ ਫਿਰ ਹੋਰ 2 ਘੰਟੇ ਘਟਾਤਾ ਕੰਮ। ਨਾਲ ਹੀ ਉਹਨਾਂ ਨੇ ਵੀਕਐਂਡ ਦਾ ਜਿਹੜਾ ਲੋਕਡਾਊਨ ਉਹਦੀ ਗੱਲ ਕਰਤੀ। ਹੁਣ ਵੈਸੇ ਮੰਗਲਵਾਰ ਤੋਂ ਇਹ 6 ਤੋਂ 5 ਵਾਲਾ ਟਾਈਮ ਹੋ ਗਿਆ, ਤੇ ਗਾਂ ਸ਼ੁੱਕਰਵਾਰ ਜਿਉਂ ਸ਼ਾਮ 6 ਵਜੇ ਤੋਂ ਕੰਮ ਬੰਦ ਹੋਊਗਾ, ਤੇ ਅਗਲੇ ਦਿਨ ਸੋਮਵਾਰ ਸਵੇਰੇ 5 ਵਜੇ ਤੱਕ ਲੋਕਡਾਊਨ ਰਹੂਗਾ। ਮਤਲਬ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਉਹ ਜਿਹੜਾ ਸਕੰਜਾ ਉਹਨੂੰ ਟਾਈਟ ਕੀਤਾ ਜਾਣ ਲੱਗ ਪਿਆ। ਦੇਖੋ ਸੰਧਾਲੀਆ ਸਾਹਿਬ, ਜੇ ਆਪਾਂ 9 ਘੰਟੇ ਤਾਂ ਵੈਸੇ ਹੀ ਬੰਦ ਰਿਹਾ ਕਰਨਾ, ਜਿਹੜਾ ਪਹਿਲਾਂ ਹੀ ਸੀਗਾ ਨਾ, ਉਹ ਤਾਂ ਹੁਣ ਤਾਂ 11 ਕਰ ਦਿੱਤੇ ਉਹਦੇ ਵੀ ਵਧਾ ਕੇ, ਕਿਉਂਕਿ 6 ਤੋਂ 5 ਹੁਣ 11 ਦਾ ਮਤਲਬ ਮੰਨ ਲਓ 50%। ਇਹਦਾ ਮਤਲਬ ਹੈ ਕਿ ਹਫ਼ਤੇ ਦਾ ਅੱਧਾ ਸਮਾਂ ਤਾਂ ਵੈਸੇ ਹੀ ਲੋਕ ਘਰ ਚੋਂ ਬਾਹਰ ਨਹੀਂ ਨਿਕਲ ਸਕਦੇ, ਤੇ ਬਾਕੀ ਸ਼ਨੀਵਾਰ ਸਾਰਾ ਤੇ ਐਤਵਾਰ ਸਾਰਾ, ਇਹ 2 ਦਿਨ ਹੋਰ ਹੋ ਗਏ। ਇਹਦਾ ਮਤਲਬ ਤਕਰੀਬਨ ਪੰਜਾਬ 62-63% ਸਮਾਂ ਬੰਦ ਰਹੂਗਾ ਜੇ ਆਪਾਂ ਕੈਲਕੂਲੇਸ਼ਨ ਕਰੀਏ ਤਾਂ। ਹੁਣ ਆਪਾਂ ਜਦੋਂ ਪਿਛਲੇ ਦਿਨਾਂ 'ਚ ਗੱਲ ਕਰਦੇ ਸੀ ਕਿ ਭਾਈ ਹੌਲੀ ਹੌਲੀ ਕੰਮ ਉੱਧਰ ਜਾ ਰਿਹਾ, ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਦੇਖੋ ਆਪਾਂ ਲੋਕਡਾਊਨ ਨਹੀਂ ਲਾਉਣਾ, ਨਾ ਲਾਉਣਾ ਚਾਹੁੰਦੇ ਆ, ਪਰ ਆਉਣ ਵਾਲੇ ਦਿਨ ਜਿਹੜੇ ਆ ਕੋਈ ਖਾਸ ਚੰਗੇ ਨਹੀਂ, ਉੱਥੇ ਸਥਿਤੀ ਹੋਰ ਜ਼ਿਆਦਾ ਮਾੜੀ ਹੋ ਸਕਦੀ ਆ, ਸੰਕੇਤ ਇਦਾਂ ਦੇ ਮਿਲਦੇ ਆ। ਇਹਦਾ ਮਤਲਬ ਹੈ ਕਿ ਜੇ ਕਿਸੇ ਨੇ ਕੋਈ ਲੰਗਰ ਪਾਣੀ ਲਿਆਉਣਾ, ਕੋਈ ਦਵਾ ਦਾਰੂ ਲਿਆਉਣਾ, ਤੇ ਉਹਨੂੰ ਸ਼ੁੱਕਰਵਾਰ ਤੱਕ ਦਾ ਉਹਦੇ ਕੋਲੇ ਸਮਾਂ, ਫਿਰ ਬਾਅਦ ਵਿੱਚ ਸ਼ਨੀਵਾਰ ਤੇ ਐਤਵਾਰ ਨਹੀਂ ਲਿਆ ਸਕਦਾ। ਉਹਦੇ ਤੋਂ ਬਾਅਦ ਫਿਰ ਪੁਲਿਸ ਪ੍ਰਸ਼ਾਸਨ ਦਾ ਵੀ ਕੰਮ ਵਧਣਾ ਕਿ ਭਾਈ ਕੋਈ ਉੱਦਾਂ ਹੀ ਘਰੋਂ ਬਾਹਰ ਨਿਕਲਦਾ। ਤੁਹਾਨੂੰ ਯਾਦ ਹੋਣਾ ਇਹ ਬਹੁਤ ਵੱਡੀ ਡਿਊਟੀ ਹੈ, ਜੇ ਕਰੋਨਾ ਨੂੰ ਰੋਕਣਾ ਲੱਗਦਾ ਹੈ ਸਰਕਾਰ ਨੂੰ ਕਿ ਇਹੀ ਸਮਾਂ ਨਾ, ਪਿਛਲੀ ਵਾਰੀ ਵੀ ਹੁੰਦਾ ਸੀ ਨਾ, ਪਾਸ ਬਣਨੇ ਆ ਜੀ, ਕਈਆਂ ਨੇ ਪਾਸ ਉਦੋਂ ਹੀ ਬਣਾ ਲਏ ਸੀ, ਜਿਹਦੀ ਕਿਤੇ ਸਰਕਾਰੀ ਦੌਰਾਰੇ ਤੁਹਾਡੇ ਵਰਗੇ ਬੰਦੇ ਦੀ ਚੱਲਦੀ ਆ। ਹੁਣ ਮੈਂ ਵੀ ਤਾਂ ਮਿਹਨਤ ਤਰਲਾ ਕਰ ਲੈਣਾ ਕਿ ਸੰਧਾਲੀਆ ਭਾ ਸਾਡਾ ਲੀਡਰ ਆ, ਕਿ ਭਾ ਮੈਨੂੰ ਵੀ ਕਿਤੇ ਆਉਣਾ, ਕਿਉਂਕਿ ਆਉਣਾ ਕੰਮ ਕੋਈ ਨਹੀਂ। ਹੁਣ ਮੇਰਾ ਕੰਮ ਨਾ ਸ਼ਹਿਰ ਵਿੱਚ ਕੋਈ ਆਵਾਂ ਜਾਵਾਂ, ਤੇਰੇ ਬਦਲੇ ਸੰਧਾਲੀਆ ਸਾਹਿਬ ਨੂੰ ਮਿਲਣ ਆਉਣਾ ਮੈਂ ਤਾਂ। ਨਹੀਂ ਮੈਨੂੰ ਤੁਸੀਂ ਮਿਲ ਲਓ, ਪਰ ਇੱਥੇ ਮੈਂ ਬੇਨਤੀ ਕਰਦਾ ਹਾਂ, ਕੋਈ ਵੀ ਲੀਡਰ, ਤੁਸੀਂ ਮੈਨੂੰ ਲੀਡਰ ਬਣਾਉਣਾ, ਮੈਂ ਨਾ ਕੋਈ ਮਤਲਬ ਬਾਠ ਸਾਹਿਬ ਵਰਗਾ ਵੱਡਾ ਲੀਡਰ ਕਿਸੇ ਦਾ ਵਾਕਬ ਹੋਵੇ, ਉਹ ਜੇ ਉਹਦੇ ਕੋਲ ਸਿਰਫ ਤੇ ਸਿਰਫ ਇਸ ਕਰਕੇ ਪਾਸ ਬਣਾਉਣ ਜਾਵੇ ਵੀ ਚੱਲ ਯਾਰ ਘੁੰਮਿਆ ਫਿਰਾਂ ਕਰਾਂਗੇ, ਤਾਂ ਉਹ ਪਾਸ ਹੋ ਸਕਦਾ ਵੀ ਕਿਸੇ ਥਾਣੇਦਾਰ ਕੋਲ ਚੱਲ ਜੇ, ਹੌਲਦਾਰ ਕੋਲ ਚੱਲ ਜੇ, ਜਾਂ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਕੋਲ ਚੱਲ ਜੇ, ਜਿਹੜਾ ਕਹਿੰਦੇ ਨੇ ਝੋਟੇ ਤੇ ਲੈਣ ਆਉਂਦਾ 2 ਸਿੰਘ ਵਾਲਾ, ਉਹਦੇ ਕੋਲ ਪਾਸ ਨਹੀਂ ਚੱਲਣਾ, ਉਹਨੇ ਬਹਾ ਲੈਣਾ ਨਾਲੇ ਜਦੋਂ ਬਚਣ ਦੀ ਲੋੜ ਹੈ। ਨਾਲੇ ਉਹਨੇ ਵੀ ਦੇਖਣਾ ਲੈਜਰ ਦੇ ਵਿੱਚ ਆਖਰੀ ਐਂਟਰੀ ਕਾਹਦੀ ਹੈ, 2 ਨੰਬਰ ਦਾ ਪਾਸ ਬਣਾਉਣ ਦੀ, ਫਿਰ ਘੜੀਸ ਕੇ ਜਾਊਗਾ। ਹਾਂ,
ਵੈਸੇ ਉਹਨੇ ਕਾਕਾ ਤੇਰਾ ਤੇ ਪਹਿਲੇ ਕਾਗਜ਼ ਭਰਿਆ ਪਿਆ ਸੀ, ਆ ਤੂੰ ਇੱਕ ਨਵਾਂ ਸਿਆਪਾ ਪਾ ਲੈਣਾ। ਤੇ ਜੇ ਬੰਦਾ ਹਲੇ ਮਿਹਨਤ ਕਰੇ ਮੇਰਾ ਹਿਸਾਬ ਕਰ ਦੋ, ਸ਼ਾਇਦ ਕੋਈ 4 ਕੰਮ ਚੰਗੇ ਕੀਤੇ ਹੋਣਗੇ, ਤੇਰੇ ਹਿਸਾਬ ਕਰਨਾ ਤੇਰੀ ਆਖਰੀ ਐਂਟਰੀ ਲਾਲ ਅੱਖਰਾਂ 'ਚ। ਇਸ ਕਰਕੇ ਲੀਡਰ ਵੀ ਥੋੜ੍ਹਾ ਜਿਹਾ ਧਿਆਨ ਦੇਣ, ਆਮ ਲੋਕ ਵੀ ਧਿਆਨ ਦੇਣ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਹੈ, ਇੱਕ ਗੱਲ ਇਹ ਹੈ ਕਿ ਹੁਣ ਇਹ ਵੀ ਪਤਾ ਲੱਗਿਆ ਕਿ ਜਾਖੜ ਸਾਹਿਬ ਨੇ ਇੱਕ ਸੰਕੇਤ ਇਹ ਵੀ ਦਿੱਤਾ ਸੀ ਕਿ ਬਠਿੰਡਾ ਤੇ ਅੰਮ੍ਰਿਤਸਰ 2 ਪਾਸਿਆਂ ਦੇ ਵਿੱਚ ਆਕਸੀਜਨ ਦੀ ਥੋੜ੍ਹੀ ਜਿਹੀ ਸਾਨੂੰ ਘਾਟ ਹੈਗੀ ਹੈ। ਹੁਣ ਤੁਸੀਂ ਕਮਾਲ ਦੀ ਗੱਲ ਦੇਖੋ ਕਿ ਪੰਜਾਬ ਦੇ ਵਿੱਚ ਜੇ ਆਹ ਹਾਲਾਤ ਨੇ, ਕਿਉਂਕਿ ਸਾਡੇ ਕੋਲੇ ਤੇ ਇੱਥੇ ਬਾਕੀ ਸੂਬਿਆਂ 'ਚੋਂ ਵੀ ਲੋਕ ਆਉਂਦੇ ਆ ਇਲਾਜ ਕਰਾਉਣ, ਹਿਮਾਚਲ ਤੋਂ, ਜੰਮੂ ਕਸ਼ਮੀਰ ਤੋਂ, ਕਿਉਂਕਿ ਮੁਕਾਬਲਤਨ ਪੰਜਾਬ ਦੇ ਹਾਲਾਤ ਇੰਨੇ ਮਾੜੇ ਨਹੀਂ ਸੀ। ਕੁਝ ਲੋਕ ਸਰਦੇ ਪੁੱਜਦੇ ਵੀ ਹੈਗੇ ਆ, ਸਰਦੇ ਪੁੱਜਦੇ ਹੋਣ ਕਰਕੇ ਹਸਪੀਟਲ ਵੀ ਪ੍ਰਾਈਵੇਟ ਕਾਫੀ ਵੱਡੇ ਨੇ, ਉੱਥੇ ਜੇ ਤੁਹਾਡੇ ਕੋਲ 4 ਪੈਸੇ ਖਰਚਣ ਦੀ ਵੇਲ ਹੈਗੀ ਆ, ਜੇਬ ਤੁਹਾਡੀ ਆਗਿਆ ਦਿੰਦੀ ਹੈ, ਤਾਂ ਤੁਹਾਡੇ ਵਰਗਾ ਬੰਦਾ ਗੇਟ ਟੱਪ ਜੂ ਤੇ ਮੇਰੇ ਵਰਗੇ ਬੰਦੇ ਨੇ ਬਾਹਰ ਬਹਿ ਜਾਣਾ, ਤੇ ਉੱਥੇ ਜਿਹੜਾ ਰੱਖਿਆ ਹੁੰਦਾ ਉਹਨਾਂ ਨੂੰ ਸਿਕਿਉਰਿਟੀ ਵਾਲਾ ਉਹਨੇ ਵੀ ਡੰਡੇ 4 ਗੁੱਟ ਤੇ ਮਾਰਨੇ ਆ ਕਿ ਭਾਈ ਬਾਹਰਲੇ ਪਾਸੇ ਨੂੰ ਹੋ, ਜੇ ਇੰਨੇ ਪੈਸੇ ਹੈਗੇ ਆ ਤਾਂ ਕਾਊਂਟਰ ਦੇ ਨੇੜੇ ਖੜਨ ਦਿਆਂਗੇ, ਠੰਡੀ ਹਵਾ ਆਉਂਦੀ ਹੈ। ਹੁਣ ਇਹਦੇ ਵਿੱਚੋਂ ਜਿਹੜਾ ਨੁਕਸ ਨਿਕਲਦਾ ਲੱਗਦਾ, ਸਭ ਤੋਂ ਵੱਡਾ ਨੁਕਸ ਪਤਾ ਕੀ ਨਿਕਲਦਾ ਲੱਗਦਾ? ਉਹ ਨਿਕਲਦਾ ਲੱਗਦਾ ਅਸੀਂ ਨਹੀਂ ਕੱਢਿਆ, ਅਦਾਲਤਾਂ ਨੇ ਕੱਢਿਆ। ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਚਰਚਾ ਆਈ ਸੀ ਇੱਕ ਗੱਲ ਦੀ, ਕਿਉਂਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਇੱਥੇ ਰਹਿਣਾ ਪਊਗਾ ਇਸ ਮੁੱਦੇ ਦੇ ਉੱਤੇ, ਕਿ ਅਰਵਿੰਦ ਕੇਜਰੀਵਾਲ ਨੇ ਲਾਈਵ ਕਰ ਦਿੱਤਾ ਜੀ, ਲਾਈਵ ਕਰ ਦਿੱਤਾ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਗੱਲ ਕਰਦੇ ਆ। ਨਹੀਂ ਕਰਨਾ ਚਾਹੀਦਾ, ਮੈਨੂੰ ਵੀ ਲੱਗਦਾ ਕਿ ਜੇ ਉਹ ਨਾ ਕਰਦੇ ਤਾਂ ਚੰਗਾ ਸੀ। ਹੁਣ ਹੋਇਆ ਕੀ ਹੈ, ਦਿੱਲੀ ਦੀ ਹਾਈ ਕੋਰਟ ਜਿਹਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਜੇ ਆਕਸੀਜਨ ਦਾ ਕੋਈ ਟੈਂਕਰ ਕਿਸੇ ਨੇ ਰੋਕਿਆ ਤਾਂ ਫਾਹੇ ਲਾ ਦੇਾਂਗੇ ਉਹਨੂੰ, ਇੱਦਾਂ ਹੀ ਕਿਹਾ ਸੀ ਨਾ। ਹੁਣ ਉਸੇ ਦਿੱਲੀ ਹਾਈ ਕੋਰਟ ਦੇ ਵਿੱਚ ਜਿਹੜੀ ਕੰਪਨੀ ਜਾਂ ਜਿਹੜੀ ਸੰਸਥਾ ਪ੍ਰੋਡਕਸ਼ਨ ਕਰਦੀ ਹੈ ਆਕਸੀਜਨ ਦੀ, 800 ਹਸਪਤਾਲਾਂ ਨੂੰ ਉਹ ਸਪਲਾਈ ਕਰਦੀ ਹੈ, ਆਪ ਸਪਲਾਈ ਨਹੀਂ ਕਰਦੀ, ਸਿਰਫ ਬਣਾਉਂਦੀ ਹੈ, ਉੱਥੋਂ ਜਾਂਦੀ ਹੈ। ਉਹਨਾਂ ਨੇ ਪਤਾ ਕੀ ਕਿਹਾ? ਉਹ ਕਹਿੰਦੇ ਜੀ ਦੱਸੋ ਕੀ ਕਰੀਏ। ਹੁਣ ਸਾਨੂੰ ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਕਿ 125 ਮੀਟ੍ਰਿਕ ਟਨ ਸਾਨੂੰ ਆਕਸੀਜਨ ਦਿਓ, ਤੇ ਸਾਨੂੰ ਕੇਂਦਰ ਵੱਲੋਂ ਸੁਨੇਹਾ ਆ ਗਿਆ ਕਿ ਇਹਨਾਂ ਨੂੰ 180 ਮੀਟ੍ਰਿਕ ਟਨ ਦੇਣੀ ਹੈ। ਹੁਣ ਇੱਕ ਮੁੱਖ ਮੰਤਰੀ ਆਕਸੀਜਨ ਦੀ ਪ੍ਰੋਡਕਸ਼ਨ ਕਰਨ ਵਾਲੀ ਕੰਪਨੀ ਨੂੰ ਕਹਿੰਦਾ ਕਿ ਸਾਨੂੰ 125 ਚਾਹੀਦੀ ਹੈ ਆਕਸੀਜਨ, ਤੇ ਕੇਂਦਰ ਸਰਕਾਰ ਵਾਲੇ ਕਹਿੰਦੇ ਇਹਨਾਂ ਨੂੰ 80 ਦੇ ਦਿਓ, ਬਾਕੀ ਯੂਪੀ ਵਾਲੇ ਪਾਸੇ ਭੇਜ ਦਿਓ। ਮੈਂ ਨਹੀਂ ਕਹਿੰਦਾ, ਇਹ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਔਨ ਰਿਕਾਰਡ ਹੈ, ਤੇ ਦੱਸਿਆ ਕਿਹਨੇ ਹੈ, ਇਲਜ਼ਾਮ ਥੋੜੀ ਹੈ। ਜਿਹੜੇ ਪ੍ਰੋਡਕਸ਼ਨ ਕਰਦੇ ਉਹਨਾਂ ਨੇ। ਹੋਰ ਦੇਖੋ ਮਿਸ ਮੈਨੇਜਮੈਂਟ, ਜੇ ਅੱਜ ਵੀ ਮੈਂ ਕਹਿੰਦਾ ਕਿ ਚੜ੍ਹਦੀ ਕਲਾ 'ਚ ਰਹਿਣ ਸਾਰੇ ਜਣੇ, ਹੌਸਲਾ ਨਹੀਂ ਛੱਡਣਾ, ਕੋਈ ਗੱਲ ਨਹੀਂ, 3-4 ਮਹੀਨਿਆਂ ਦੇ ਬਾਅਦ ਤੁਹਾਨੂੰ ਚੇਤਾ ਭੁੱਲ ਜਾਣਾ ਕਦੇ ਕਰੋਨਾ ਵੀ ਸੀਗਾ, ਪਰ ਆ ਗੱਲਾਂ ਚੇਤੇ ਰਹਿ ਜਾਣੀਆਂ ਕਿ ਅੱਜ ਜਿੰਨੀਆਂ ਮੌਤਾਂ ਹੋ ਰਹੀਆਂ ਨਾ, ਜਾਂ ਜਿੰਨੇ ਲੋਕ ਤੜਫ ਰਹੇ ਆ, ਉਹ ਸੱਚੇ ਮੁੱਚੇ ਕਰੋਨਾ ਇੰਨਾ ਜਾਨਲੇਵਾ ਨਹੀਂ ਹੈ। ਉਹ ਬਿਮਾਰੀ ਹੈ, ਬੜੀ ਖਤਰਨਾਕ ਹੈ, ਪਰ ਉਹ ਤੋਂ ਬਚਿਆ ਜਾ ਸਕਦਾ। ਬਚਣ ਦੇ ਲਈ ਜਿਹੜੇ ਪ੍ਰਬੰਧ ਚਾਹੀਦੇ ਆ ਉਹਨਾਂ ਦੀ ਘਾਟ ਹੈ, ਮਿਸ ਮੈਨੇਜਮੈਂਟ ਹੈ। ਹੁਣ ਤੁਸੀਂ ਦੇਖੋ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕਹਿ ਦਿੱਤਾ ਕਿ ਜਿੰਨੀ ਆਕਸੀਜਨ ਸਾਨੂੰ ਭਾਰਤ ਦੇ ਵਿੱਚ ਚਾਹੀਦੀ ਹੈ ਹੈਗੀ ਆ, ਬਹੁਤ ਧੰਨਵਾਦ। ਜਿਹੜਾ ਵੀ ਕੋਈ ਸਮੁੰਦਰੀ ਜਹਾਜ਼ ਸਾਡੀ ਬੰਦਰਗਾਹ ਦੇ ਉੱਤੇ ਆ ਕੇ ਆਕਸੀਜਨ ਲੈ ਕੇ ਆਊਗਾ, ਉਹਦੀ ਕੋਈ ਫੀਸ ਨਹੀਂ ਤਾਂ ਬੰਦਰਗਾਹ ਦੀ ਫੀਸ ਹੁੰਦੀ ਹੈ ਸੀਪੋਰਟ ਦੀ। ਇਹਦੇ ਤੋਂ ਇਲਾਵਾ ਫੌਜ ਵੀ ਲਾਤੀ, ਦੁਬਈ ਤੋਂ, ਸਿੰਗਾਪੁਰ ਤੋਂ ਆਕਸੀਜਨ ਮੰਗਾਏ, ਬਹੁਤ ਧੰਨਵਾਦ ਸਾਡੀ ਕੇਂਦਰ ਦੀ ਸਰਕਾਰ ਦਾ, ਸੂਬਿਆਂ ਦੀਆਂ ਸਰਕਾਰਾਂ ਦਾ ਵੀ। ਪਰ ਸਰਕਾਰ ਦਾ ਗ੍ਰਹਿ ਮੰਤਰਾਲਾ ਖੁਦ ਮੰਨਿਆ ਕਿ ਸਾਡੇ ਕੋਲੇ ਆਕਸੀਜਨ ਹੈਗੀ ਹੈ ਜਿੰਨੀ ਚਾਹੀਦੀ ਹੈ, ਪਰ ਆਕਸੀਜਨ ਨੂੰ ਪਹੁੰਚਾਉਣ ਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਆ। ਜਿਹੜੀ ਆਕਸੀਜਨ ਅਸੀਂ 4 ਦਿਨਾਂ 'ਚ ਪਹੁੰਚਾਉਂਦੇ ਸੀ, ਫੌਜ ਦੀ ਸਹਾਇਤਾ ਦੇ ਨਾਲ 2 ਘੰਟੇ 'ਚ ਪਹੁੰਚਾ ਰਹੇ ਹਾਂ। ਜਾਣੀ ਇਹ ਗੱਲ ਸਾਡੀ ਸਰਕਾਰ ਵੀ ਮੰਨਦੀ ਹੈ ਕਿ ਭਾਈ ਆਕਸੀਜਨ ਹੈਗੀ ਹੈ, ਪਰ ਮਿਸ ਮੈਨੇਜਮੈਂਟ ਹੈ। ਨਵੰਬਰ ਦੇ ਵਿੱਚ ਆ ਪਿਛਲੇ ਸਾਲ ਸਥਾਈ ਕਮੇਟੀ ਪਾਰਲੀਮੈਂਟ ਦੀ ਬਣੀ, 16 ਮੈਂਬਰ ਪਾਰਲੀਮੈਂਟ ਉਹਦੇ ਵਿੱਚ ਭਾਜਪਾ ਦੇ ਸੀ। ਰਾਮ ਗੋਪਾਲ ਯਾਦਵ ਸਮਾਜਵਾਦੀ ਪਾਰਟੀ ਦਾ MP ਉਹਦਾ ਚੇਅਰਪਰਸਨ ਸੀ। ਉਸ ਸਥਾਈ ਕਮੇਟੀ ਨੇ ਭਾਰਤ ਦੀ ਸਰਕਾਰ ਨੂੰ ਪਿਛਲੇ ਸਾਲ ਨਵੰਬਰ 'ਚ ਸਿਫਾਰਿਸ਼ਾਂ ਕੀਤੀਆਂ, 5 ਮਹੀਨੇ ਪਹਿਲਾਂ। ਸਿਫਾਰਿਸ਼ਾਂ ਕੀ ਕੀਤੀਆਂ? ਕਿ ਆਕਸੀਜਨ ਦੇ ਸਿਲੰਡਰ ਦਾ ਰੇਟ ਫਿਕਸ ਕਰਾਓ। ਸਿਫਾਰਿਸ਼ਾਂ ਕੀ ਕੀਤੀਆਂ? ਕਿ ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਆਕਸੀਜਨ ਦੀ ਪ੍ਰੋਡਕਸ਼ਨ ਵਧਾਓ। ਸਿਫਾਰਿਸ਼ਾਂ ਕੀ ਕੀਤੀਆਂ? ਕਿ ਜਿੰਨੀ ਛੇਤੀ ਹੋ ਸਕਦਾ ਹਸਪਤਾਲਾਂ ਦੇ ਵਿੱਚ ਬਿਸਤਰਿਆਂ ਦੀ ਗਿਣਤੀ ਵਧਾਓ। ਤੇ ਇਹ ਤਿੰਨੋਂ ਸਿਫਾਰਿਸ਼ਾਂ ਕੀ ਕਹਿੰਦੀਆਂ? ਅੱਜ ਆਕਸੀਜਨ ਦਾ ਸਿਲੰਡਰ ਬਲੈਕ 'ਚ ਵਿਕਦਾ ਕਿ ਨਹੀਂ ਵਿਕਦਾ? ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋਇਆ ਕਿ ਨਹੀਂ ਹੋਇਆ? ਜੇ ਉਸ ਨਵੰਬਰ ਮਹੀਨੇ 'ਚ ਅਸੀਂ ਨਵੰਬਰ ਤੋਂ ਹੀ ਰੈਲੀਆਂ ਸ਼ੁਰੂ ਕਰਤੀਆਂ, ਜੇ ਪਾਰਲੀਮੈਂਟ ਦੀ ਉਸ ਅਫੀਸ਼ੀਅਲ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਉੱਤੇ ਕੰਮ ਕੀਤਾ ਜਾਂਦਾ, ਤਾਂ ਸ਼ਾਇਦ ਅੱਜ ਜਿਹੜੇ ਲੋਕ ਆਕਸੀਜਨ ਦੀ ਘਾਟ ਦੇ ਕਰਕੇ ਕੁਆਟਰ 'ਚ ਮਰੀ ਜਾਂਦਾ, ਕੋਈ ਕਾਰ 'ਚ ਦਮ ਤੋੜੀ ਜਾਂਦਾ, ਕੋਈ ਹਸਪਤਾਲ 'ਚ ਦਮ ਤੋੜੀ ਜਾਂਦਾ। ਸੰਧਾਲੀਆ ਸਾਹਿਬ, ਜੇ ਬੰਗਾਲ, ਤਾਮਿਲਨਾਡੂ, ਕੇਰਲਾ, ਅਸਾਮ, ਪੁਡੂਚੇਰੀ ਦੇ ਵਿੱਚ ਵੱਡੀਆਂ ਰੈਲੀਆਂ ਹਰ ਇੱਕ ਪਾਰਟੀ ਨੇ ਕੀਤੀਆਂ, ਉਹ ਰੈਲੀਆਂ ਕਰਨ ਦੀ ਥਾਂ ਦੇ ਉੱਤੇ ਜੇ ਕਿਤੇ ਧਿਆਨ ਉਸ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਵੱਲ ਕੀਤਾ ਜਾਂਦਾ, 5 ਮਹੀਨਿਆਂ ਦੇ ਵਿੱਚ ਅਸੀਂ ਤਾਂ ਹੜ ਲਿਆ ਦੇਣਾ ਸੀ ਹਸਪਤਾਲਾਂ ਦਾ ਤੇ ਆਕਸੀਜਨ ਦਾ ਤੇ ਬਾਕੀ ਚੀਜ਼ਾਂ ਦਾ। ਨਹੀਂ ਲਿਆ ਦੇਣਾ ਸੀ। ਬਟ ਤੁਸੀਂ ਭਾਵ ਕੋਈ ਨਹੀਂ ਯਾਰ, ਇੱਕ ਤੁਹਾਡੀ ਆਹ ਬੜੀ ਪ੍ਰੋਬਲਮ ਹੈ ਵੀ ਕਮੇਟੀ ਨੇ ਸਿਫਾਰਿਸ਼ ਕਰਤੀ, ਫਟਾਫਟ ਕਮੇਟੀ ਵਾਲੇ ਪਾਸੇ ਚੱਲ ਜਾਓ। ਕਮੇਟੀ ਆਪਾਂ ਬਣਾਈ ਹੈ, ਕੋਈ ਨਹੀਂ ਮਿਲ ਲਵਾਂਗੇ। ਜਿਹੜੇ ਵੀ ਬੰਦੇ ਨੇ ਇਹ ਗੱਲ ਕਹੀ ਹੈ, ਪਹਿਲਾਂ ਤੇ ਉਹ ਫੈਕਟਰੀ ਵਾਲੇ ਦਾ ਪਤਾ ਕਰੋ, ਜਿਹੜੇ ਫੈਕਟਰੀ ਵਾਲੇ ਨੇ ਉੱਥੇ ਅਦਾਲਤ ਦੇ ਵਿੱਚ ਜਾ ਕੇ ਦੱਸ ਦਿੱਤਾ ਵੀ ਮੈਨੂੰ ਇਹਨਾਂ ਨੇ ਆਹ ਕਿਹਾ ਸੀ, ਇਹਨਾਂ ਨੇ ਆਹ ਕਿਹਾ ਸੀ। ਦੇਖੋ ਮੈਂ ਇਸ ਵੇਲੇ ਕੁਝ ਨਹੀਂ ਕਹਿੰਦਾ,
ਪਰ ਮੈਨੂੰ ਇੰਨਾ ਪਤਾ ਵੀ ਮਹੀਨੇ 2-3 ਨਿਕਲ ਲੈਣ ਦਿਓ। ਉਹ ਫੈਕਟਰੀ ਵਾਲੇ ਨੂੰ ਆਕਸੀਜਨ ਵੈਸੇ ਲਵਾਉਣੀ ਪੈ ਜਾਣੀ ਹੈ, ਕਿਉਂਕਿ ਉਧਰੋਂ ਕੇਜਰੀਵਾਲ ਸਾਹਿਬ ਵਾਲੀ ਗੱਲ ਤੇ ਕੇਂਦਰ ਸਰਕਾਰ ਵਾਲੀ ਗੱਲ ਜਦੋਂ ਸਾਰੀ ਦੁਨੀਆ ਨੂੰ ਪਤਾ ਵੀ ਜਿਸ ਹਿਸਾਬ ਨਾਲ ਪੁੜ ਐ ਘਸਰ ਕੇ ਚੱਲਦੇ ਆ ਜੀ, ਤੇ ਜਦੋਂ ਉਹਦੇ ਵਿੱਚ ਦਾਣਾ ਜਿਹੜਾ ਆ ਗਿਆ ਉਹਦਾ ਕੀ ਆਟਾ ਬਣਨਾ, ਚੰਗਿਆੜੇ ਕਿੱਦਾਂ ਨਿਕਲਣੇ ਆ, ਇਹ ਹੁਣ ਬੰਦੇ ਆ ਗਏ ਉਹਦੇ ਵਿੱਚ। ਚਲੋ 2-3 ਮਹੀਨੇ ਬਾਅਦ ਰੱਬ ਸੁੱਖ ਰੱਖੇ ਵੀ ਉਹਨਾਂ ਦਾ ਫੈਕਟਰੀ ਵਾਲਾ ਕੰਮ ਚੱਲਦਾ ਰਹੇ, ਜਾਂ ਫਿਰ ਇਹ ਵੀ ਆ ਸਕਦਾ ਵੀ ਉਹ ਫੈਕਟਰੀ 'ਚ ਕੰਮ ਠੀਕ ਨਹੀਂ ਸੀ ਚੱਲ ਰਿਹਾ, ਫਿਰ ਉਹਨਾਂ ਦੀ ਫੈਕਟਰੀ ਬੰਦ ਕਰਤੀ, ਕੋਈ ਹੋਰ ਵੀ ਫੈਕਟਰੀ ਲੱਗ ਸਕਦੀ। ਇਹ ਆਉਣ ਵਾਲੀ ਗੱਲ ਦੀ ਭਵਿੱਖਬਾਣੀ ਕਰ ਦਿੱਤੀ, ਵੈਸੇ ਅਸੀਂ ਯਕੀਨ ਨਹੀਂ ਕਰਦੇ। ਰਹੀ ਗੱਲ, ਤੁਸੀਂ ਉਹਨੇ ਜ਼ਿਕਰ ਕੀਤਾ ਵੀ ਸਿਫਾਰਿਸ਼ਾਂ ਹੋਈਆਂ, ਪਰ ਸਰਕਾਰ ਜਿਹੜੀ ਉਹ ਇਲੈਕਸ਼ਨ ਵਾਲੇ ਪਾਸੇ ਰੁੱਝੀ ਰਹੀ। ਪਰ ਇਲੈਕਸ਼ਨਾਂ ਕਰਵਾਉਣ ਦੇ ਲਈ ਜਿਹੜਾ ਅਦਾਰਾ ਜ਼ਿੰਮੇਵਾਰ ਹੈ, ਚੋਣ ਕਮਿਸ਼ਨ, ਉਸ ਚੋਣ ਕਮਿਸ਼ਨ ਨੂੰ ਹੁਣ ਮਦਰਾਸ ਹਾਈ ਕੋਰਟ ਵੱਲੋਂ ਇਹ ਕਿਹਾ ਗਿਆ ਵੀ ਸਾਰੀ ਦੀ ਸਾਰੀ ਨਲਾਇਕੀ ਤੁਹਾਡੀ, ਜੇ ਤੁਸੀਂ ਆ ਵੋਟਾਂ ਵਾਲੇ ਚੋਣਾਂ ਵਾਲੇ ਚੱਕਰ 'ਚ ਨਾ ਪੈਂਦੇ ਤੇ ਦੂਜੀ ਕਰੋਨੇ ਵਾਲੀ ਲਹਿਰ ਦੇ ਵਿੱਚ ਦੇਸ਼ ਨਾ ਪਿਸਦਾ, ਜਿਹੜੇ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਉਹ ਕਹਿੰਦੇ ਸਗੋਂ ਤੁਹਾਡੇ ਤੇ ਕਤਲ ਦੇ ਕੇਸ ਦਰਜ ਹੋਣੇ ਚਾਹੀਦੇ। ਹੁਣ ਠੀਕ ਹੈ, ਅਦਾਲਤ ਨੇ, ਮਾਣਯੋਗ ਅਦਾਲਤ ਨੇ ਇੱਕ ਵੱਡੇ ਅਦਾਰੇ ਦੇ ਬਾਰੇ 'ਚ ਆਹ ਗੱਲਾਂ ਕਰਤੀਆਂ, ਜ਼ਿੰਮੇਵਾਰ ਲੋਕ ਨੇ ਜਿਨ੍ਹਾਂ ਨੇ ਇਲੈਕਸ਼ਨਾਂ ਕਰਾਉਣੀਆਂ ਸੀ ਕਹਿਤਾ। ਪਰ ਦੂਜਾ ਸਵਾਲ ਮੇਰੇ ਦਿਮਾਗ 'ਚ ਆਉਂਦਾ ਵੀ ਉਹ ਜਿਹੜੇ ਵੀ ਵਿਚਾਰੇ ਨੇ ABC ਇਲੈਕਸ਼ਨ ਕਮਿਸ਼ਨ ਵਾਲੇ ਅਫਸਰ, ਉਹਨਾਂ 'ਚ ਇੰਨੀ ਕੁ ਮਤਲਬ ਕੋਈ ਕਣੀ ਹੈਗੀ, ਕੋਈ ਤਾਕਤ ਹੈਗੀ ਵੀ ਉਹ ਖੁਦ ਕਹਿੰਦੇ ਵੀ ਜਾਓ ਵੀ ਅਸੀਂ ਨਹੀਂ ਕਰਾਉਂਦੇ ਇਲੈਕਸ਼ਨਾਂ? ਨਹੀਂ ਸੰਧਾਲੇ ਸਾਹਿਬ ਉਹਨਾਂ ਨੇ ਬਹੁਤ ਕੰਮ ਕੀਤਾ। ਮਦਰਾਸ ਹਾਈ ਕੋਰਟ ਦੇ ਮੁੱਖ ਜੱਜ ਸਾਹਿਬ, ਮਾਣਯੋਗ ਮੁੱਖ ਜੱਜ ਸਾਹਿਬ ਜਿਹੜੇ ਹੈ, ਉਹਨਾਂ ਨੂੰ ਕਿਤੇ ਭੁਲੇਖਾ ਲੱਗਾ ਹੋਣਾ। ਤੁਸੀਂ ਦੇਖਿਓ ਅਗਲੀ ਤਰੀਕ ਦੇ ਵਿੱਚ ਨਾ ਇਲੈਕਸ਼ਨ ਕਮਿਸ਼ਨ ਨੇ ਪਤਾ ਕਰਨਾ, ਆਹ ਦੇਖੋ ਜੀ ਅਸੀਂ ਇੰਨੀ ਤਰੀਕ ਨੂੰ ਪ੍ਰੈਸ ਬਿਆਨ ਜਾਰੀ ਕੀਤਾ, ਇੰਨੇ ਲੱਖ ਪੋਸਟਰ ਛਪਾ ਕੇ ਲਿਆਏ, ਇੰਨੀਆਂ ਪੋਲੀਟੀਕਲ ਪਾਰਟੀਆਂ ਨੂੰ ਈਮੇਲਸ ਕੀਤੀਆਂ ਕਿ ਤੁਸੀਂ ਰੈਲੀ ਦੇ ਵਿੱਚ 6-6 ਫੁੱਟ ਤੇ ਬੈਠੇ ਹੋ, ਤੁਸੀਂ ਮੂੰਹ ਦੇ ਉੱਤੇ ਮਾਸਕ ਲਾ ਕੇ ਰਹੋ, ਆਹ ਦੇਖੋ ਜੀ ਅਸੀਂ ਕਿੰਨਾ ਵਧੀਆ ਪ੍ਰਬੰਧ ਕੀਤਾ ਕਿ ਜਿੱਦਣ ਵੋਟਾਂ ਪੈਣੀਆਂ ਸੀ ਉਦੋਂ ਉੱਥੇ ਸੈਨੀਟਾਈਜ਼ਰ ਦਾ ਪ੍ਰਬੰਧ ਕਰਾਇਆ। ਪਰ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਲੱਖ ਰੁਪਈਏ ਦੀ ਹੈ ਕਿ ਭਾਰਤ ਦੇ ਵਿੱਚ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਲੋਕ ਆਪਣੇ ਲੀਡਰ ਚੁਣਦੇ ਆ ਤੇ ਲੀਡਰਾਂ ਨੂੰ ਚੁਣਨ ਦੇ ਲਈ ਉਹ ਵੋਟਾਂ ਪਾਉਂਦੇ ਆ। ਵੋਟਾਂ ਪਵਾਉਣ ਦੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਦੀ ਹੈ ਤੇ ਇਲੈਕਸ਼ਨ ਕਮਿਸ਼ਨ ਨੂੰ ਮਦਰਾਸ ਦੀ ਹਾਈ ਕੋਰਟ ਦੇ ਮੁੱਖ ਜੱਜ ਸਾਹਿਬ ਪਤਾ ਕੀ ਕਹਿਣ ਕਿ 2 ਤਰੀਕ ਨੂੰ ਵੋਟਾਂ ਗਿਣ ਹੋਣੀਆਂ, ਇਹਦੇ ਤੋਂ ਵੱਡੀਆਂ ਝਾੜਾਂ ਪੈਂਦੀਆਂ ਮੈਂ ਅੱਜ ਤੱਕ ਨਹੀਂ ਦੇਖੀਆਂ। ਉਹ ਕਹਿੰਦੇ ਕਿ ਜੇ ਤਾਂ ਤੁਸੀਂ ਚੰਗੇ ਤਰੀਕੇ ਪ੍ਰੋਟੋਕਾਲ ਦੀ ਪਾਲਣਾ ਕਰਦੇ ਵੋਟਾਂ ਗਿਣਾ ਸਕਦੇ ਹੋ ਤਾਂ ਗਿਣਾਇਓ, ਨਹੀਂ ਤਾਂ ਅੱਗੇ ਪਾ ਦਿਓ। ਜਾਣੀ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਭਾਈ ਜੋ ਕੰਮ ਉਹਨਾਂ ਨੇ ਪਹਿਲਾਂ ਕੀਤਾ ਵੋਟਾਂ ਪਵਾਉਂਦਿਆਂ, ਉਹਦੇ ਉੱਤੇ ਹਾਈ ਕੋਰਟ ਬਿਲਕੁਲ ਸੰਤੁਸ਼ਟ ਨਹੀਂ ਕਿ ਦੂਸਰੀ ਲੇਅਰ ਜਿਹੜੀ, ਉਹ ਦੂਸਰੀ ਲਹਿਰ ਕਹਿੰਦੇ ਜਿਹੜੀ ਕਰੋਨਾ ਦੀ ਤੁਹਾਡੇ ਕਰਕੇ ਆਈ ਹੈ। ਇੱਥੋਂ ਤੱਕ ਕਿ ਪਰਚੇ ਕਾਹਦੇ ਦਰਜ ਕਰਨ ਦੇ, ਜਿਹੜੇ ਕਹਿਤਾ ਕਿ ਭਾਈ ਤੁਹਾਡੇ ਉੱਤੇ ਕਾਹਦੇ ਪਰਚੇ ਹੋਣੇ ਚਾਹੀਦੇ ਆ, ਇਲੈਕਸ਼ਨ ਕਮਿਸ਼ਨ ਦੇ ਉੱਤੇ ਕਤਲ ਦੇ ਪਰਚੇ, ਕਿ ਭਾਈ ਤੁਸੀਂ ਜ਼ਿੰਮੇਵਾਰ ਹੋ ਕਿ ਜੇ ਅੱਜ ਕਰੋਨੇ ਦੀ ਦੂਸਰੀ ਲਹਿਰ ਫੈਲੀ ਹੈ, ਲੋਕ ਉਹਦੇ ਵਿੱਚ ਮਰ ਰਹੇ ਨੇ ਤੇ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਦੀ ਹੈ। ਤੇ ਪਿਛਲੇ ਦਿਨੀ ਤੋਤੇ ਵਾਲੀ ਗੱਲ ਆਉਂਦੀ ਸੀ ਨਾ ਕਿ ਇਲੈਕਸ਼ਨ ਕਮਿਸ਼ਨ ਕਦੋਂ ਅਨਾਉਂਸ ਕਰਦਾ ਹੈ, ਅਸੀਂ ਨਹੀਂ ਕਹਿੰਦੇ, ਪਰ ਹੁਣ ਮਦਰਾਸ ਦੀ ਹਾਈ ਕੋਰਟ ਨੇ ਤਾਂ ਕਹਿ ਦਿੱਤਾ ਨਾ ਕਿ ਭਾਈ ਤੁਸੀਂ ਚੱਜ ਨਾਲ ਕੰਮ ਨਹੀਂ ਕਰਦੇ, ਤੁਸੀਂ ਸਿੱਧੇ ਤਰੀਕੇ ਕੰਮ ਨਹੀਂ ਕਰਦੇ। 6 ਹਦਾਇਤਾਂ ਦਿੱਤੀਆਂ ਸੰਧਾਲੀਆ ਸਾਹਿਬ, ਉਹ ਕਿਤੇ ਪਹਿਲੀ ਦੂਜੀ ਦੇ ਬੱਚੇ ਨੇ ਇਲੈਕਸ਼ਨ ਕਮਿਸ਼ਨ ਵਾਲੇ, ਜਾਂ ਉਦਾਂ ਵਿਹਾਰ ਕਰਦੇ ਆ ਕਿ ਮਦਰਾਸ ਹਾਈ ਕੋਰਟ ਨੂੰ ਕਹਿਣਾ ਪਵੇ ਕਿ ਤੁਸੀਂ ਸੋਸ਼ਲ ਡਿਸਟੈਂਸ ਰੱਖ ਕੇ ਵੋਟਾਂ ਗਿਣਾਇਓ, ਤੁਸੀਂ ਇਸ ਤਰੀਕੇ ਵੋਟਾਂ ਗਿਣਾਇਓ ਕਿ ਕੱਲ ਨੂੰ ਕੋਈ ਦਿੱਕਤ ਨਾ ਆ ਜਾਵੇ, ਤੁਸੀਂ ਵੱਧ ਤੋਂ ਵੱਧ ਕਰਮਚਾਰੀ ਰੱਖਿਓ, ਤੁਸੀਂ ਖੁੱਲੇ ਥਾਂ 'ਚ। ਜੇ ਇਸ ਤਰੀਕੇ ਡਿਕਟੇਟ ਕਰਨਾ ਪੈਂਦਾ ਇਲੈਕਸ਼ਨ ਕਮਿਸ਼ਨ ਨੂੰ, ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਾਨੂੰ ਹਿਸਾਬ ਕਿਤਾਬ ਜਿਹਾ ਲਾਉਣਾ ਪਊਗਾ ਕਿ ਇਲੈਕਸ਼ਨ ਕਮਿਸ਼ਨ ਪਿਛਲੇ ਸਮੇਂ 'ਚ ਕੰਮ ਕਿੱਦਾਂ ਕਰਦਾ ਰਿਹਾ। ਇਹਦੇ 'ਚ ਇੱਕ ਗੱਲ ਹੋਰ ਕਰਦੇ ਹਾਂ ਜੀ, ਇਹਦੇ 'ਚ ਹੁਣ ਨਾ ਸਿਆਸੀ ਬਿਆਨ ਆਉਣੇ ਆ। ਸਿਆਸੀ ਬਿਆਨ ਇਹ ਆਉਣੇ ਆ ਵੀ ਜਦੋਂ ਇਲੈਕਸ਼ਨਾਂ ਹੋਣ ਵਾਲੀਆਂ ਤਾਂ ਨਿਬੜ ਗਈਆਂ, ਕਿਉਂਕਿ ਪੱਛਮੀ ਬੰਗਾਲ ਦੀ ਇੱਕ ਆਖਰੀ ਗੇੜ ਵਾਲਾ ਕੰਮ ਰਹਿ ਗਿਆ ਸੀ ਹੈ ਨਾ, ਬਾਕੀ ਤਾਂ ਲਗਭਗ ਸਾਰੇ ਸਟੇਟਾਂ 'ਚ ਨਿਬੜ ਗਿਆ। ਹੁਣ ਜੇ 4 ਸਟੇਟਾਂ 'ਚ ਨਿਬੜ ਚੁੱਕਾ, ਇੱਕ ਪੱਛਮੀ ਬੰਗਾਲ ਦੇ ਵੀ 5-6 ਫੇਜ਼ ਨਿਕਲ ਗਏ ਸੀ, ਉਸ ਤੋਂ ਬਾਅਦ ਆ ਮਗਰਲਿਆਂ ਜਾਂ 3 ਫੇਜ਼ਾਂ 'ਚ ਆ ਕੇ ਰੌਲਾ ਪਿਆ ਜੀ। ਤੇ ਹੁਣ ਜਦੋਂ ਅਦਾਲਤ ਦੇ ਕਹਿਣ ਦਾ ਕਰਕੇ ਭਾਵੇਂ ਮੰਨ ਲਓ ਵੀ 2 ਨੂੰ ਗਿਣਤੀ ਨਹੀਂ ਹੁੰਦੀ, ਕਈ ਬੰਦਿਆਂ ਨੇ ਇਸ ਚੀਜ਼ ਦੇ ਉੱਪਰ ਇਹ ਜਿਹੜੀਆਂ ਉੱਥੇ ਰੱਖੀਆਂ ਨਾ ਮਸ਼ੀਨਾਂ, ਇਹਨਾਂ 'ਚ ਹੁਣ ਹੇਰ ਫੇਰ ਹੋਣਾ ਵਾ, ਇਹ ਘੁੰਮਾ ਕੇ ਸਾਰੀ ਰਲੀ ਮਿਲੀ ਭੁਗਤ ਚੱਲ ਰਹੀ ਹੈ, ਇਹ ਸਾਨੂੰ ਹਰਾਉਣ ਦੇ ਲਈ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ। ਹੁਣ ਜਿਹਨੂੰ ਮੇਰੇ ਕੋਲ ਪਹਿਲੇ ਹੋਣਾ ਵੀ ਮੈਂ ਜਿੱਤਣਾ ਨਹੀਂ, ਉਹਦੇ 4 ਦਿਨ ਬਿਆਨ ਦੇਣ 'ਚ ਕੀ ਜਾਂਦਾ? ਇਹ ਕੰਮ ਚੱਲਣਾ ਤੁਸੀਂ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ, ਖੁਦ ਕਹਿਣਾ ਲੋਕਾਂ ਨੇ। ਠੀਕ ਹੈ, ਤੇ ਹੁਣ ਇਹ ਅਦਾਲਤ ਜਾਣੇ ਜਾਂ ਚੋਣ ਕਮਿਸ਼ਨ ਜਾਣੇ ਜਾਂ ਫਿਰ ਸਰਕਾਰਾਂ ਜਾਣਨ, ਪਰ ਇਹ ਸਾਰੇ ਕੁਛ ਇੱਕ ਚੀਜ਼ ਜਿਹੜੀ ਆਪਾਂ ਕੱਲ੍ਹ ਪਰਸੋਂ ਜ਼ਿਕਰ ਕਰਦੇ ਸੀ ਨਾ, ਹੁਣ ਤਾਂ ਸ਼ਾਇਦ ਸਰਕਾਰ ਨੇ ਵੀ ਕਿਹਾ ਉਹਨਾਂ ਦੋਵਾਂ ਨੂੰ, ਕੋਵੀਸ਼ੀਲਡ ਤੇ ਕੋਵੈਕਸੀਨ ਬਣਾਉਣ ਵਾਲੀਆਂ ਭਾਰਤ ਬਾਇਓਟੈਕ ਤੇ ਸੀਮਨ ਇੰਸਟੀਚਿਊਟ ਨੂੰ, ਯਾਰ ਤੁਸੀਂ ਥੋੜ੍ਹੀ ਜਿਹੀ ਘਟਾਓ ਇਹਦਾ ਰੇਟ, ਘਟਾ ਲਓ ਆ ਵੀ ਥੋੜ੍ਹਾ ਜਿਹਾ ਰੇਟ ਘਟਾਓ। ਜੇ 150 ਨੂੰ ਦਿੰਦੇ ਹੋ, 400 ਨੂੰ ਦਿੰਦੇ ਹੋ, 600 ਨੂੰ ਦਿੰਦੇ ਹੋ, ਤਾਂ ਇਦਾਂ ਨਾ ਕਰੋ, ਤੁਸੀਂ ਇਹਦਾ ਰੇਟ ਘਟਾ ਲਓ। ਇੱਕ ਪਾਸੇ ਜੇ ਉਹ ਕਹਿਣ 1200 ਦੀ ਜਾਂ 1190 ਦੇ ਦਿੰਦੇ ਆ, ਨਹੀਂ ਜਿੰਨਾ ਤੁਸੀਂ ਥੋੜਾ ਜਿਹਾ ਕਰ ਦਿੰਦੇ, ਉਹ ਕਹਿਣ ਡਏ ਨੇ। ਪਰ ਦੇਖੋ ਮੈਂ ਉਸ ਗੱਲ ਤੇ ਆਉਣਾ ਚਾਹੁੰਦਾ ਕਿ ਦੇਖੋ ਰੈਮਡੇਸਿਵੀਰ ਦਾ ਟੀਕਾ 4 ਵਾਇਲਾਂ ਫੜੀਆਂ ਜੀ, ਬੰਦਿਆਂ 3 ਗ੍ਰਿਫਤਾਰ ਕੀਤੇ ਦਿੱਲੀ 'ਚੋਂ, ਕਿੰਨੇ ਦਾ ਵੇਚਦੇ? 70,000 ਦਾ। ਹੁਣ ਤੁਸੀਂ ਇਹ ਦੇਖੋ ਵੀ ਜੇ ਅਜੇ ਲੋਕਾਂ ਨੂੰ ਲੋੜ ਹੈ ਤੇ ਲੋਕ ਉਹਦਾ ਰਾਹ ਲੱਭ ਲੈਂਦੇ ਨੇ,
ਵੀ ਕਿੱਥੋਂ ਕਿਹੜੀ ਚੀਜ਼ ਕਿਵੇਂ ਜਾ ਕੇ ਆਪਾਂ ਕਿਹਦੀ ਬਲੈਕ ਕਰ ਸਕਦੇ ਹਾਂ ਤੇ ਕਿੱਧਰ ਨੂੰ ਜਾਊਗਾ ਕੰਮ। ਹਾਲਾਂਕਿ ਚਲੋ ਕੇਜਰੀਵਾਲ ਹੋਣਾ ਕਹਿਤਾ ਵੀ ਦਿੱਲੀ ਦੇ ਵਿੱਚ 18 ਸਾਲ ਤੋਂ ਪਲੱਸ ਜਿੰਨੇ ਲੋਕਾਂ ਨੂੰ ਵੀ ਟੀਕਾ ਲੱਗਣਾ ਸਰਕਾਰ ਫ੍ਰੀ ਲਾਊਗੀ, ਯਾਰ ਤੁਸੀਂ ਟੈਨਸ਼ਨ ਨਾ ਲਓ, ਆਪਾਂ ਨਾਲ ਖੜੇ ਹਾਂ। ਪਰ ਉਹ ਤਾਂ ਕਦੋਂ ਟੀਕਾ ਆਊਗਾ, ਕਦੋਂ ਲੱਗੂਗਾ, ਜਿਹਨੂੰ ਅੱਜ ਲੋੜ ਹੈ ਉਹਨੂੰ ਜੇ ਮੰਨ ਲਓ ਆ 70,000 ਵਾਲੇ ਤਾਂ ਕਾਬੂ ਆ ਗਏ, ਮੈਂ ਕਹਿੰਦਾ ਲੱਖ ਵਾਲਾ ਵੀ ਜੇ ਕੋਈ ਆਖੇ ਫੋਨ ਕਰਕੇ ਵੀ ਹਾਂ ਵੀ ਹੈਗਾ ਟੀਕਾ ਚਾਹੀਦਾ, ਤੁਹਾਨੂੰ ਲੱਗਦਾ ਨਹੀਂ ਲੋਕ ਤਾਂ ਮਗਰ ਨੋਟ ਲੈ ਕੇ ਤੁਰੇ ਫਿਰਦੇ ਭਰਾਵਾ ਲਵਾ ਦੇ ਕਿਸ ਤਰ੍ਹਾਂ। ਆਹ ਜਿਹੜਾ ਕੰਮ ਹੈ ਵੀ ਇਨਸਾਨੀਅਤ ਜਮ੍ਹਾਂ ਮਾਰ ਕੇ ਬੈਠੇ ਆਪਣੇ ਵਾਲੇ, ਇਹਦਾ ਕੀ ਇਲਾਜ ਹੈ? ਸੰਧਾਲੀਆ ਸਾਹਿਬ ਇਹ ਬਹੁਤ ਇੰਨੀ ਮਾੜੀ ਗੱਲ ਕਦੇ ਨਹੀਂ ਹੋ ਸਕਦੀ। ਮੈਂ ਕਹਿੰਦਾ ਕਿ ਅੱਜ ਜਦੋਂ ਇਦਾਂ ਦੀਆਂ ਖਬਰਾਂ ਸੁਣਦੇ ਆ ਨਾ, ਉਦੋਂ ਜੀ ਨਹੀਂ ਕਰਦਾ, ਬੁਰਕੀ ਅੰਦਰ ਨੂੰ ਨਹੀਂ ਲੰਘਦੀ ਹੁੰਦੀ ਕਿ ਭਾਈ ਇਹ ਲੋਕ ਲਾਸ਼ਾਂ ਦੇ ਉੱਤੋਂ ਵੀ ਨੋਟ ਕਿੱਦਾਂ ਕਮਾ ਸਕਦਾ। ਕਹਿੰਦੇ ਸੱਪ ਦੀ ਸਿਰੀ ਤੋਂ ਨੋਟ ਚੱਕਣਾ, ਇਹ ਲਾਸ਼ ਦੇ ਮੂੰਹ 'ਚੋਂ ਚੱਕਦੇ ਆ। ਅੱਗੇ ਕਹਾਣੀ ਹੁੰਦੀ ਸੀ ਪਤਾ ਨਹੀਂ ਕਿ ਲਾਸ਼ ਦੇ ਮੂੰਹ ਦੇ ਵਿੱਚ ਰੁਪਈਆ ਪਾ ਕੇ ਦੱਬਦੇ ਸੀ ਤੇ ਕੋਈ ਬੰਦਾ ਪੁੱਟ ਕੇ ਉਹਦੇ ਵਿੱਚ ਰੁਪਈਏ ਕੱਢਣ ਲੱਗ ਪਿਆ ਸੀ। ਅੱਜ ਇਹ ਉੱਦਾਂ ਹੀ ਰੁਪਈਏ ਕੱਢਦੇ ਆ ਬੰਦੇ। ਸੰਧਾਲੀਆ ਸਾਹਿਬ ਜਿੱਥੇ ਇਹ ਮਾੜੀਆਂ ਖਬਰਾਂ ਨੇ ਉੱਥੇ ਤੁਸੀਂ ਦੇਖੋ ਕਿ ਗਾਜ਼ੀਆਬਾਦ ਦਾ ਇੱਕ ਗੁਰੂ ਘਰ ਹੈ, ਉਹਨਾਂ ਨੇ ਆਕਸੀਜਨ ਦਾ ਲੰਗਰ ਲਾਤਾ। ਮੋਹਾਲੀ ਦੀ ਇੱਕ ਫਰਮ ਹੈ, ਉਹਨਾਂ ਨੇ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਇੰਡੀਵਿਜੂਅਲੀ ਲੋੜ ਹੈ, ਵਿਅਕਤੀਗਤ ਪੱਧਰ ਦੇ ਉੱਤੇ ਨਹੀਂ ਅਫੋਰਡ ਕਰ ਸਕਦੇ, ਲਈ ਜਾਓ। ਉਹਨਾਂ ਨੇ ਹੋਰ ਵੀ ਦੱਸਿਆ, ਉਹ ਕਹਿੰਦੇ ਅਸੀਂ ਤਾਂ 1993 ਤੋਂ ਦਿੰਨੇ ਆ, ਕਿ ਅਸੀਂ ਕਦੇ ਪ੍ਰਚਾਰ ਹੀ ਨਹੀਂ ਕੀਤਾ। ਸਾਨੂੰ ਲੱਗਾ ਕਿ ਠੀਕ ਆ ਭਾਈ, ਰੱਬ ਨੇ 4 ਰੁਪਈਏ ਦਿੱਤੇ ਆ, ਕੁਦਰਤ ਮਿਹਰਬਾਨ ਹੈ, ਤੇ ਜਿੱਥੇ ਅਸੀਂ ਲੋੜਵੰਦ ਦੀ ਮਦਦ ਕਰ ਸਕਦੇ ਹਾਂ। ਮੈਂ ਤੁਹਾਨੂੰ 2 ਘਟਨਾਵਾਂ ਦੱਸ ਦਿੰਨਾ। ਮੁੰਬਈ ਦੇ ਵਿੱਚ 15 ਮਿੱਤਰਾਂ ਦਾ ਇੱਕ ਗਰੁੱਪ ਹੈ। ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ। ਇੱਕ ਮਿੱਤਰ ਦੀ ਕਰੋਨਾ ਨਾਲ ਮੌਤ ਹੋ ਗਈ। ਆਮ ਤੌਰ ਤੇ ਹੁੰਦਾ ਕੀ ਹੈ ਕਿ ਜੇ ਕੱਲ੍ਹ ਨੂੰ ਮੇਰਾ ਕੁਛ ਸੰਧੇ ਲੱਗਣਾ, ਯਾਰ ਉਹ ਹੈ ਨਹੀਂ, ਹੁਣ ਮੈਂ ਕੀ ਲੈਣ ਦੇਣਾ। ਉਹ 14 ਮਿੱਤਰਾਂ ਨੇ ਆ ਮੇਰੀ ਬੇਇੱਜ਼ਤੀ ਜਮਾ ਨਾਲ ਕਰ ਨਹੀਂ, ਆਮ ਤੌਰ ਤੇ ਹੁੰਦਾ ਆ। ਨਹੀਂ ਹੁਣ ਮੈਂ ਤੇ ਇਹ ਵੀ ਨਹੀਂ ਕਹਿਦਾ ਵੀ ਯਾਰ ਤੂੰ ਪਹਿਲਾਂ ਮਾਰ ਕੇ ਹੋਇਆ ਬੰਦੇ ਨੂੰ ਕੀ ਕਰਦਾ ਹੈ ਨਾ, ਉਹ ਦੂਜੇ ਪਾਸੇ ਨਹੀਂ, ਦੂਜੇ ਪਾਸੇ ਹੋ ਜਾਣੀ। ਹੁਣ ਦੇਖੋ ਉਹਨਾਂ 14 ਮਿੱਤਰਾਂ ਨੇ ਪੈਸੇ ਇਕੱਠੇ ਕੀਤੇ, ਆਕਸੀਜਨ ਬੈਂਕ ਬਣਾਈ ਆਪਣੇ ਮਿੱਤਰ ਦੇ ਨਾਂ ਤੇ ਕਿ ਭਾਈ ਕਰਦੇ ਆ। ਕਿਹੜੀ ਗੱਲ ਆ ਯਾਰ। ਇੱਕ ਹੋਰ ਸੁਣੋ ਤੁਸੀਂ, ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਇੱਕ ਜੋੜਾ, ਉਹਨਾਂ ਦਾ ਇੱਕੋ ਇੱਕ ਬੇਟਾ, ਉਹਦੇ ਨਾਂ ਦੇ ਉੱਤੇ 15 ਲੱਖ ਦੀ ਐਫਡੀ ਕਰਾਈ ਸੀ। ਕੱਲ੍ਹ ਮੁੰਡੇ ਨੂੰ ਕੰਮ ਕਰ ਤੋਰਨਾ ਤੇ ਫਿਰ ਆਪਾਂ ਨੂੰ ਕੰਮ ਆਊਗੀ। ਮੁੰਡੇ ਦੀ ਕਰੋਨਾ ਨਾਲ ਮੌਤ ਹੋ ਗਈ। ਬਜ਼ੁਰਗ ਜੋੜਾ ਹੈ, ਸਹਾਰਾ ਕੋਈ ਨਹੀਂ। ਤੁਸੀਂ ਦੇਖੋ ਕਿ ਮੋਹ ਦੀਆਂ ਤੰਦਾਂ ਮਨੁੱਖਤਾ ਦੇ ਨਾਲ ਕਿੱਦਾਂ ਜੁੜੀਆਂ। ਐਫਡੀ ਤੜਾਈ ਤੇ ਨਾਲ ਹੀ ਕਰੋਨੇ ਦੀਆਂ ਕਿਟਸ ਜਿਹੜੀਆਂ ਵੰਡਣੀਆਂ ਸ਼ੁਰੂ ਕਰਤੀਆਂ। ਇੱਕ ਹੋਰ ਬੰਦੇ ਮੁੰਬਈ ਦੇ ਵਿੱਚ ਨੇ, ਉਹਨਾਂ ਨੇ ਜਿਹੜੇ ਬੰਦੇ ਕੁਆਰੰਟੀਨ ਨੇ ਪਰ ਆਰਥਿਕ ਤੌਰ ਤੇ ਕਮਜ਼ੋਰ ਨੇ, 500 ਬੰਦਿਆਂ ਨੂੰ ਰੋਜ਼ 2 ਟਾਈਮ ਟਿਫਨ ਪਹੁੰਚਾਉਂਦੇ ਆ। 20 ਬੰਦਿਆਂ ਦੀ ਟੀਮ ਬਣਾਈ, 20 ਬੰਦਿਆਂ ਨੂੰ ਰੁਜ਼ਗਾਰ ਦਿੱਤਾ। ਸੰਧਾਲੀਆ ਸਾਹਿਬ ਜਦੋਂ ਇੱਦਾਂ ਦੇ ਲੋਕਾਂ ਦੀ ਗੱਲ ਮਹਿਸੂਸ ਹੁੰਦੀ ਹੈ, ਸੁਣਦੇ ਆ, ਉਦੋਂ ਲੱਗਦਾ ਕਿ ਭਾਈ ਇੱਕ ਪਾਸੇ ਭਾਰਤ ਦੇ ਵਿੱਚ ਆ ਨੇ ਤੇ ਦੂਜੇ ਪਾਸੇ ਉਹ 70,000 ਦਾ ਟੀਕਾ ਵੇਚਣ ਵਾਲੇ ਆ। ਦੂਸਰੇ ਹੁਣ ਮੈਂ ਤਾਂ ਵੀ ਸੋਚਦਾ ਸੀ, ਇੱਕ ਮਸ਼ਹੂਰੀ ਹੁੰਦੀ ਸੀ 2 ਬੂੰਦ ਜ਼ਿੰਦਗੀ ਕੀ, ਉਹ ਪੋਲੀਓ ਦੀਆਂ ਬੂੰਦਾਂ ਹੁੰਦੀਆਂ ਸੀ। ਹੁਣ ਤਾਂ ਬੰਦਾ ਮੈਨੂੰ ਲੱਗਦਾ ਕਿ ਟੀਕਾ 2 ਨੰਬਰ ਵੇਚਦਾ, 2 ਟੀਕੇ ਜ਼ਿੰਦਗੀ ਦੇ ਲੈ ਜਾਓ 70,000 ਦੇ ਭਾਈ। ਹੁਣ ਦੇਖੋ ਇਹ ਮੁੱਦਾ, ਇਹ ਵਿਸ਼ਾ, ਇਹ ਖਬਰਾਂ ਆਉਣ ਤੋਂ ਪਹਿਲਾਂ ਆਪਾਂ ਕਹਿਤਾ ਸੀ ਨਾ ਵੀ ਆਹ ਕੰਮ ਹੋਣਾ, ਤੇ ਉਹ ਹੋਣ ਵੀ ਲੱਗ ਪਿਆ ਜੀ। ਹੁਣ ਇੱਕ ਹੋਰ ਫੜਿਆ, ਉਹ ਭਾਈ ਸਾਹਿਬ ਨੇ ਆਪਣੀ ਗਲੀ ਦੀ ਦੁਕਾਨ 'ਚ 5-7 ਸਿਲੰਡਰ ਹੀ ਜਮ੍ਹਾਂ ਕੀਤੇ ਸੀ। ਮਤਲਬ ਸਮਝ ਨਹੀਂ ਆਉਂਦੀ ਵੀ ਉਹਨੂੰ ਬੰਦੇ ਨੂੰ ਇਹ ਜਾਪਦਾ ਵੀ ਅੱਛਾ ਯਾਰ ਇਹ 2000 ਦਾ ਸਿਲੰਡਰ, ਉਹਨੂੰ 2000 ਦਾ ਨਹੀਂ ਮਿਲਿਆ ਹੋਣਾ, ਇਹ ਤੇ ਗੱਲ ਕਲੀਅਰ ਹੈ ਜੀ। ਉਹ ਜਿਹੜਾ ਕੋਈ ਗੱਡੀ ਵਾਲਾ ਲਾ ਕੇ ਗਿਆ ਵੀ ਉਹਨੇ ਵੀ 10-15 ਦਾ ਦਿੱਤਾ, ਹੁਣ ਉਹਨੇ ਹੋਣਾ ਵੀ ਮੈਂ ਗਾ 30 ਦਾ ਵੇਚੂਗਾ। ਕੋਈ 1-2 ਵਿੱਚ ਹੋਰ ਏਜੰਟ ਹੋਣੇ 2-2000 ਵਾਲੇ, ਉਹ ਵੀ ਹੋਣੇ। ਇਹ ਜਿਹੜੀ 1000-1000 2-2 4-4 ਹਜ਼ਾਰ ਦੀ ਕਮਾਈ ਹੈ, ਮੰਨ ਲਓ ਜੇ ਕੋਈ, ਮੈਂ ਸੋਚਦਾ ਹੁੰਦਾ ਵੀ ਜਿਹੜੀ ਨਿੱਕੀ ਮੱਛੀ ਆ, ਮੰਨ ਲਓ ਜੇ ਉਹ ਇਸ ਸਾਰੇ ਕੁਛ ਮਹੀਨਾ ਵੀ ਕਮਾਈ ਕਰ ਲਏ ਤਾਂ ਮੈਨੂੰ ਲੱਗਦਾ 50,000 ਤੋਂ ਵੱਧ ਕਮਾ ਲੂ ਆਮ ਜਿਹੜੇ ਛੋਟੇ ਨਿੱਕੇ ਏਜੰਟ ਹੁੰਦੇ ਆ। ਯਾਰ ਉਹ 50,000 ਰੁਪਈਏ ਦਾ ਕੱਲ੍ਹ ਨੂੰ ਆਟਾ ਦਾਲ ਲੈ ਕੇ ਤੁਸੀਂ ਖਰੀਦ ਕੇ ਆਪਣੇ ਨਿਆਣਿਆਂ ਦੇ ਮੂੰਹ 'ਚ ਕਿੱਦਾਂ ਪਾ ਲਓਗੇ ਯਾਰ? ਮੈਂ ਕਦ ਲਈ ਕਿੱਦਾਂ ਕਮਾਇਆ ਸੀ ਇਹ? ਸੰਧਾਲੀਆ ਸਾਹਿਬ ਇੱਕ ਹੋਰ ਗੱਲ ਬਹੁਤ ਹੋਣੀ ਆ, ਇੱਦਾਂ ਦੇ ਬੰਦੇ ਘਰ 'ਚ ਸਲਾਹਾਂ ਬਹੁਤ ਕਰਦੇ ਹੁੰਦੇ ਆ, ਜਿਹੜੇ ਵੱਡੇ ਕਈ ਹਸਪਤਾਲਾਂ ਵਾਲੇ ਵੀ ਠੋਕ ਕੇ ਲੁੱਟਦੇ ਆ, ਤੇ ਕਈ ਮਨੁੱਖਤਾ ਦੇ ਜਿਹੜੇ ਆ ਉਹ ਪੁਤਲੇ ਬਣ ਕੇ ਵੀ ਸਾਹਮਣੇ ਆਏ ਆ। ਉਹ ਘਰ ਕਈ ਵਾਰੀ ਉਹਨਾਂ ਨੂੰ ਚੇਤਾ ਨਹੀਂ ਹੁੰਦਾ ਕਿ ਸਾਡੇ ਨਿਆਣੇ ਵੀ ਸੁਣਦੇ ਆ ਕੋਲ ਬੈਠੇ ਕਿ ਭਾਈ ਉਹਦੇ ਟੀਕਾ 7,000 ਦਾ ਲਾਈ, 70 ਦਾ ਲਾਇਆ। ਇਹਨਾਂ ਨਿਆਣਿਆਂ ਨੂੰ ਵੱਡੇ ਹੋ ਕੇ ਤੁਹਾਡੇ ਟੀਕੇ ਠੋਕਣੇ ਆ। ਐਸੇ ਲੋਦੇ ਲਾਉਣਗੇ ਨਾ, ਹੁਣ ਤਾਂ ਲੋਦੇ ਦਾ ਨਿਸ਼ਾਨ ਇੱਥੇ ਆ, ਅਗਲਿਆਂ ਨੇ ਜਦੋਂ ਫੜਕ ਦੇਣੀ ਵਿੱਤੀ ਤੌਰ ਤੇ ਟੀਕਾ ਐ ਮਾਰਿਆ ਕਰਨਾ, ਸੰਧਾਲੀ ਸਾਹਿਬ ਐਂ ਕਰਿਆ ਕਰੋਗੇ। ਪਰ ਸਾਹਿਬ ਹੁਣ ਜਾਣ ਦਾ ਸਮਾਂ ਵੀ ਹੋ ਜਾਂਦਾ, ਤੇ ਜੇ ਕੋਈ ਖਬਰ ਮੈਂ ਸਮਾਰਟਫੋਨ ਕਰਨੀ ਉਹ ਕਰਨੀ। ਸਮਾਰਟਫੋਨ ਸਰਦਾਰ ਜੀ, ਨਹੀਂ ਸਮਾਰਟਫੋਨ ਤੇ ਬਾਅਦ ਚ ਆਉਣਾ। ਅੱਛਾ ਇੱਕ ਮਿੰਟ, ਮੈਂ ਉਚੇਚਾ ਲਿਖਿਆ ਯਾਰ। ਦੇਖੋ ਵਿਆਹ ਪਤਾ ਨਹੀਂ ਹੁਣ ਕਦੋਂ ਖੁੱਲ੍ਹਣੇ ਕਦੋਂ ਨਹੀਂ ਖੁੱਲ੍ਹਣੇ। 50,000 ਰੁਪਈਆ ਸ਼ਗਨ ਸਕੀਮ ਪੰਜਾਬ ਸਰਕਾਰ ਨੇ ਕਰਨਾ, ਪਰ ਅਜੇ ਮਹੀਨੇ 2-3 ਡੀਕਨ ਬਣਾ, ਜੁਲਾਈ ਤੋਂ ਦੇਣੇ ਉਹ। ਪਰ ਅਸੀਂ ਇੰਨੀ ਬੇਨਤੀ ਜ਼ਰੂਰ ਕਰਦੇ ਹਾਂ ਕਿ ਭਾਈ ਪਾਬੰਦੀ ਲੱਗੀ ਆ, ਕੋਈ ਵੀ ਐਮਐਲਏ ਕਿਸੇ ਦੇ ਵਿਆਹ ਜਾ ਕੇ ਭੰਗੜਾ ਨਾ ਪਾਵੇ। ਨਹੀਂ ਫਿਰ ਮੁੜ ਕੇ ਅਗਲੇ ਵੀਡੀਓ ਬਣਾ ਲੈਂਦੇ ਆ, ਉਹ ਬਾਅਦ ਦੀ ਗੱਲ ਹੈ। 50,000 ਰੁਪਈਆ ਸ਼ਗਨ ਸਕੀਮ ਜੁਲਾਈ ਤੋਂ। ਫਿਰ ਬੇਰੁਜ਼ਗਾਰ ਤਾਂ ਨਹੀਂ ਆਇਆ ਕੋਈ, ਜੇ ਕੋਈ ਹੈਗਾ ਤਾਂ ਆਪਣਾ ਨਾਂ ਦਰਜ ਕਰਾ ਲਈ, ਬੇਰੁਜ਼ਗਾਰੀ ਭੱਤਾ ਵੀ ਦੇਵਾਂਗੇ 2500। ਹਾਂ ਉਦੋਂ ਹੀ, ਪਰ ਜੁਲਾਈ ਤੋਂ। ਓਕੇ। ਪੈਨਸ਼ਨ ਕਿਸੇ ਦੀ ਲਾਉਣੀ ਆਪਾਂ ਕੋਈ ਨਹੀਂ ਦੇ ਦਿਆਂਗੇ। ਕਿੰਨੀ ਕੀਤੀ ਸੀ ਉਹ ਮੈਨੂੰ ਯਾਦ ਭੁੱਲ ਗਿਆ ਯਾਰ, ਕੁਝ ਦੱਸ ਦਿਆ ਕਰੋ। ਕੁਛ ਨਾ ਕੁਛ ਤਾਂ ਦਿਓ, ਕੁਛ ਚੈੱਕ ਕਰ ਲਿਓ ਉਹਦੇ 'ਚ ਕਿੰਨੀ ਲਿਖੀ ਸੀ। ਪਿਛਲਾ ਕੀ ਕਹਿੰਦੇ ਹੁੰਦੇ ਉਹਨੂੰ, ਚੋਣ ਮੈਨੀਫੈਸਟੋ, ਉਹ ਵੀ ਦੇ ਦੇਵਾਂਗੇ ਜੁਲਾਈ ਤੋਂ। ਤੇ ਸਮਾਰਟਫੋਨ ਤਾਂ 2,15,000 ਆਪਾਂ ਦੇ ਦੇਣੇ ਆ। ਨਹੀਂ ਮੈਂ ਇਹ ਗੱਲ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਲੀਡਰ ਸਾਹਿਬ, ਤੁਸੀਂ ਸਾਡੇ ਪਿੰਡ ਆਏ, ਤੁਸੀਂ ਚਾਹੇ 5.25 ਸਾਲ ਬਾਅਦ ਆਏ,
ਪਰ ਤੁਸੀਂ ਨਾਲ ਸਾਨੂੰ ਅੱਜ ਇਲੈਕਸ਼ਨ ਮੈਨੀਫੈਸਟੋ ਦੀ ਕਾਪੀ ਵੀ ਦਿੱਤੀ ਤੇ ਆ ਸਾਰੇ ਵਾਅਦੇ ਪੂਰੇ ਕਰਨ ਦਾ ਭਰੋਸਾ ਵੀ ਦਿੱਤਾ। ਤੇ ਚਲੋ ਅਸੀਂ ਕੀ ਕਰਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮਿਲੇ ਨਾ ਮਿਲੇ, ਅਸੀਂ ਕੀ ਕਰਨਾ, ਘਰ ਘਰ ਨੌਕਰੀ ਜਿਹੜੀ ਆ ਵੇਲੇ ਸਿਰ ਮਿਲੇ ਨਾ ਮਿਲੇ, ਅਸੀਂ ਕੀ ਕਰਨਾ, ਸਾਨੂੰ ਆਕਸੀਜਨ ਮਿਲੇ ਨਾ ਮਿਲੇ, ਸਾਨੂੰ ਕੋਈ ਲੋੜ ਨਹੀਂ ਖੇਤੀ ਵਾਲੇ ਕਾਨੂੰਨ ਰੱਦ ਹੋਣ ਨਾ ਹੋਣ। ਆ ਠੀਕ ਆ, ਤੁਸੀਂ ਸਮਾਰਟਫੋਨ ਦੇ ਦਿੱਤਾ, ਅਸੀਂ ਇਹਦੇ ਉੱਤੇ ਮਾੜਾ ਮੋਟਾ ਸੋਸ਼ਲ ਮੀਡੀਆ ਦੇਖ ਲਿਆ ਕਰਾਂਗੇ। ਤੇ ਆ ਜਿਹੜੀਆਂ ਤੁਸੀਂ ਹੁਣ ਲੋਲੀਪੌਪ ਸਾਨੂੰ ਫੜਾ ਚੱਲੇ, ਅਸੀਂ ਫਰੀਜ਼ਰ ਦੇ ਵਿੱਚ ਉੱਪਰ ਲਾ ਲੈਣੇ ਆ, ਜਦੋਂ ਵੋਟਾਂ ਲੈਣ ਆਉਂਗੇ ਕਰੀ ਫਿਰ ਦਿਖਾਵਾਂਗੇ ਤੁਹਾਨੂੰ। ਕੁਛ ਨੇ ਜੁਲਾਈ ਤੋਂ ਮਿਲਣ ਲੱਗ ਪਿਆ ਨਾ, ਜੁਲਾਈ ਤੋਂ ਬਾਅਦ ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ ਮਹੀਨੇ 6 ਆ ਤੇ 6 ਮਹੀਨਿਆਂ ਦੇ ਵਿੱਚ ਚੇਤਾ ਭੁੱਲ ਜਾਣਾ ਸੱਜਣਾ ਕਿਹੜੀਆਂ ਗੱਲਾਂ। ਗੱਲ ਤਾਂ ਤੁਹਾਡੀ ਠੀਕ ਆ, ਨਿਆਣਾ ਤੁਰਨ ਲੱਗ ਪੈਂਦਾ 6 ਮਹੀਨੇ ਥੋੜਾ ਬਸ ਉਦੋਂ ਬਾਅਦ ਉਹ ਚੇਤਾ ਭੁੱਲ ਪਹਿਲਾਂ ਹੁੰਦਾ ਨਾ ਵੀ ਨਿਆਣਾ ਹੋਇਆ ਉਹ ਯਾਰ ਉਹ ਨਾ ਸਦਮਾਇਆ ਹੋ ਗਿਆ ਢਿੱਲਾ ਉੱਥੇ ਹੈ ਨਾ, ਉਦੋਂ ਹੁੰਦਾ ਵੀ ਹੈ ਚਲੋ ਮਹਾਰਾਜ ਸੁੱਖ ਰੱਖੇ। ਫਿਰ ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਜਦੋਂ ਥੋੜਾ ਜਿਹਾ ਕਾਇਮ ਹੋ ਜਾਂਦਾ ਇਹ ਨੂੰ ਚੇਤਾ ਰਹਿੰਦਾ ਵੀ ਕੀ ਹੋਇਆ ਇਹ ਤੇ ਡਾਕਟਰ ਨੇ ਉਦੋਂ ਕਿੰਨੇ ਲੱਗੇ ਲਏ ਸੀ, ਤੇ ਉਦੋਂ ਦਾਈ ਕਿੰਨੇ ਲੈ ਗਈ, ਤੇ ਤੇਲ ਚਵਾਈ ਵਾਲੇ ਕਿੰਨੇ ਲੈ ਗਏ, ਤੇ ਕੌਣ ਉਹਨੂੰ ਗੁੱਸੇ ਹੋ ਗਿਆ। ਨਹੀਂ ਸੰਧਾਲੀਆ ਸਾਹਿਬ ਤੁਹਾਡੀ ਗੱਲ ਠੀਕ ਆ, ਕਹਿਣ ਨੂੰ ਤਾਂ ਨਹੀਂ ਜੀ ਕਰਦਾ, ਪਰ ਇਦਾਂ ਹੀ ਜਿੱਦਾਂ ਅੱਜ ਤੁਹਾਨੂੰ ਲੱਗਦਾ ਨਾ, ਇਦਾਂ ਹੀ ਦਿੱਲੀ ਦੇ ਵਿੱਚ ਕਦੇ ਬੀਬੀ ਸ਼ੀਲਾ ਦੀਕਸ਼ਤ ਨੂੰ ਲੱਗਦਾ ਹੁੰਦਾ ਸੀ। ਉਹ ਯਾਰ ਐਵੇਂ ਨਹੀਂ ਮੈਂ ਗੱਲ ਨਹੀਂ ਕਰਦਾ, ਮੈਂ ਵੈਸੇ ਗੱਲੇ ਹੀ ਕੀਤੀ ਅੱਜ ਬੰਦੇ ਦਾ ਕੋਈ ਇਲਾਜ ਨਹੀਂ ਕਰ ਸਕਦੇ। ਦੇਖੋ ਸਾਨੂੰ ਇੰਨਾ ਪਤਾ। ਅੱਛਾ ਹੋਰ ਸੁਣੋ, ਅਸੀਂ ਯਾਰ ਹੁਣ ਵੀ ਤੇ ਪਤਾ ਕਰ ਹੀ ਲਿਆ, ਉਹ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਲੁਧਿਆਣੇ ਬੈਠ ਰਹੇ, ਕੱਲ ਅਕਾਲੀ ਦਲ ਵਾਲੇ ਬੈਠ ਰਹੇ, ਇਹ ਉਹ ਭਾਰਤ ਭੂਸ਼ਣ ਆਸ਼ੂਰਾ ਨੇ ਠੀਕ ਨਹੀਂ ਪ੍ਰਬੰਧ ਕੀਤੇ। ਹੁਣ ਅਸੀਂ ਕਹਿ ਦਿੱਤਾ ਆੜ੍ਹਤੀਆਂ ਨੂੰ ਵੀ ਯਾਰ ਬੋਰੀਆਂ ਲੈ ਲਓ, ਕੰਮ ਨਿਬੇੜੋ ਤੁਸੀਂ। 42 ਰੁਪਏ ਬੋਰੀ ਤੁਹਾਨੂੰ, ਆਹੋ ਸਿੱਧੀ ਤੇ ਆੜ੍ਹਤੀਆਂ ਨੂੰ ਪੈਸੇ ਦੇ ਦਾਂਗੇ, ਅਗਲੇ ਬੋਰੀਆਂ ਲੈ ਕੇ ਤੁਸੀਂ ਕਣਕ ਪਾ ਲੈਣ, ਕੰਮ ਨਿਬੜ ਗਿਆ। ਜਾਂਚ ਤੇ ਕਰ ਹੀ ਲੈਨੇ ਸੀ ਵੀ ਮੈਨੂੰ ਉਹ ਭਾਵੇਂ ਕਈ ਜਾਣ ਕੇ 42 ਦੀ ਬੋਰੀ ਬਾਜ਼ਾਰ ਦੇ ਵਿੱਚੋਂ ਮਿਲਦੀ ਨਹੀਂ, ਕੋਈ ਗੱਲ ਨਹੀਂ 50 ਦੀ ਲੈ ਲਓ, 50 ਦੀ ਲੈ ਲਓ, 8 ਕੋਲੋਂ ਪਾ ਲਓ, ਕੋਈ ਨਹੀਂ ਕਰ ਲਾਂਗੇ ਯਾਰ, ਕਰਾਓ ਤਾਂ ਸਹੀ ਕੰਮ, ਨਿਬੇੜ ਤੁਸੀਂ। ਚਲੋ ਕੁੱਲ ਮਿਲਾ ਲਾਓ ਇੱਕ ਨਹੀਂ ਲਾਤਾ ਜੀ ਸੰਧਾਲੀਆ ਸਾਹਿਬ, ਕੁੱਲ ਮਿਲਾ ਕੇ ਹੁਣ ਆਪਾਂ ਇੱਥੇ ਨਿਬੇੜਦੇ ਹਾਂ। ਤੁਸੀਂ ਜਿਹੜੇ ਵਾਅਦੇ ਕੀਤੇ ਸੀ ਟੱਬਰ ਨਾਲ ਜਾ ਕੇ ਸਲਾਹ ਕਰਾਂਗੇ ਵੋਟ ਕਿਹਨੂੰ ਪਾਉਣੀ ਹੈ, ਠੀਕ ਹੈ ਜੀ। ਪਰ ਇੰਨੀ ਗੱਲ ਜ਼ਰੂਰ ਹੈ, ਆਪਾਂ ਜਿਹੜਾ ਹੋਕਾ ਹਮੇਸ਼ਾ ਦਿੰਦੇ ਹੁੰਦੇ ਆ ਕਿ ਭਾਈ ਇੱਕ ਦੂਜੇ ਦਾ ਸਾਥ ਦਿਓ। ਜੇ ਨੇੜ ਤੇੜ ਕਿਸੇ ਨੂੰ ਮਾੜੇ ਮੋਟੇ ਰੁਪਈਏ ਧੇਲੇ ਦੀ, ਕਿਸੇ ਆਕਸੀਜਨ ਦੇ ਸਿਲੰਡਰ ਦੀ, ਹੋਰ ਨਹੀਂ ਕੁਛ ਤਾਂ ਹਸਪਤਾਲ ਜਾਣ ਦੀ ਲੋੜ ਹੈ। ਬਹੁਤਾ ਡਰਨ ਘਬਰਾਉਣ ਦੀ ਲੋੜ ਨਹੀਂ, ਸਾਵਧਾਨੀਆਂ ਵਰਤਿਓ। ਕਰੋਨਾ ਉਹਨਾਂ ਜਾਨਲੇਵਾ ਨਹੀਂ ਹੈ ਜਿੰਨਾ ਵੇਲੇ ਸਿਰ ਇਲਾਜ ਨਾ ਮਿਲਣਾ ਜਾਨਲੇਵਾ। ਬਹੁਤ ਸਾਵਧਾਨੀ ਵਰਤਿਓ, ਮਾਸਕ ਲਾ ਕੇ ਰੱਖਿਓ, ਪਰ ਨਾਲ ਦੀ ਨਾਲ ਜ਼ਿੰਮੇਵਾਰੀਆਂ ਤੋਂ ਭੱਜਣਾ ਆਪਣਾ ਖਾਸਾ ਕਦੇ ਨਹੀਂ ਹੋ ਸਕਦਾ। ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ ਬਾਟ ਸਾਹਿਬ। ਤੇ ਮੈਂ ਦੱਸ ਦਿਆਂ ਇਸ ਦੇ ਨਾਲ ਹੀ ਜਾਂਦੇ ਕਿ ਵੀ ਇਸ ਵਕਤ ਹਾਲਾਤ ਜਿਵੇਂ ਦੇ ਵੀ ਨੇ, ਜੋ ਵੀ ਨੇ, ਤੁਸੀਂ ਕਰੋਨੇ ਨੂੰ ਮੰਨਦੇ ਹੋ, ਤੁਸੀਂ ਕਰੋਨੇ ਨੂੰ ਨਹੀਂ ਮੰਨਦੇ ਹੋ, ਤੁਸੀਂ ਸਰਕਾਰਾਂ ਦੀ ਮੰਨਦੇ ਹੋ, ਤੁਸੀਂ ਸਰਕਾਰਾਂ ਦੀ ਨਹੀਂ ਮੰਨਦੇ ਹੋ, ਤੁਸੀਂ ਬਹੁਤ ਚੰਗੇ ਹੋ, ਤੁਸੀਂ ਮੇਰੇ ਵਾਂਗੂ ਬਹੁਤ ਮਾੜੇ ਹੋ, ਕੁਝ ਵੀ ਹੋ, ਪਰ ਫਿਰ ਵੀ ਆਪਾਂ ਆਪਣਾ ਖਿਆਲ ਆਪ ਰੱਖ ਲਈਏ, ਇੰਨਾ ਹੀ ਬੜਾ। ਆਪਾਂ ਨੂੰ ਕੋਈ ਲੋੜ ਨਹੀਂ ਕਿਸੇ ਨੂੰ ਕਹਿਣ ਦੀ ਵੀ ਆਹ ਚੀਜ਼ ਹੈਗੀ ਕਿ ਆਹ ਚੀਜ਼ ਨਹੀਂ ਹੈਗੀ, ਕਿਸੇ ਨਾਲ ਬੈਸਣ ਦੀ ਲੋੜ ਨਹੀਂ, ਕਿਸੇ ਨੂੰ ਤੰਗ ਕਰਨ ਦੀ ਲੋੜ ਨਹੀਂ। ਜਿੱਦਾਂ ਬਾਟ ਸਾਹਿਬ ਨੇ ਕਿਹਾ ਵੀ ਜੇ ਆਪਾਂ ਕਿਸੇ ਦੀ ਹੈਲਪ ਕਰ ਸਕਦੇ ਹਾਂ, ਮਦਦ ਕਰ ਸਕਦੇ ਹਾਂ, ਬਹੁਤ ਵਧੀਆ। ਜੇ ਨਹੀਂ ਕਰਨ ਜੋਗੇ ਤਾਂ ਆਪਾਂ ਆਪਣੀ ਇੰਨੀ ਕੁ ਕਰ ਲਈਏ ਵੀ ਆਪਾਂ ਕੋਈ ਗੱਲ ਸਿਆਪਾ ਨਾ ਪਾਈਏ। ਹੋ ਸਕਦਾ ਵੀ ਆਪਾਂ ਨਾ ਮੰਨਦੇ ਹੋਈਏ, ਪਰ ਜੇ ਕੱਲ੍ਹ ਨੂੰ ਕੋਈ ਸਿਆਪਾ ਪੈ ਗਿਆ, ਮੁੜ ਕੇ ਘਰਦਿਆਂ ਨੂੰ ਜਿਹੜਾ ਕੁਝ ਭੁਗਤਣਾ ਪੈਣਾ ਉਹ ਔਖਾ ਹੋ ਜਾਣਾ। ਇਸ ਕਰਕੇ ਆਪਣਾ ਖਿਆਲ ਰੱਖਿਓ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।